ਸਤਿ ਸ੍ਰੀ ਅਕਾਲ। ਅੱਜ ਦਾ ਵਿਸ਼ਾ ਹੈ ਸਮੀਕਰਨ ਅਤੇ ਪਰ ਸੰਸਕ੍ਰਿਤੀ ਗ੍ਰਹਿਣ। ਸਮੀਕਰਨ ਨੂੰ ਇੰਗਲਿਸ਼ ਦੇ ਵਿੱਚ ਅਸਿਮੀਲੇਸ਼ਨ ਕਿਹਾ ਜਾਂਦਾ ਹੈ ਅਤੇ ਪਰ ਸੰਸਕ੍ਰਿਤੀ ਗ੍ਰਹਿਣ ਅਕਲਟ੍ਰੇਸ਼ਨ ਕਿਹਾ ਜਾਂਦਾ ਹੈ। ਇਹ ਦੋਨੋਂ ਹੀ ਵਿਸ਼ਾ ਸਮੀਕਰਨ ਅਤੇ ਪਰ ਸੰਸਕ੍ਰਿਤੀ ਗ੍ਰਹਿਣ ਸੰਸਕ੍ਰਿਤੀ ਦਾ ਹਿੱਸਾ ਹਨ। ਸੋ ਸੰਸਕ੍ਰਿਤੀ ਜਾਂ ਸੱਭਿਆਚਾਰ ਜਿਸ ਚੀਜ਼ ਦੀ ਗੱਲ ਆਪਾਂ ਬਾਰ-ਬਾਰ ਕਰਦੇ ਹਾਂ, ਇਹ ਆਖਿਰਕਾਰ ਹੈ ਕੀ? ਸੰਸਕ੍ਰਿਤੀ ਇੱਕ ਅਜਿਹੀ ਚੀਜ਼ ਹੈ ਜੋ ਇੱਕ ਮਨੁੱਖ ਨੂੰ ਜਾਂ ਇੱਕ ਵਿਅਕਤੀ ਨੂੰ ਇੱਕ ਜਾਨਵਰ ਨਾਲੋਂ ਵੱਖ ਕਰਦੀ ਹੈ। ਸੰਸਕ੍ਰਿਤੀ ਹੀ ਜੇ ਇੱਕ ਵਿਅਕਤੀ ਕੋਲ ਹੈ ਤਾਂ ਉਹ ਆਪਣੇ ਆਪ ਨੂੰ ਜਾਨਵਰ ਤੋਂ ਅਲੱਗ ਮਹਿਸੂਸ ਕਰਦਾ ਹੈ ਅਤੇ ਸੰਸਕ੍ਰਿਤੀ ਦੇ ਵਿੱਚ ਰਹਿ ਕੇ ਉਹ ਸਹੀ ਢੰਗ ਦਾ ਵਿਵਹਾਰ ਕਰਦਾ ਹੈ। ਉਸ ਦੀਆਂ ਕਿਰਿਆਵਾਂ, ਉਸ ਦੀਆਂ ਗਤੀਵਿਧੀਆਂ ਸਹੀ ਢੰਗ ਦੀਆਂ ਹੁੰਦੀਆਂ ਹਨ ਅਤੇ ਉਹ ਸਮਾਜ ਦੇ ਵਿੱਚ ਇੱਕ ਸਹੀ ਇਨਸਾਨ ਬਣ ਕੇ, ਇੱਕ ਚੰਗਾ ਨਾਗਰਿਕ ਬਣ ਕੇ ਵਿਚਰਦਾ ਹੈ। ਇਸੇ ਕਰਕੇ ਜੇਕਰ ਮਨੁੱਖ ਦੇ ਕੋਲੋਂ ਉਸਦੀ ਸੰਸਕ੍ਰਿਤੀ ਨੂੰ ਖੋਹ ਲਿੱਤਾ ਜਾਏਗਾ ਤਾਂ ਉਸ ਵਿਅਕਤੀ ਕੋਲ ਕੁਝ ਵੀ ਨਹੀਂ ਰਹੇਗਾ। ਇਹ ਸੰਸਕ੍ਰਿਤੀ ਹੀ ਇੱਕ ਅਜਿਹੀ ਚੀਜ਼ ਹੈ ਜੋ ਇੱਕ ਮਨੁੱਖ ਨੂੰ ਉਸਦੀਆਂ ਕਦਰਾਂ ਕੀਮਤਾਂ, ਪਰਿਮਾਪ, ਉਸਦੇ ਵਿਵਹਾਰ ਕਰਨ ਦੇ ਢੰਗ ਬਾਰੇ ਦੱਸਦੀਆਂ ਹਨ। ਇਸ ਕਰਕੇ ਇੱਕ ਵਿਅਕਤੀਗਤ ਦਾ ਜਾਂ ਇੱਕ ਵਿਅਕਤੀ ਦਾ ਨਿਰਮਾਣ ਵੀ ਸੰਸਕ੍ਰਿਤੀ ਹੀ ਕਰਦੀ ਹੈ। ਇਹ ਦੋਨੋਂ ਹੀ ਵਿਸ਼ੇ ਹਨ ਜਿਹੜੇ ਸਮੀਕਰਨ ਅਤੇ ਪਰ ਸੰਸਕ੍ਰਿਤੀ ਗ੍ਰਹਿਣ। ਇਹ ਤਦੋਂ ਤੱਕ ਆਪਾਂ ਇਹਨਾਂ ਦੋਨਾਂ ਵਿਸ਼ਿਆਂ ਨੂੰ ਸਹੀ ਢੰਗ ਨਾਲ, ਸਹੀ ਰੂਪ ਦੇ ਵਿੱਚ ਨਹੀਂ ਸਮਝ ਸਕਦੇ ਜਦੋਂ ਤੱਕ ਸੰਸਕ੍ਰਿਤੀ ਵਿਸ਼ੇ ਬਾਰੇ ਗਿਆਨ ਨਹੀਂ ਹੋਏਗਾ। ਇਸ ਕਰਕੇ ਮੇਰਾ ਇੱਥੇ ਇਹ ਫੋਕਸ ਰਹੇਗਾ ਕਿ ਸਭ ਤੋਂ ਪਹਿਲਾਂ ਤਾਂ ਮੈਂ ਸੰਸਕ੍ਰਿਤੀ ਬਾਰੇ ਹੀ ਦੱਸਾਂ, ਉਸ ਤੋਂ ਬਾਅਦ ਆਪਾਂ ਸਮੀਕਰਨ ਅਤੇ ਪਰ ਸੰਸਕ੍ਰਿਤੀ ਗ੍ਰਹਿਣ ਵਿਸ਼ੇ ਦੇ ਉੱਤੇ ਆਵਾਂਗੇ। ਸੋ ਸੰਸਕ੍ਰਿਤੀ ਜੋ ਦੋ ਚੀਜ਼ਾਂ ਇਸ ਦੇ ਵਿੱਚ ਪਾਈਆਂ ਜਾਂਦੀਆਂ ਹਨ ਜਾਂ ਕਹਿ ਸਕਦੇ ਹਾਂ ਕਿ ਦੋ ਤਰ੍ਹਾਂ ਦੀ ਹੁੰਦੀ ਹੈ, ਭੌਤਿਕ ਸੰਸਕ੍ਰਿਤੀ ਅਤੇ ਅਭੌਤਿਕ ਸੰਸਕ੍ਰਿਤੀ। ਸੋ ਸੰਸਕ੍ਰਿਤੀ ਨੂੰ ਜਾਂ ਸੰਸਕ੍ਰਿਤੀ ਇੱਕ ਅਜਿਹੀ ਚੀਜ਼ ਹੈ ਜੋ ਇੱਕ ਮਨੁੱਖ ਨੂੰ, ਇੱਕ ਵਿਅਕਤੀ ਨੂੰ ਇੱਕ ਜਾਨਵਰ ਨਾਲੋਂ ਵੱਖ ਕਰਦੀ ਹੈ। ਜੇ ਇੱਕ ਵਿਅਕਤੀ ਕੋਲੋਂ ਉਸਦੀ ਸੰਸਕ੍ਰਿਤੀ ਹੀ, ਉਸਦਾ ਸੱਭਿਆਚਾਰ ਹੀ ਖੋਹ ਲਿੱਤਾ ਜਾਏਗਾ, ਉਸ ਤੋਂ ਲੈ ਲਿੱਤਾ ਜਾਏਗਾ ਤਾਂ ਉਸ ਵਿਅਕਤੀ ਦੇ ਕੋਲ ਕੁਝ ਵੀ ਨਹੀਂ ਬਚੇਗਾ। ਇਸ ਕਰਕੇ ਇੱਥੇ ਇਹ ਦੱਸਣਾ ਲਾਜ਼ਮੀ ਹੈ ਕਿ ਸੰਸਕ੍ਰਿਤੀ ਹੀ ਇੱਕ ਮਨੁੱਖ ਨੂੰ ਸਹੀ ਪ੍ਰਾਣੀ ਜਾਂ ਸਹੀ ਇਨਸਾਨ ਬਣਾਉਂਦੀ ਹੈ। ਸੰਸਕ੍ਰਿਤੀ ਜਾਂ ਸੱਭਿਆਚਾਰ ਇੱਕ ਅਜਿਹੀ ਚੀਜ਼ ਹੈ ਜੋ ਇੱਕ ਵਿਅਕਤੀ ਨੂੰ ਜਾਂ ਇੱਕ ਪ੍ਰਾਣੀ ਨੂੰ ਇੱਕ ਮਨੁੱਖ ਬਣਾਉਂਦੀ ਹੈ, ਇੱਕ ਸੱਭਿਅਕ ਪ੍ਰਾਣੀ ਬਣਾਉਂਦੀ ਹੈ। ਸੋ ਜੇਕਰ ਅਸੀਂ ਪਸ਼ੂਆਂ ਜਾਂ ਵਿਅਕਤੀ ਦੇ ਵਿੱਚ ਅੰਤਰ ਦੀ ਗੱਲ ਕਰੀਏ ਤਾਂ ਉਹ ਸੰਸਕ੍ਰਿਤੀ ਹੀ ਹੈ ਜੋ ਇੱਕ ਮਨੁੱਖ ਦੇ ਕੋਲ ਹੈ, ਇੱਕ ਵਿਅਕਤੀ ਕੋਲ ਹੈ, ਬਟ ਇੱਕ ਪਸ਼ੂ ਦੇ ਕੋਲ ਨਹੀਂ ਹੈ। ਇਸ ਕਰਕੇ ਜਿੱਥੇ ਮੈਂ ਭੌਤਿਕ ਅਤੇ ਅਭੌਤਿਕ ਸੰਸਕ੍ਰਿਤੀ ਦਾ ਵੀ ਇੱਥੇ ਵਰਣਨ ਕੀਤਾ ਸੀ, ਸੋ ਉਸਦੇ ਵਿੱਚ ਵੀ ਇਹੀ ਹੈ ਕਿ ਉਹ ਸੰਸਕ੍ਰਿਤੀ ਜਿਸ ਨੂੰ ਇੱਕ ਵਿਅਕਤੀ ਆਪਣੀਆਂ ਅੱਖਾਂ ਨਾਲ ਦੇਖ ਸਕਦਾ ਹੈ, ਉਹ ਚੀਜ਼ਾਂ ਨੂੰ ਹੱਥ ਨਾਲ ਛੂਹ ਸਕਦਾ ਹੈ, ਉਹ ਸਭ ਕੁਝ ਭੌਤਿਕ ਰੂਪ ਦੇ ਵਿੱਚ ਹੋਏਗੀ। ਉਸ ਨੂੰ ਭੌਤਿਕ ਸੰਸਕ੍ਰਿਤੀ ਦਾ ਇੱਕ ਰੂਪ ਮੰਨਿਆ ਜਾਏਗਾ ਜਾਂ ਭੌਤਿਕ ਸੰਸਕ੍ਰਿਤੀ ਮੰਨਿਆ ਜਾਏਗਾ। ਇਸ ਦੇ ਵਿਪਰੀਤ ਅਭੌਤਿਕ ਸੰਸਕ੍ਰਿਤੀ ਉਹ ਚੀਜ਼ ਹੁੰਦੀ ਹੈ ਜੋ ਸਿਰਫ ਭਾਵਨਾਵਾਂ ਉਹ ਕਰਦੀ ਹੈ, ਐਕਸਪ੍ਰੈਸ ਕਰਦੀ ਹੈ, ਜਾਂ ਜਿਸ ਨੂੰ ਹੱਥ ਲਾ ਕੇ ਛੂਹਿਆ ਨਹੀਂ ਜਾ ਸਕਦਾ ਜਾਂ ਫਿਰ ਉਸਨੂੰ ਅੱਖਾਂ ਨਾਲ ਦੇਖਿਆ ਨਹੀਂ ਜਾ ਸਕਦਾ, ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ। ਇਸ ਕਰਕੇ ਜੋ ਅਭੌਤਿਕ ਸੰਸਕ੍ਰਿਤੀ ਹੈ ਉਸਦੇ ਵਿੱਚ ਇੱਕ ਵਿਅਕਤੀ ਦੇ ਵਿਚਾਰ, ਉਸਦੀਆਂ ਭਾਵਨਾਵਾਂ, ਉਸਦਾ ਮਨ, ਇਹ ਸਾਰੀਆਂ ਚੀਜ਼ਾਂ ਸ਼ਾਮਿਲ ਹੁੰਦੀਆਂ ਹਨ। ਰੀਤੀ ਰਿਵਾਜ, ਪਰਿਮਾਪ, ਕਦਰਾਂ ਕੀਮਤਾਂ, ਇਹ ਸਭ ਕੁਝ ਅਭੌਤਿਕ ਸੰਸਕ੍ਰਿਤੀ ਦੇ ਵਿੱਚ ਆਉਂਦੀਆਂ। ਸੋ ਹੁਣ ਅੱਗੇ ਗੱਲ ਕਰਦੇ ਹਾਂ ਸਮੀਕਰਨ ਦੀ, ਜੋ ਸਭ ਤੋਂ ਪਹਿਲਾ ਵਿਸ਼ਾ ਹੈ ਆਪਣੇ ਅੱਜ ਦੇ ਲੈਕਚਰ ਦਾ। ਸੋ ਸਮੀਕਰਨ ਇੱਕ ਅੰਗਰੇਜ਼ੀ ਸ਼ਬਦ ਦਾ ਰੂਪਾਂਤਰਣ, ਜਾਂ ਇਸ ਨੂੰ ਕਹਿ ਸਕਦੇ ਹਾਂ ਕਿ ਇੱਕ ਅੰਗਰੇਜ਼ੀ ਸ਼ਬਦ, ਅੰਗਰੇਜ਼ੀ ਦੇ ਅਸਿਮੀਲੇਸ਼ਨ ਸ਼ਬਦ ਦਾ ਰੂਪਾਂਤਰਣ ਹੈ ਸਮੀਕਰਨ। ਸੋ ਇਹ ਉਹ ਸਮੂਹ ਹੈ ਜਿਸ ਦੁਆਰਾ ਵੱਖ-ਵੱਖ ਸੱਭਿਆਚਾਰਾਂ ਨਾਲ ਸੰਬੰਧਿਤ ਵਿਅਕਤੀ ਇਕਜੁੱਟ ਹੁੰਦਾ ਹੈ। ਸੋ ਜਦੋਂ ਦੋ ਵੱਖ-ਵੱਖ ਸੰਸਕ੍ਰਿਤੀਆਂ ਦੇ ਲੋਕ ਇੱਕ ਦੂਸਰੇ ਦੇ ਸੰਪਰਕ ਵਿੱਚ ਆਉਂਦੇ ਹਨ, ਉਸ ਨੂੰ ਵੀ ਸਮੀਕਰਨ ਦਾ ਨਾਮ ਦਿੱਤਾ ਜਾ ਸਕਦਾ ਹੈ। ਸਮੀਕਰਨ ਆਪਣੇ ਆਪ ਦੇ ਵਿੱਚ ਇੱਕ ਅਜਿਹਾ ਵਿਸ਼ਾ ਹੈ ਜਿਸ ਦੇ ਵਿੱਚ ਸੱਭਿਆਚਾਰ ਦੀ ਗੱਲ ਹੋ ਰਹੀ ਹੈ, ਸੰਸਕ੍ਰਿਤੀ ਦੀ ਗੱਲ ਹੋ ਰਹੀ ਹੈ ਅਤੇ ਦੋ ਵੱਖੋ ਵੱਖਰੇ ਸੱਭਿਆਚਾਰਾਂ ਦੀ ਗੱਲ ਹੋਊਗੀ। ਉਹ ਦੋ ਵਿਅਕਤੀ ਜੋ ਵੱਖੋ ਵੱਖਰੀਆਂ ਸੰਸਕ੍ਰਿਤੀਆਂ ਨਾਲ ਸੰਬੰਧਿਤ ਰੱਖਦੇ ਹਨ, ਜਦੋਂ ਉਹ ਦੋਨੋਂ ਵਿਅਕਤੀ ਜਾਂ ਜਦੋਂ ਉਹ ਦੋ ਸੰਸਕ੍ਰਿਤੀਆਂ ਇਕਜੁੱਟ ਹੋ ਜਾਂਦੀਆਂ ਹਨ, ਇਕੱਠੀਆਂ ਮਿਲ ਜਾਂਦੀਆਂ ਹਨ, ਇੱਕ ਦੂਸਰੇ ਉੱਤੇ ਨਿਰਭਰ ਕਰਨ ਲੱਗ ਜਾਂਦੀਆਂ ਹਨ, ਉਸਨੂੰ ਅਸਿਮੀਲੇਸ਼ਨ ਜਾਂ ਸਮੀਕਰਨ ਦਾ ਨਾਮ ਦਿੱਤਾ ਗਿਆ ਹੈ। ਸੋ ਦੋ ਸੱਭਿਆਚਾਰਾਂ ਦਾ ਦੇ ਵਿੱਚ ਏਕਤਾ ਹੋਣੀ ਵੀ ਅਸਿਮੀਲੇਸ਼ਨ ਹੈ, ਸਮੀਕਰਨ ਹੈ। ਜਦੋਂ ਦੋ ਵੱਖੋ ਵੱਖਰੀ ਸੰਸਕ੍ਰਿਤੀਆਂ ਦੇ ਲੋਕ ਵੱਖੋ ਵੱਖਰੇ ਤੱਤਾਂ ਦੇ ਨੂੰ ਉਹਨਾਂ ਨੇ ਅਪਣਾਇਆ ਹੁੰਦਾ ਹੈ, ਕਿਉਂਕਿ ਹਰ ਇੱਕ ਸੰਸਕ੍ਰਿਤੀ ਦੇ ਆਪਣੇ ਅਲੱਗ ਤੋਂ ਤੱਤ ਹੁੰਦੇ ਹਨ, ਕਦਰਾਂ ਕੀਮਤਾਂ, ਪਰਿਮਾਪ, ਵਿਸ਼ਵਾਸ, ਸੰਸਕਾਰ, ਇਹ ਸਭ ਕੁਝ ਵੱਖੋ ਵੱਖਰੇ ਹੁੰਦੇ ਹਨ। ਤੇ ਜਦੋਂ ਇੱਕ ਸੰਸਕ੍ਰਿਤੀ ਦੇ ਵਿਅਕਤੀਆਂ ਨੇ ਆਪਣੇ ਤੱਤਾਂ ਨੂੰ ਅਪਣਾਉਂਦੇ ਹੋਏ ਦੂਜੇ ਵਿਅਕਤੀ ਤੋਂ ਵੀ, ਜੋ ਦੂਜੀ ਸੰਸਕ੍ਰਿਤੀ ਨਾਲ ਸੰਬੰਧਿਤ ਹੈ, ਜਦੋਂ ਉਹ ਦੂਜੇ ਵਿਅਕਤੀ ਤੋਂ ਵੀ ਪ੍ਰਭਾਵਿਤ ਹੁੰਦੇ ਹਨ ਜਾਂ ਦੂਜੇ ਵਿਅਕਤੀ ਨਾਲ, ਦੂਜੇ ਸੰਸਕ੍ਰਿਤੀ ਦੇ ਵਿਅਕਤੀ ਨਾਲ ਮੇਲ ਜੋਲ ਖਾਂਦੇ ਹਨ, ਜਾਂ ਜਦੋਂ ਉਹ ਸੰਪਰਕ ਵਿੱਚ ਆਉਂਦੇ ਹਨ, ਤਦ ਉਸਨੂੰ ਅਸਿਮੀਲੇਸ਼ਨ
ਜਾਂ ਸਮੀਕਰਨ ਦਾ ਨਾਮ ਦਿੱਤਾ ਜਾਂਦਾ ਹੈ। ਸੋ ਇਸ ਵਿੱਚ ਵੱਖ-ਵੱਖ ਸਮੂਹਾਂ ਦੇ ਲੋਕਾਂ ਦੀਆਂ ਭਾਵਨਾਵਾਂ, ਸੋਚ, ਵਿਵਹਾਰ ਜਾਂ ਉਹ ਕਿਵੇਂ ਵਿਵਹਾਰ ਕਰਦੇ ਹਨ, ਉਹਨਾਂ ਦੇ ਵਿਚਕਾਰ ਏਕਤਾ ਸ਼ਾਮਿਲ ਹੁੰਦੀ ਹੈ। ਸੋ ਜਦੋਂ ਵੱਖ-ਵੱਖ ਸੰਸਕ੍ਰਿਤੀਆਂ ਦੇ ਲੋਕਾਂ ਦੀਆਂ ਭਾਵਨਾਵਾਂ, ਜੋ ਉਹ ਸੋਚਦੇ ਹਨ, ਉਹਨਾਂ ਦੀ ਸੋਚ, ਉਹਨਾਂ ਦੀਆਂ ਫੀਲਿੰਗਸ, ਉਹਨਾਂ ਦੀ ਥਿੰਕਿੰਗ ਜਾਂ ਉਹ ਜਿਵੇਂ ਬਿਹੇਵ ਕਰਦੇ ਹਨ ਜਾਂ ਵਿਵਹਾਰ ਕਰਦੇ ਹਨ, ਇਹਨਾਂ ਸਾਰਿਆਂ ਦੇ ਵਿਚਕਾਰ ਏਕਤਾ ਦਾ ਹੋਣਾ ਜ਼ਰੂਰੀ ਹੈ। ਜੇ ਏਕਤਾ ਨਹੀਂ ਹੋਏਗੀ, ਜੇ ਦੋ ਵੱਖੋ ਵੱਖਰੀਆਂ ਸੰਸਕ੍ਰਿਤੀਆਂ ਦੇ ਲੋਕਾਂ ਦੇ ਵਿੱਚ ਏਕਤਾ ਨਹੀਂ ਹੋਏਗੀ, ਤਦ ਉੱਥੇ ਸਮੀਕਰਨ ਵਿਸ਼ਾ ਵੀ ਨਹੀਂ ਦੇਖਣ ਨੂੰ ਮਿਲੇਗਾ। ਕਿਉਂਕਿ ਸਮੀਕਰਨ ਇੱਕ ਅਜਿਹਾ ਸ਼ਬਦ ਹੈ ਜੋ ਕਿ ਹੈ ਵੱਖ-ਵੱਖ ਵਿਅਕਤੀਆਂ ਜਾਂ ਸਮੂਹਾਂ ਦੇ ਵਿਵਹਾਰ ਕਰਨ ਦੇ ਤਰੀਕਿਆਂ ਨੂੰ, ਇਸ ਦੀਆਂ ਭਾਵਨਾਵਾਂ ਨੂੰ, ਕਦਰਾਂ ਕੀਮਤਾਂ ਨੂੰ, ਵਿਚਾਰਾਂ ਨੂੰ, ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਏਕਤਾ ਨੂੰ ਸਥਾਪਿਤ ਕਰਦਾ। ਸੋ ਏਕਤਾ ਆਖਿਰਕਾਰ ਹੈ ਕੀ? ਏਕਤਾ ਨੂੰ ਵਨਨੈਸ, ਅਸੀਂ ਦੀ ਭਾਵਨਾ, ਵੀ ਫੀਲਿੰਗ, ਇਸ ਚੀਜ਼ ਦਾ ਨਾਮ ਦਿੱਤਾ ਗਿਆ ਹੈ। ਜਦੋਂ ਵਿਅਕਤੀਆਂ ਦੇ ਵਿੱਚ ਭਾਈਚਾਰੇ ਦੀ ਭਾਵਨਾ ਪਾਈ ਜਾਂਦੀ ਹੈ, ਜਦੋਂ ਵਿਅਕਤੀ ਇਕਜੁੱਟ ਹੋ ਜਾਂਦੇ ਹਨ, ਇੱਕ ਦੂਸਰੇ ਤੋਂ ਬਿਨਾਂ ਕਿਸੇ ਗਿਲੇ ਸ਼ਿਕਵੇ ਨਾਲੋਂ ਇੱਕ ਦੂਜੇ ਦੇ ਨਾਲ ਮਿਲ ਵਰਤ ਕੇ ਕੰਮ ਕਰਦੇ ਹਨ ਅਤੇ ਇੱਕ ਦੂਜੇ ਦੀ ਸਹਾਇਤਾ ਵੀ ਕਰਦੇ ਹਨ ਕਿ ਵਿਅਕਤੀ ਸਮਾਜ ਦੇ ਵਿੱਚ ਰਹਿ ਕੇ ਆਪਣੀਆਂ ਲੋੜਾਂ ਨੂੰ, ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕੇ। ਸੋ ਇਸੇ ਵਿਸ਼ੇ ਦੇ ਵਿੱਚ, ਇਸੇ ਹੀ ਢੰਗ ਦੇ ਨਾਲ ਆਪਾਂ ਇਸ ਦੇ ਵਿੱਚ ਏਕਤਾ ਦੇ ਨੂੰ ਸਮੀਕਰਨ ਦੇ ਨਾਲ ਜੋੜ ਦਿੱਤਾ ਗਿਆ। ਸੋ ਇਸ ਦੇ ਵਿੱਚ ਕੀ ਹੈ, ਜਦੋਂ ਵੱਖੋ ਵੱਖਰੇ ਸੱਭਿਆਚਾਰ ਦੇ ਲੋਕ ਇੱਕ ਦੂਜੇ ਦੇ ਨੇੜੇ ਆਉਂਦੇ ਹਨ ਤਾਂ ਇਕਸੁਰਤਾ ਪਾਈ ਜਾਂਦੀ ਹੈ, ਏਕੀਕਰਨ ਪਾਇਆ ਜਾਂਦਾ ਹੈ, ਅਸੀਂ ਦੀ ਭਾਵਨਾ ਪਾਈ ਜਾਂਦੀ ਹੈ। ਸੋ ਇਸੇ ਤਰ੍ਹਾਂ ਇਹ ਕਹਿ ਸਕਦੇ ਹਾਂ ਕਿ ਸ਼ੁਰੂ ਵਿੱਚ ਤਾਂ ਇਹ ਇੱਕ ਦੂਜੇ ਦੇ ਵਿਰੋਧੀ ਹੁੰਦੇ ਹਨ, ਜਾਂ ਜੇ ਗੱਲ ਕਰੀਏ ਤਾਂ ਸ਼ੁਰੂਆਤ ਜਦੋਂ ਸਮੀਕਰਨ ਦੀ ਹੁੰਦੀ ਹੈ ਤਾਂ ਜਦੋਂ ਦੋ ਵੱਖੋ ਵੱਖਰੀ ਸੰਸਕ੍ਰਿਤੀਆਂ ਦੇ ਲੋਕ ਇੱਕ ਦੂਸਰੇ ਦੇ ਨਾਲ ਮਿਲਦੇ ਹਨ ਤਾਂ ਸ਼ੁਰੂ ਵਿੱਚ ਕੀ ਹੈ, ਉਹ ਇੱਕ ਦੂਜੇ ਦੇ ਵਿਰੋਧੀ ਹੁੰਦੇ ਹਨ ਤੇ ਜਾਂ ਵੱਖ-ਵੱਖ ਸੱਭਿਆਚਾਰਾਂ ਦੇ ਲੋਕ ਇੱਕ ਦੂਜੇ ਦੇ ਵਿਰੁੱਧ ਦੇ ਵਿੱਚ ਹੁੰਦੇ ਹਨ। ਪਰ ਹੌਲੀ-ਹੌਲੀ ਉਹ ਇਕੱਠੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਇੱਕ ਦੂਜੇ ਦੇ ਨੇੜੇ ਆ ਜਾਂਦੇ। ਜਦੋਂ ਦੋ ਵੱਖੋ ਵੱਖਰੀਆਂ ਸੰਸਕ੍ਰਿਤੀਆਂ ਵਾਲੇ ਲੋਕ ਇੱਕ ਦੂਜੇ ਨਾਲ ਸੰਪਰਕ ਵਿੱਚ ਆਉਣਗੇ, ਇੱਕ ਦੂਜੇ ਨਾਲ ਗੱਲਬਾਤ ਕਰਨਗੇ, ਤਦੋਂ ਉਹ ਇਕੱਠੇ ਹੋ ਜਾਣਗੇ, ਇਕੱਠੇ ਮਿਲ ਕੇ ਕੰਮ ਕਰਨਗੇ, ਸਮਾਜ ਦੇ ਵਿੱਚ ਰਹਿ ਕੇ ਇਕੱਠੀਆਂ ਹੀ ਅੰਤਰ ਕਿਰਿਆਵਾਂ ਕਰਨਗੇ। ਕਿਉਂਕਿ ਸਮਾਜ ਕੀ ਹੈ? ਸਮਾਜ ਮਨੁੱਖਾਂ ਦਾ ਉਹ ਜਾਲ ਹੈ, ਸਮਾਜਿਕ ਸੰਬੰਧਾਂ ਦਾ ਉਹ ਜਾਲ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਸਮਾਜ ਦੇ ਵਿੱਚ ਰਹਿ ਕੇ ਕੰਮ ਕਰਦਾ ਹੈ, ਆਪਣੀਆਂ ਲੋੜਾਂ ਨੂੰ, ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ, ਆਪਣੇ ਮਿੱਥੇ ਹੋਏ ਟੀਚੇ ਨੂੰ ਵੀ ਪੂਰਾ ਕਰਦਾ ਹੈ। ਉਹ ਆਪਣੇ ਗੋਲਸ ਨੂੰ, ਆਪਣੇ ਆਬਜੈਕਟਿਵਸ ਨੂੰ, ਜਾਂ ਇਸ ਨੂੰ ਪੰਜਾਬੀ ਦੇ ਵਿੱਚ ਆਪਣੇ ਉਦੇਸ਼ਾਂ ਨੂੰ ਕਹਿ ਸਕਦੇ ਹਾਂ, ਸੋ ਆਪਣੇ ਉਦੇਸ਼ਾਂ ਨੂੰ ਪੂਰਾ ਕਰਦਾ ਹੈ। ਜਦੋਂ ਇੱਕ ਵਿਅਕਤੀ ਆਪਣੇ ਉਦੇਸ਼ਾਂ ਨੂੰ ਪੂਰਾ ਕਰਨ ਬਾਰੇ ਚੱਲ ਪੈਂਦਾ ਹੈ ਜਾਂ ਸੋਚਣਾ ਸ਼ੁਰੂ ਕਰ ਦਿੰਦਾ ਹੈ, ਤਦੋਂ ਉਹ ਸਮਾਜ ਦੇ ਵਿੱਚ ਰਹਿ ਕੇ ਵੱਖੋ ਵੱਖਰੀਆਂ ਗਤੀਵਿਧੀਆਂ ਕਰਦਾ ਹੈ। ਜਦੋਂ ਵੱਖੋ ਵੱਖਰੀਆਂ ਗਤੀਵਿਧੀਆਂ ਕਰਨੀਆਂ ਸ਼ੁਰੂ ਕਰਦਾ ਹੈ ਤਦ ਇਹ ਸੁਭਾਵਿਕ ਹੈ ਕਿ ਇੱਕ ਵਿਅਕਤੀ ਦੂਸਰੇ ਦੇ ਨਾਲ ਮਿਲ ਕੇ ਕੰਮ ਕਰੇਗਾ, ਦੂਸਰੇ ਉੱਤੇ ਨਿਰਭਰ ਵੀ ਹੋ ਸਕਦਾ ਹੈ, ਦੂਜੇ ਦੀ ਸਹਾਇਤਾ ਵੀ ਲੈ ਸਕਦਾ ਹੈ ਜਾਂ ਦੂਸਰੇ ਵਿਅਕਤੀ ਨੂੰ ਸਹਾਇਤਾ ਦੇ ਵੀ ਸਕਦਾ ਹੈ। ਇਸ ਕਰਕੇ ਇੱਥੇ ਇਹ ਕਹਿਣਾ ਲਾਜ਼ਮੀ ਹੋ ਜਾਂਦਾ ਹੈ ਕਿ ਜਦੋਂ ਦੋ ਸੰਸਕ੍ਰਿਤੀਆਂ ਇਕੱਠੀਆਂ ਹੋਣਗੀਆਂ ਉਸ ਨੂੰ ਸਮੀਕਰਨ ਦਾ ਨਾਮ ਦਿੱਤਾ ਜਾਏਗਾ। ਸੋ ਸ਼ੁਰੂ ਵਿੱਚ ਤਾਂ ਇਹ ਵੱਖੋ ਵੱਖਰੇ ਸੱਭਿਆਚਾਰ ਦੇ ਲੋਕ ਇੱਕ ਦੂਜੇ ਦੇ ਵਿਰੁੱਧ ਦੇ ਵਿੱਚ ਹੁੰਦੇ ਹਨ, ਪਰ ਹੌਲੀ ਹੌਲੀ ਇਹ ਇਕੱਠੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਇੱਕ ਦੂਜੇ ਦੇ ਨੇੜੇ ਜਾਂ ਨਜ਼ਦੀਕ ਆ ਜਾਂਦੇ। ਫਿਰ ਵੱਖੋ ਵੱਖਰੀ ਜੋ ਸੱਭਿਆਚਾਰ ਹੈ ਉਹ ਆਪਣੀ ਜੋ ਸਾਂਝੀ ਸੋਚ ਹੈ, ਉਹਨਾਂ ਦਾ ਜੋ ਸਾਂਝੇ ਵਿਚਾਰ ਹਨ, ਜੋ ਇੱਕ ਸਮੂਹ ਦੇ ਵਿੱਚ ਬਣ ਜਾਂਦੇ ਹਨ। ਇੱਕ ਵਿਅਕਤੀ ਜਦੋਂ ਦੂਸਰੇ ਵਿਅਕਤੀ ਨਾਲ ਮਿਲਵਰਤਨ ਰੱਖਦਾ ਹੈ ਜਾਂ ਦੂਜੇ ਵਿਅਕਤੀ ਨਾਲ ਮੇਲ ਜੋਲ ਰੱਖਦਾ ਹੈ ਤਦ ਉਹ ਇੱਕ ਸਮੂਹ ਦਾ ਨਿਰਮਾਣ ਕਰਦਾ ਹੈ। ਸੋ ਉਹ ਸਮੂਹ ਜਿਸ ਦੇ ਵਿੱਚ ਦੋ ਜਾਂ ਦੋ ਤੋਂ ਵੱਧ ਵਿਅਕਤੀ ਸ਼ਾਮਿਲ ਹੁੰਦੇ ਹਨ, ਔਰ ਇਹ ਜੋ ਦੋ ਵਿਅਕਤੀ ਹੋਣਗੇ ਜਾਂ ਦੋ ਤੋਂ ਵੱਧ ਵਿਅਕਤੀ ਹੋਣਗੇ, ਇਸ ਦੋਨੋਂ ਹੀ ਵੱਖੋ ਵੱਖਰੀਆਂ ਸੰਸਕ੍ਰਿਤੀਆਂ ਦੇ ਹੋਣਗੇ। ਉਦਾਹਰਨ ਦੇ ਤੌਰ ਤੇ ਇੱਕ ਪੰਜਾਬੀ ਹੋ ਸਕਦਾ ਹੈ, ਪੰਜਾਬ ਦੀ ਸੰਸਕ੍ਰਿਤੀ ਦੇ ਨਾਲ ਸੰਬੰਧਿਤ ਹੋ ਸਕਦਾ ਹੈ, ਦੂਜਾ ਬੰਗਾਲ ਦੀ ਸਥਿਤੀ ਨਾਲ ਜੋ ਸੰਸਕ੍ਰਿਤੀ ਹੈ ਉਸ ਨਾਲ ਸੰਬੰਧਿਤ ਹੋ ਸਕਦਾ ਹੈ। ਸੋ ਇਸੇ ਢੰਗ ਨਾਲ ਉਹ ਇੱਕ ਸਮੂਹ ਬਣਾਉਣਗੇ ਜਿਸ ਦੇ ਵਿੱਚ ਦੋ ਵਿਅਕਤੀ ਜਾਂ ਦੋ ਤੋਂ ਵੱਧ ਵਿਅਕਤੀ ਵੱਖੋ ਵੱਖਰੀਆਂ ਸੰਸਕ੍ਰਿਤੀਆਂ ਨਾਲ ਸੰਬੰਧਿਤ ਹੋਣਗੇ ਤੇ ਉਹ ਕਿਸੇ ਵੀ ਕਾਰਨ ਉਹ ਸਮੂਹ ਬਣਾਉਣਗੇ, ਉਸ ਸਮੂਹ ਦੇ ਵਿੱਚ ਉਦੇਸ਼ਾਂ ਨੂੰ ਪੂਰਾ ਕਰਨਗੇ, ਇਕੱਠੇ ਮਿਲ ਕੇ ਕੰਮ ਕਰਨਗੇ, ਜਿਸ ਨੂੰ ਸਮੀਕਰਨ ਦਾ ਨਾਮ ਦੇ ਦਿੱਤਾ ਗਿਆ ਹੈ। ਅਤੇ ਇਹ ਨਵਾਂ ਸੱਭਿਆਚਾਰ, ਇਸ ਦੇ ਨਾਲ ਕੀ ਹੈ, ਇੱਕ ਨਵਾਂ ਸੱਭਿਆਚਾਰ ਵੀ ਵਿਕਸਿਤ ਹੋਣਾ ਸ਼ੁਰੂ ਹੋ ਜਾਂਦਾ ਹੈ। ਤੇ ਜਦੋਂ ਇੱਕ ਨਵਾਂ ਸੱਭਿਆਚਾਰ ਦੇਖਣ ਨੂੰ ਮਿਲੇਗਾ
ਉੱਥੇ ਸਮੀਕਰਨ ਦਾ ਜਨਮ ਹੋ ਜਾਏਗਾ, ਜਾਂ ਕਹਿ ਸਕਦੇ ਹਾਂ ਕਿ ਉੱਥੇ ਸਮੀਕਰਨ ਵੀ, ਅਸਿਮੀਲੇਸ਼ਨ ਵੀ ਦੇਖਣ ਨੂੰ ਮਿਲੇਗਾ। ਇਸ ਕਰਕੇ ਵੱਖ-ਵੱਖ ਸੱਭਿਆਚਾਰ ਸਮੂਹਾਂ ਦਾ ਸੁਮੇਲ ਜਾਂ ਉਹਨਾਂ ਦਾ ਇਕੱਠ ਹੋਣਾ, ਇਕਜੁੱਟਤਾ ਹੋਣੀ ਵੀ ਸਮੀਕਰਨ ਦਾ ਹੀ ਅਰਥ ਹੈ। ਇਸ ਦੀ ਪਰਿਭਾਸ਼ਾ ਵੀ ਇੱਥੇ ਜ਼ਰੂਰ ਦੇਣੀ ਬਣਦੀ ਹੈ। ਵੋਗਾਰਡਸ ਦੇ ਅਨੁਸਾਰ, ਵੋਗਾਰਡਸ ਇੱਕ ਸਮਾਜ ਵਿਗਿਆਨੀ ਹੋਏ ਹਨ ਜਿਨ੍ਹਾਂ ਨੇ ਕਈ ਵਿਸ਼ਿਆਵਾਂ ਤੇ ਆਪਣੀ ਪਰਿਭਾਸ਼ਾਵਾਂ, ਆਪਣੇ ਗਿਆਨ ਦੇ ਨਾਲ ਲੋਕਾਂ ਨੂੰ ਆਪਣੀ ਜੋ ਗੱਲ ਹੈ, ਜੋ ਵਿਸ਼ਾ ਹੈ, ਉਹ ਸਪਸ਼ਟ ਕੀਤਾ ਹੈ। ਸੋ ਵੋਗਾਰਡਸ ਦੇ ਅਨੁਸਾਰ ਸਮੀਕਰਨ ਇੱਕ ਉਸ ਤਰ੍ਹਾਂ ਦੀ ਇੱਕ ਪ੍ਰਕਿਰਿਆ ਹੈ ਜਿਸ ਨਾਲ ਅਨੇਕ ਵਿਅਕਤੀਆਂ ਦੇ ਦ੍ਰਿਸ਼ਟੀਕੋਣ ਰਲ ਮਿਲ ਜਾਂਦੇ ਹਨ ਅਤੇ ਨਤੀਜੇ ਵਜੋਂ ਇੱਕ ਨਵੇਂ ਸਮੂਹ ਵਿਕਸਿਤ ਹੋ ਜਾਂਦੇ ਹਨ। ਸੋ ਇਹ ਇੱਕ ਤਰ੍ਹਾਂ ਦੀ ਪ੍ਰਕਿਰਿਆ ਹੈ, ਇੱਕ ਤਰ੍ਹਾਂ ਦਾ ਪ੍ਰੋਸੈਸ ਹੈ ਜੋ ਇਹ ਸਮੀਕਰਨ ਹੈ, ਜਿਸ ਦੇ ਵਿੱਚ ਵੱਖੋ ਵੱਖਰੇ ਦ੍ਰਿਸ਼ਟੀਕੋਣ ਵਾਲੇ ਲੋਕ, ਵੱਖੋ ਵੱਖਰੀਆਂ ਸੰਸਕ੍ਰਿਤੀਆਂ ਵਾਲੇ ਲੋਕ ਜਾਂ ਅਲੱਗ-ਅਲੱਗ ਉਹਨਾਂ ਦੀਆਂ ਭਾਵਨਾਵਾਂ, ਉਹਨਾਂ ਦੇ ਵਿਚਾਰ ਵੱਖੋ ਵੱਖਰੇ ਹੋਣਗੇ। ਸੋ ਜਦੋਂ ਵੱਖ-ਵੱਖ ਸੰਸਕ੍ਰਿਤੀਆਂ ਅਤੇ ਵੱਖ-ਵੱਖ ਦ੍ਰਿਸ਼ਟੀਕੋਣ ਵਾਲੇ ਲੋਕ ਰਲ ਮਿਲ ਜਾਂਦੇ ਹਨ, ਇੱਕ ਦੂਜੇ ਨਾਲ ਸੰਪਰਕ ਵਿੱਚ ਆਉਂਦੇ ਹਨ, ਇੱਕ ਦੂਜੇ ਨਾਲ ਇਕੱਠੇ ਰਲ ਕੇ ਸਮਾਜ ਦੇ ਵਿੱਚ ਇੰਟਰੈਕਟ ਕਰਦੇ ਹਨ, ਅੰਤਰਕਿਰਿਆਵਾਂ ਕਰਦੇ ਹਨ, ਮੇਲ ਜੋਲ ਰੱਖਦੇ ਹਨ, ਤਾਂ ਇਸ ਦੇ ਨਾਲ ਕੀ ਹੈ, ਇੱਕ ਨਵਾਂ ਸਮੂਹ ਵਿਕਸਿਤ ਹੁੰਦਾ ਹੈ। ਔਰ ਜਦੋਂ ਉਹ ਨਵਾਂ ਸਮੂਹ ਦਾ ਵਿਕਾਸ ਹੋਣਾ ਸ਼ੁਰੂ ਹੋ ਜਾਂਦਾ ਹੈ, ਜਦੋਂ ਉਹ ਇੱਕ ਗਰੁੱਪ ਡਿਵੈਲਪ ਹੋਣਾ ਸ਼ੁਰੂ ਹੋ ਜਾਂਦਾ ਹੈ, ਉਸ ਨੂੰ ਅਸਿਮੀਲੇਸ਼ਨ ਦੇ ਅਧੀਨ ਹੀ ਮੰਨਿਆ ਜਾਂਦਾ ਹੈ। ਕਿਉਂਕਿ ਜਦੋਂ ਇੱਕ ਨਵਾਂ ਸਮੂਹ ਵਿਕਸਿਤ ਹੋਏਗਾ ਤਾਂ ਉੱਥੇ ਲੋਕਾਂ ਦੀਆਂ ਜੋ ਉਮੀਦਾਂ ਹੈ ਉਹ ਹੋਰ ਵੀ ਵੱਧ ਜਾਣਗੀਆਂ, ਲੋਕ ਇੱਕ ਦੂਜੇ ਦੀ ਸਹਾਇਤਾ ਕਰਨਗੇ, ਸਮਾਜ ਨੂੰ ਇੱਕ ਸਹੀ ਢੰਗ ਨਾਲ, ਸਹੀ ਦਿਸ਼ਾ ਦੇ ਵਿੱਚ ਅੱਗੇ ਚਲਾਉਣਗੇ। ਇਸ ਕਰਕੇ ਇੱਥੇ ਇਹ ਜ਼ਰੂਰੀ ਹੈ, ਸਮਾਜ ਕਿਉਂਕਿ ਆਪਣਾ ਕੀ ਹੈ, ਲੋਕਾਂ ਦਾ ਹੀ ਇਕੱਠ ਹੈ, ਜਿੱਥੇ ਲੋਕ ਅਲੱਗ-ਅਲੱਗ ਭਾਸ਼ਾਵਾਂ, ਲੋਕਾਂ ਦੀਆਂ ਵੱਖ-ਵੱਖ ਭਾਸ਼ਾਵਾਂ ਨਾਲ ਸੰਬੰਧਿਤ ਹਨ, ਵੱਖ-ਵੱਖ ਉਹਨਾਂ ਦੇ ਧਰਮ, ਜਾਤ, ਨਸਲ, ਉਮਰ, ਲਿੰਗ, ਸਭ ਕੁਝ ਕੀ ਹੈ, ਵੱਖੋ ਵੱਖਰਾ ਹੈ। ਸੋ ਵੱਖੋ ਵੱਖਰਾ ਹੋਣ ਦੇ ਬਾਵਜੂਦ ਵੀ ਵਿਅਕਤੀ ਇੱਕ ਦੂਜੇ ਨਾਲ ਰਲ ਮਿਲ ਕੇ ਕੰਮ ਕਰਦਾ ਹੈ, ਇੱਕ ਦੂਸਰੇ ਨਾਲ ਸੰਪਰਕ ਸਥਾਪਿਤ ਕਰਦਾ ਹੈ, ਤੇ ਜਦੋਂ ਸੰਪਰਕ ਸਥਾਪਿਤ ਕਰਦਾ ਹੋਇਆ ਉਹ ਵਿਅਕਤੀ ਇੱਕ ਨਵੇਂ ਸਮੂਹ ਦਾ ਵੀ ਨਿਰਮਾਣ ਕਰਦਾ ਹੈ, ਜਾਂ ਦੂਸਰੇ ਵਿਅਕਤੀਆਂ ਨਾਲ ਜੋ ਜਿਨ੍ਹਾਂ ਦਾ ਦ੍ਰਿਸ਼ਟੀਕੋਣ ਵੱਖੋ ਵੱਖਰਾ ਹੈ, ਕਿਉਂਕਿ ਸਮਾਜ ਦੇ ਵਿੱਚ ਕੋਈ ਵੀ ਦੋ ਵਿਅਕਤੀਆਂ ਦਾ ਦ੍ਰਿਸ਼ਟੀਕੋਣ ਸਮਾਨ ਨਹੀਂ ਹੋਏਗਾ, ਸੇਮ ਨਹੀਂ ਹੋਏਗਾ। ਦੋ ਵਿਅਕਤੀਆਂ ਦੇ ਵਿਚਾਰ ਸੇਮ ਨਹੀਂ ਹੋਣਗੇ, ਦੋ ਵਿਅਕਤੀ ਇੱਕੋ ਢੰਗ ਦੇ ਨਾਲ ਕੰਮ ਜਾਂ ਉਹਨਾਂ ਦਾ ਵਿਵਹਾਰ ਨਹੀਂ ਹੋਏਗਾ। ਸੋ ਇਹ ਸਾਰੀਆਂ ਚੀਜ਼ਾਂ ਵੱਖੋ ਵੱਖਰੀਆਂ ਹੁੰਦੀਆਂ ਹਨ। ਲੋਕਾਂ ਦੇ ਵਿਵਹਾਰ, ਉਹਨਾਂ ਦੇ ਵਿਚਾਰ, ਉਹਨਾਂ ਦਾ ਕੰਮ ਕਰਨ ਦੇ ਤਰੀਕੇ ਅਲੱਗ-ਅਲੱਗ ਹੁੰਦੇ ਹਨ। ਜਦੋਂ ਵਿਚਾਰਾਂ ਦੇ ਵਿੱਚ ਵਿਭਿੰਨਤਾ ਦੇਖਣ ਨੂੰ ਮਿਲੇਗੀ, ਵਿਚਾਰਾਂ ਦੇ ਨਾਲ-ਨਾਲ ਦ੍ਰਿਸ਼ਟੀਕੋਣ ਦੇ ਵਿੱਚ ਵਿਭਿੰਨਤਾ ਦੇਖਣ ਨੂੰ ਮਿਲੇਗੀ, ਤਦ ਆਪਾਂ ਕਹਿ ਸਕਦੇ ਹਾਂ ਕਿ ਸੱਭਿਆਚਾਰ ਵੀ ਵੱਖੋ ਵੱਖਰੇ ਹਨ। ਕਿਉਂਕਿ ਸੱਭਿਆਚਾਰ ਜਾਂ ਸੰਸਕ੍ਰਿਤੀ ਦੇ ਵਿੱਚ ਇਹ ਸਾਰੀਆਂ ਹੀ ਚੀਜ਼ਾਂ ਸ਼ਾਮਿਲ ਹੋ ਜਾਂਦੀਆਂ ਹਨ ਜੋ ਮੈਂ ਪਹਿਲਾਂ ਦੱਸੀਆਂ। ਉਦਾਹਰਨ ਦੇ ਤੌਰ ਤੇ ਕਦਰਾਂ ਕੀਮਤਾਂ, ਪਰਿਮਾਪ, ਸੰਸਕਾਰ, ਰੀਤੀ ਰਿਵਾਜ, ਵਿਵਹਾਰ, ਦ੍ਰਿਸ਼ਟੀਕੋਣ, ਸੋ ਵੱਖੋ ਵੱਖਰੀਆਂ ਚੀਜ਼ਾਂ ਨਾਲ ਲੋਕ ਸੰਬੰਧ ਰੱਖਦੇ ਹਨ, ਅਤੇ ਜਦੋਂ ਅਲੱਗ-ਅਲੱਗ ਸੰਸਕ੍ਰਿਤੀਆਂ ਦੇ ਲੋਕ ਇਕੱਠੇ ਹੋਣਗੇ ਤਾਂ ਇੱਕ ਨਵੀਂ ਸੰਸਕ੍ਰਿਤੀ ਨੂੰ ਜਨਮ ਦੇਣਗੇ। ਔਰ ਇਹੀ ਵੋਗਾਰਡਸ ਦੀ ਪਰਿਭਾਸ਼ਾ ਹੈ। ਇੱਕ ਨਵਾਂ ਸਮੂਹ ਵਿਕਸਿਤ ਹੋ ਜਾਂਦਾ ਹੈ ਜਿਸ ਨੂੰ ਅਸਿਮੀਲੇਸ਼ਨ ਜਾਂ ਸਮੀਕਰਨ ਦਾ ਨਾਮ ਦਿੱਤਾ ਜਾਂਦਾ ਹੈ। ਬੀਜ਼ਨਸ ਅਤੇ ਬੀਜ਼ਨਸ ਦੇ ਅਨੁਸਾਰ, ਜੋ ਇੱਕ ਸਮਾਜ ਵਿਗਿਆਨੀ ਹੋਏ ਹਨ, ਸੋ ਉਹਨਾਂ ਨੇ ਵੀ ਇਹੀ ਕਿਹਾ ਹੈ ਕਿ ਸਮੀਕਰਨ ਉਹ ਸਮਾਜਿਕ ਪ੍ਰਕਿਰਿਆ ਹੈ। ਹੁਣ ਦੇਖੋ, ਸਮੀਕਰਨ ਨੂੰ ਇੱਕ ਸਮਾਜਿਕ ਪ੍ਰਕਿਰਿਆ ਦਾ ਨਾਮ ਦਿੱਤਾ ਹੈ। ਸਮਾਜਿਕ ਸ਼ਬਦ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸ਼ਬਦ ਹੈ ਜੋ ਸਮਾਜ ਵਿਗਿਆਨ ਦੇ ਵਿੱਚ, ਸੋਸ਼ੀਓਲੋਜੀ ਦੇ ਵਿੱਚ ਇਸ ਨੂੰ ਸਟੱਡੀ ਕਰਨ ਦੀ ਜ਼ਰੂਰਤ ਹੈ, ਜਾਂ ਇਸ ਨੂੰ ਸਹੀ ਮਾਇਨੇ ਦੇ ਵਿੱਚ ਇਸ ਨੂੰ ਸਮਝਣ ਦੀ ਲੋੜ ਹੈ। ਸਮਾਜੀਕਰਨ ਕੀ ਹੈ? ਸਮਾਜ ਦੀ ਗੱਲ ਹੋ ਰਹੀ ਹੈ। ਲੋਕ ਸਮਾਜਿਕ ਹਨ ਜਾਂ ਸਮਾਜ ਦਾ ਹਿੱਸਾ ਹਨ, ਸਮਾਜ ਦੇ ਵਿੱਚ ਇੱਕ ਦੂਜੇ ਨਾਲ ਜੁੜੇ ਹੋਏ ਹੁੰਦੇ ਹਨ। ਸੋ ਜਿੱਥੇ ਸ਼ਬਦ ਸਮਾਜਿਕ ਆ ਗਿਆ, ਇਸ ਦਾ ਅਰਥ ਇਹ ਹੈ ਕਿ ਸਮਾਜ ਦੀ ਗੱਲ ਹੋ ਰਹੀ ਹੈ, ਸਮਾਜ ਦੇ ਵਿੱਚ ਲੋਕਾਂ ਦੀ ਗੱਲ ਹੁੰਦੀ ਹੈ। ਸੋ ਬੀਸਨਸ ਅਤੇ ਬੀਸਨਸ ਦੇ ਅਨੁਸਾਰ ਸਮੀਕਰਨ ਉਹ ਸਮਾਜਿਕ ਪ੍ਰਕਿਰਿਆ ਹੈ ਜਿਸ ਦੇ ਦੁਆਰਾ ਵਿਅਕਤੀ ਅਤੇ ਸਮੂਹ ਭਾਵਨਾਵਾਂ, ਕੀਮਤਾਂ, ਉਦੇਸ਼ਾਂ ਦੇ ਸਹਿਭਾਗੀ ਬਣਦੇ। ਸੋ ਸਹਿਭਾਗੀ ਦਾ ਬਣਨ ਦਾ ਇਹ ਅਰਥ ਹੈ ਕਿ ਵਿਅਕਤੀ ਜਾਂ ਇੱਕ ਗਰੁੱਪ ਦੇ ਵਿੱਚ ਜਿੰਨੇ ਵੀ ਵਿਅਕਤੀ ਹੋਣਗੇ ਇੱਕ ਸਮੂਹ ਦੇ ਵਿੱਚ, ਉਹ ਇਹ ਸਾਰੀਆਂ ਚੀਜ਼ਾਂ ਨੂੰ ਸ਼ੇਅਰ ਕਰਨਗੇ, ਸਹਿਭਾਗੀ ਬਣਨਗੇ ਸਮੂਹਿਕ ਭਾਵਨਾਵਾਂ ਨਾਲ, ਕੀਮਤਾਂ ਨਾਲ ਅਤੇ ਉਦੇਸ਼ਾਂ ਨਾਲ, ਜੋ ਇੱਕ ਸਮੂਹ ਦੇ ਵਿੱਚ ਹੋਣਗੀਆਂ। ਭਾਵੇਂ ਸਮੂਹ ਦੇ ਵਿੱਚ
ਮੈਂਬਰਾਂ ਦੀ ਗਿਣਤੀ ਜਿੰਨੀ ਮਰਜ਼ੀ ਹੋਵੇ, ਵੱਧ ਹੋ ਸਕਦੀ ਹੈ, ਘੱਟ ਹੋ ਸਕਦੀ ਹੈ। ਉਹ ਜਦੋਂ ਇੱਕ ਸੱਭਿਆਚਾਰ ਹੀ ਨਵਾਂ ਬਣ ਜਾਏਗਾ, ਇੱਕ ਨਵੀਂ ਸੰਸਕ੍ਰਿਤੀ ਦਾ ਵਿਕਾਸ ਕਰਨਗੇ, ਇੱਕ ਨਵੇਂ ਸਮੂਹ ਦਾ ਵਿਕਾਸ ਕਰਨਗੇ, ਉੱਥੇ ਕਹਿ ਸਕਦੇ ਹਾਂ ਕਿ ਅਸਿਮੀਲੇਸ਼ਨ ਜਾਂ ਸਮੀਕਰਨ ਦੇਖਣ ਨੂੰ ਮਿਲਦਾ ਹੈ। ਸੋ ਅੱਗੇ ਇਸ ਦੀਆਂ ਵਿਸ਼ੇਸ਼ਤਾਵਾਂ ਵੱਲ ਚੱਲਾਂਗੇ। ਸਮੀਕਰਨ ਦੀਆਂ ਵਿਸ਼ੇਸ਼ਤਾਵਾਂ, ਸਭ ਤੋਂ ਪਹਿਲਾ ਪੁਆਇੰਟ ਹੈ ਹੌਲੀ ਅਤੇ ਨਿਰੰਤਰ ਪ੍ਰਕਿਰਿਆ। ਸੋ ਸਮੀਕਰਨ ਹੌਲੀ ਅਤੇ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ ਹੈ। ਇਸ ਨੂੰ ਧੀਮੀ ਗਤੀ ਦੇ ਵਿੱਚ ਚਲਾਇਆ ਜਾਂਦਾ ਹੈ, ਜਾਂ ਇਹ ਕਹਿ ਸਕਦੇ ਹਾਂ ਕਿ ਇਹ ਆਪਣੇ ਆਪ ਦੇ ਵਿੱਚ ਹੀ ਧੀਮੀ ਗਤੀ ਵਿੱਚ ਚੱਲਦੀ ਹੈ, ਕਿਉਂਕਿ ਇਸ ਦੇ ਵਿੱਚ ਇੱਕ ਸੰਸਕ੍ਰਿਤੀ ਦੇ ਲੋਕਾਂ ਨੂੰ ਦੂਜੇ ਸੰਸਕ੍ਰਿਤੀ ਦੇ ਲੋਕਾਂ ਦੇ ਤੱਤਾਂ ਨੂੰ ਅਪਣਾਉਣ ਲਈ ਕਾਫੀ ਸਮਾਂ ਲੱਗ ਜਾਂਦਾ ਹੈ। ਉਦਾਹਰਨ ਦੇ ਤੌਰ ਤੇ ਕਿ ਜੇ ਇੱਕ ਵਿਅਕਤੀ ਜੋ ਪੰਜਾਬ ਦਾ, ਪੰਜਾਬੀ ਸੰਸਕ੍ਰਿਤੀ ਦਾ ਦੇ ਨਾਲ ਸੰਬੰਧਿਤ ਰੱਖਦਾ ਹੈ, ਜੇ ਉਹ ਕਿਸੇ ਹੋਰ ਵਰਗ ਦੇ ਵਿੱਚ ਜਾਂਦਾ ਹੈ, ਜਾਂ ਜੇ ਕਿਸੇ ਹੋਰ ਰਾਜ ਦੇ ਵਿੱਚ ਜਾਂਦਾ ਹੈ, ਕਿਸੇ ਹੋਰ ਦੇਸ਼ ਦੇ ਵਿੱਚ, ਵਿਦੇਸ਼ ਦੇ ਵਿੱਚ ਜਾ ਰਿਹਾ ਹੈ, ਤਾਂ ਉੱਥੋਂ ਦੇ ਲੋਕਾਂ ਦੀ ਜਦੋਂ ਸੰਸਕ੍ਰਿਤੀ ਨੂੰ ਅਪਣਾਏਗਾ ਤਾਂ ਉਹ ਇੱਕਦਮ ਜਾਂ ਰਾਤੋਂ ਰਾਤ ਅਚਾਨਕ ਹੀ ਉਹ ਸੰਸਕ੍ਰਿਤੀ ਨੂੰ ਨਹੀਂ ਅਪਣਾਏਗਾ, ਬਲਕਿ ਉਹ ਹੌਲੀ ਹੌਲੀ ਤੇ ਲਗਾਤਾਰ ਉਸ ਦੂਜੇ ਵਿਅਕਤੀ ਦੇ ਸੰਸਕ੍ਰਿਤਿਕ ਤੱਤਾਂ ਨੂੰ ਅਪਣਾਉਂਦਾ ਚੱਲਿਆ ਜਾਏਗਾ, ਜਿਸ ਦੇ ਨਾਲ, ਜਾਂ ਇਹ ਕਹਿ ਸਕਦੇ ਹਾਂ ਕਿ ਜੋ ਇੱਕ ਸਮੀਕਰਨ ਦੀ ਇੱਕ ਮੁੱਖ ਵਿਸ਼ੇਸ਼ਤਾ ਹੈ। ਸੋ ਜਦੋਂ ਅਪਣਾਉਂਦੇ ਹਨ ਤਾਂ ਆਪਣੀ ਸੰਸਕ੍ਰਿਤੀ ਦੇ ਤੱਤਾਂ ਦਾ ਤਿਆਗ ਕਰਕੇ ਦੂਜੀ ਸੰਸਕ੍ਰਿਤੀ ਦੇ ਤੱਤਾਂ ਨੂੰ ਅਪਣਾਉਣ ਵਿੱਚ ਕਾਫੀ ਸਮਾਂ ਲੱਗ ਜਾਂਦਾ ਹੈ। ਇਸ ਨੂੰ ਧੀਮੀ ਗਤੀ ਦੇ ਵਿੱਚ ਜਾਂ ਹੌਲੀ ਅਤੇ ਨਿਰੰਤਰ ਪ੍ਰਕਿਰਿਆ ਇਸ ਲਈ ਕਿਹਾ ਗਿਆ ਹੈ ਕਿਉਂਕਿ ਜੋ ਸਮੀਕਰਨ ਹੈ ਉਸ ਦੇ ਵਿੱਚ ਇੱਕ ਵਿਅਕਤੀ ਜਦੋਂ ਦੂਜੇ ਵਿਅਕਤੀ ਦੀ ਸੰਸਕ੍ਰਿਤੀ ਨੂੰ ਅਪਣਾਉਂਦਾ ਹੈ ਅਤੇ ਆਪਣੇ ਸੰਸਕ੍ਰਿਤਿਕ ਤੱਤਾਂ ਨੂੰ ਹੌਲੀ ਹੌਲੀ ਛੱਡਦਾ ਜਾਂਦਾ ਹੈ ਅਤੇ ਦੂਜੀ ਸੰਸਕ੍ਰਿਤੀ ਦੇ ਪ੍ਰਭਾਵ ਹੇਠ ਆ ਕੇ ਜਾਂ ਪ੍ਰਭਾਵ ਅਧੀਨ ਆ ਕੇ ਦੂਜੀ ਸੰਸਕ੍ਰਿਤੀ ਦੇ ਤੱਤਾਂ ਨੂੰ ਅਪਣਾਉਂਦਾ ਹੈ, ਜਿਸ ਨੂੰ ਸਮਾਂ ਵੱਧ ਲੱਗ ਜਾਂਦਾ ਹੈ, ਲੰਬੇ ਸਮੇਂ ਤੱਕ ਇੱਕ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ ਹੈ। ਇਹ ਕੰਟੀਨਿਊਸ ਪ੍ਰੋਸੈਸ ਹੈ ਅਤੇ ਇਹ ਸਲੋ ਪ੍ਰੋਸੈਸ ਵੀ ਹੈ। ਇਸ ਦੇ ਵਿੱਚ ਕੀ ਹੈ, ਜੋ ਨਿਰੰਤਰਤਾ ਹੈ, ਜੋ ਕੰਟੀਨਿਊਟੀ ਹੈ, ਨਿਰੰਤਰਤਾ ਦੀ ਵੀ ਜ਼ਰੂਰਤ ਹੈ ਕਿਉਂਕਿ ਸਮੀਕਰਨ ਵਿੱਚ ਦੋ ਸੰਸਕ੍ਰਿਤੀਆਂ ਵਿਚਕਾਰ ਨਿਰੰਤਰ ਕਿਰਿਆ ਹੁੰਦੀ ਰਹਿੰਦੀ ਹੈ। ਹੌਲੀ ਹੌਲੀ ਵਿਅਕਤੀ ਜਾਂ ਦੋ ਵਿਅਕਤੀ ਵੱਖੋ ਵੱਖਰੀ ਸੰਸਕ੍ਰਿਤੀ ਦੇ, ਦੋ ਵੱਖੋ ਵੱਖਰੀ ਸੰਸਕ੍ਰਿਤੀਆਂ ਸਮੂਹ ਜੋ ਵੱਖਰੀਆਂ ਸੰਸਕ੍ਰਿਤੀਆਂ ਦੇ ਹਨ, ਉਹਨਾਂ ਦੇ ਵਿੱਚ ਵੀ ਨਿਰੰਤਰ ਕਿਰਿਆ ਜਾਂ ਪ੍ਰਕਿਰਿਆ ਚੱਲਦੀ ਰਹਿੰਦੀ ਹੈ। ਸੋ ਇਸ ਕਿਰਿਆ ਦੇ ਫਲਸਰੂਪ ਹੀ ਇੱਕ ਸੰਸਕ੍ਰਿਤੀ ਦੇ ਲੋਕ ਦੂਜੀ ਸੰਸਕ੍ਰਿਤੀ ਦੇ ਲੋਕਾਂ ਦੇ ਤੱਤਾਂ ਨੂੰ ਅਪਣਾਉਂਦੇ ਹਨ। ਕੁਝ ਉਹ ਐਲੀਮੈਂਟਸ, ਕੁਝ ਉਹ ਤੱਤ ਜੋ ਭੌਤਿਕ ਰੂਪ ਦੇ ਵਿੱਚ ਵੀ ਹੋਣਗੇ ਅਤੇ ਅਭੌਤਿਕ ਰੂਪ ਦੇ ਵਿੱਚ ਵੀ ਹੋ ਸਕਦੇ ਹਨ। ਭੌਤਿਕ ਰੂਪ ਦੇ ਵਿੱਚ ਜਿਵੇਂ ਸੰਸਕ੍ਰਿਤੀ ਦੇ ਵਿੱਚ ਮੈਂ ਇਹ ਵਿਸ਼ੇ ਦੇ ਵਿੱਚ ਦੱਸਿਆ ਸੀ ਕਿ ਜੋ ਚੀਜ਼ਾਂ ਅੱਖਾਂ ਨਾਲ ਦੇਖੀਆਂ ਜਾ ਸਕਦੀਆਂ ਹਨ, ਹੱਥ ਨਾਲ ਛੂਹੀਆਂ ਜਾ ਸਕਦੀਆਂ ਹਨ, ਉਹ ਭੌਤਿਕ ਸੰਸਕ੍ਰਿਤੀ ਅਧੀਨ ਆਉਣਗੀਆਂ, ਅਤੇ ਅਭੌਤਿਕ ਜਿਸ ਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ। ਹੁਣ ਮੇਰੇ ਵਿਚਾਰ ਇੱਕ ਦੂਸਰਾ ਵਿਅਕਤੀ ਸਿਰਫ ਮਹਿਸੂਸ ਕਰੇਗਾ, ਨਾ ਕਿ ਉਸਨੂੰ ਹੱਥ ਨਾਲ ਫੜੇਗਾ ਜਾਂ ਅੱਖਾਂ ਨਾਲ ਦੇਖੇਗਾ। ਵਿਚਾਰ, ਭਾਵਨਾਵਾਂ ਇਸ ਨੂੰ ਸਿਰਫ ਮਹਿਸੂਸ ਹੀ ਕੀਤਾ ਜਾ ਸਕਦਾ ਹੈ। ਇਸ ਕਰਕੇ ਸੰਸਕ੍ਰਿਤੀ ਦੇ ਲੋਕਾਂ ਦੇ ਜੋ ਤੱਤ ਹੈ ਉਸ ਨੂੰ ਅਪਣਾਇਆ ਜਾਂਦਾ ਹੈ। ਇਸ ਤਰ੍ਹਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਸਮੀਕਰਨ ਇੱਕ ਹੌਲੀ ਅਤੇ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ ਹੈ। ਅੱਗੇ ਚੱਲਾਂਗੇ ਅਚੇਤਨ ਪ੍ਰਕਿਰਿਆ, ਜਿਸ ਨੂੰ ਅਨਕੌਂਸ਼ੀਅਸ ਪ੍ਰੋਸੈਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸਮੀਕਰਨ ਇੱਕ ਅਚੇਤਨ ਪ੍ਰਕਿਰਿਆ ਹੈ ਕਿਉਂਕਿ ਇਹ ਅਚੇਤਨ ਇਸ ਲਈ ਹੈ ਕਿ ਇੱਕ ਵਿਅਕਤੀਆਂ ਨੂੰ ਪਤਾ ਨਹੀਂ ਚੱਲਦਾ ਕਿ ਉਹ ਕਦੋਂ ਦੂਜੀ ਸੰਸਕ੍ਰਿਤੀ ਦਾ ਹਿੱਸਾ ਬਣ ਜਾਂਦੇ ਹਨ ਜਾਂ ਦੂਜੀ ਸੰਸਕ੍ਰਿਤੀ ਦੇ ਤੱਤਾਂ ਨੂੰ ਅਪਣਾ ਲੈਂਦੇ ਹਨ। ਜਦੋਂ ਇੱਕ ਵਿਅਕਤੀ ਕਿਸੇ ਦੂਸਰੇ ਮਾਹੌਲ ਦੇ ਵਿੱਚ ਜਾ ਕੇ ਰਹਿਣ ਲੱਗ ਜਾਂਦਾ ਹੈ ਜਾਂ ਕਿਸੇ ਦੂਜੇ ਸੰਸਕ੍ਰਿਤੀ ਦੇ ਵਿਅਕਤੀਆਂ ਦੇ ਵਿੱਚ ਜਾ ਕੇ ਰਹਿਣ ਲੱਗ ਜਾਂਦਾ ਹੈ, ਉਹਨਾਂ ਦੇ ਵਿੱਚ ਵਿਚਰਦਾ ਹੈ, ਤਦ ਉਸ ਵਿਅਕਤੀ ਨੂੰ ਆਪ ਨਹੀਂ ਪਤਾ ਲੱਗਦਾ ਕਿ ਉਹ ਹੌਲੀ ਹੌਲੀ ਕਿਵੇਂ ਆਪਣੇ ਸੰਸਕ੍ਰਿਤਿਕ ਤੱਤਾਂ ਨੂੰ ਪਿੱਛੇ ਛੱਡਦਾ ਜਾਂਦਾ ਹੈ ਅਤੇ ਦੂਜੇ ਸੰਸਕ੍ਰਿਤਿਕ ਤੱਤਾਂ ਨੂੰ ਅਪਣਾਉਣਾ ਸ਼ੁਰੂ ਕਰ ਦਿੰਦਾ ਹੈ, ਜਿਸ ਨੂੰ ਅਸਿਮੀਲੇਸ਼ਨ ਜਾਂ ਸਮੀਕਰਨ ਕਿਹਾ ਜਾਂਦਾ ਹੈ। ਇਸ ਕਰਕੇ ਇਸ ਵਜੋਂ ਇਹ ਕਹਿ ਸਕਦੇ ਹਾਂ ਕਿ ਚੇਤਨ ਨਹੀਂ ਹੈ ਇਹ, ਬਲਕਿ ਇਹ ਅਚੇਤਨ ਪ੍ਰਕਿਰਿਆ ਹੈ। ਉਹ ਆਪਣੀ ਸੰਸਕ੍ਰਿਤੀ ਵਿੱਚ ਦੂਜੇ ਸੰਸਕ੍ਰਿਤੀ ਨੂੰ ਸ਼ਾਮਿਲ ਕਰ ਲੈਂਦਾ। ਉਹ ਵਿਅਕਤੀ ਜੋ ਇੱਕ ਸੰਸਕ੍ਰਿਤੀ ਦਾ ਹਿੱਸਾ ਹੁੰਦਾ ਹੈ, ਉਹ ਆਪਣੀ ਸੰਸਕ੍ਰਿਤੀ ਦੇ ਵਿੱਚ, ਆਪਣੇ ਜੀਵਨ ਦੇ ਵਿੱਚ, ਆਪਣੇ ਵਿਚਾਰਾਂ ਦੇ ਵਿੱਚ, ਆਪਣੇ
ਰਹਿਣ ਦੇ ਢੰਗ ਦੇ ਵਿੱਚ, ਆਪਣਾ ਵਿਵਹਾਰ ਕਰਨ ਦੇ ਢੰਗ ਦੇ ਵਿੱਚ ਦੂਜੀ ਸੰਸਕ੍ਰਿਤੀ ਦੇ ਵਿਚਾਰਾਂ ਨੂੰ, ਦੂਜੀ ਸੰਸਕ੍ਰਿਤੀ ਦੇ ਕੁਝ ਤੱਤਾਂ ਨੂੰ ਗ੍ਰਹਿਣ ਕਰਨਾ ਸ਼ੁਰੂ ਕਰ ਦਿੰਦਾ ਹੈ, ਜਾਂ ਸੰਸਕ੍ਰਿਤੀ ਨੂੰ ਆਪਣੀ ਸੰਸਕ੍ਰਿਤੀ ਦੇ ਵਿੱਚ, ਦੂਜੀ ਸੰਸਕ੍ਰਿਤੀ ਨੂੰ ਆਪਣੀ ਸੰਸਕ੍ਰਿਤੀ ਦੇ ਵਿੱਚ ਸ਼ਾਮਿਲ ਕਰਨਾ ਸ਼ੁਰੂ ਕਰ ਦਿੰਦਾ ਹੈ, ਅਤੇ ਉਹ ਅਚੇਤਨ ਮਨ ਦੇ ਨਾਲ ਦੂਜੀ ਸੰਸਕ੍ਰਿਤੀ ਵਿੱਚ ਵਿਲੀਨ ਹੋ ਜਾਂਦਾ ਹੈ, ਜਿਸ ਨੂੰ ਅਚੇਤਨ ਪ੍ਰਕਿਰਿਆ ਦਾ ਨਾਮ ਦਿੱਤਾ ਜਾਂਦਾ ਹੈ। ਸਮੀਕਰਨ ਦੇ ਵਿੱਚ ਦੋ ਸੰਸਕ੍ਰਿਤੀਆਂ ਮਿਲ ਜਾਂਦੀਆਂ ਹਨ। ਸੋ ਜੋ ਸਮੀਕਰਨ ਹੈ, ਜੋ ਅਸਿਮੀਲੇਸ਼ਨ ਹੈ, ਇਸ ਦੇ ਵਿੱਚ ਦੋ ਸੰਸਕ੍ਰਿਤੀਆਂ ਆਪਸ ਦੇ ਵਿੱਚ ਮਿਲ ਜਾਂਦੀਆਂ ਹਨ, ਉਹ ਇੱਕ ਬਣ ਜਾਂਦੀਆਂ ਹਨ। ਕਿਉਂਕਿ ਦੋ ਸੰਸਕ੍ਰਿਤੀਆਂ ਜਦੋਂ ਆਪਸ ਮਿਲਦੀਆਂ ਹਨ, ਜਾਂ ਜਦੋਂ ਵੱਖੋ ਵੱਖਰੀਆਂ ਸੰਸਕ੍ਰਿਤੀਆਂ ਵਾਲੇ ਸਮੂਹ ਆਪਸ ਦੇ ਵਿੱਚ ਅੰਤਰ ਕਿਰਿਆਵਾਂ ਕਰਦੇ ਹਨ। ਇੱਥੇ ਅੰਤਰ ਕਿਰਿਆਵਾਂ ਕਰਨ ਦਾ ਇਹ ਅਰਥ ਹੈ ਕਿ ਜਦੋਂ ਆਪਸ ਦੇ ਵਿੱਚ ਰਲ ਮਿਲ ਕੇ ਕੰਮ ਕਰਦੇ ਹਨ ਅਤੇ ਆਪਣੇ ਸੰਸਕ੍ਰਿਤਿਕ ਤੱਤਾਂ ਦਾ ਆਦਾਨ ਪ੍ਰਦਾਨ ਕਰਦੇ ਹਨ। ਆਦਾਨ ਪ੍ਰਦਾਨ ਦਾ ਅਰਥ ਗਿਵ ਐਂਡ ਟੇਕ। ਸੋ ਜਦੋਂ ਦੋ ਸੰਸਕ੍ਰਿਤੀਆਂ ਦੇ ਵਿਅਕਤੀਆਂ ਦਾ ਜਾਂ ਦੋ ਵੱਖ-ਵੱਖ ਸੰਸਕ੍ਰਿਤਿਕ ਸਮੂਹਾਂ ਦਾ ਆਦਾਨ ਪ੍ਰਦਾਨ ਹੋਏਗਾ, ਉਸਨੂੰ ਅਸਿਮੀਲੇਸ਼ਨ ਕਿਹਾ ਜਾਏਗਾ, ਕਿਉਂਕਿ ਇਸ ਦੇ ਵਿੱਚ ਇੰਟਰਮਿਕਸਿੰਗ ਹੈ। ਦੋ ਜੋ ਕਲਚਰਸ हैं, दो संस्कृतियां हैं, दो सभ्याचार हैं, उन्हां दा मिल जाना ही समीकरण है। तो जदों आदान प्रदान हुंदा है, सो ये आदान प्रदान विच दोवें संस्कृतियां वाले समूह एक दूजे दे तत्तां नूं ग्रहण करते हैं ਅਤੇ कुछ समय बाद ਉਹ ਇੱਕ ਸਮੂਹ ਦਾ ਰੂਪ ਲੈ ਲੈਂਦੇ, ਇੱਕ ਹੋਰ ਨਵੀਂ ਸੰਸਕ੍ਰਿਤੀ ਦਾ ਨਿਰਮਾਣ ਕਰਦੇ ਹਨ, ਇੱਕ ਸਮੂਹ ਦਾ ਨਿਰਮਾਣ ਕਰਦੇ ਹਨ, ਅਤੇ ਉਹ ਇੱਕ ਦੂਜੇ ਨੂੰ ਚੰਗੇ ਢੰਗ ਦੇ ਨਾਲ, ਸਹੀ ਤਰੀਕੇ ਨਾਲ ਜਾਣਨ ਲੱਗ ਜਾਂਦੇ ਹਨ। ਇਸੇ ਤਰ੍ਹਾਂ ਹੀ ਸਮੂਹਾਂ ਦੇ ਨਾਲ ਨਾਲ ਵਿਅਕਤੀ ਵੀ ਹੋਰ ਸੰਸਕ੍ਰਿਤੀਆਂ ਦੇ ਵਿਅਕਤੀਆਂ ਦੇ ਨਾਲ ਕੀ ਹੈ, ਅੰਤਰ ਕਿਰਿਆਵਾਂ ਕਰਦਾ ਹੈ, ਅਤੇ ਅੰਤ ਦੇ ਵਿੱਚ ਸਮੀਕਰਨ ਦੀ ਜੋ ਪ੍ਰਕਿਰਿਆ ਹੈ ਉਹ ਸ਼ੁਰੂ ਹੋ ਜਾਂਦੀ ਹੈ ਜਾਂ ਉਹ ਦੇਖਣ ਨੂੰ ਮਿਲਦੀ ਹੈ, ਅਤੇ ਇਸ ਪ੍ਰਕਿਰਿਆ ਦੇ ਨਾਲ ਵਿਅਕਤੀ ਆਪਸ ਦੇ ਵਿੱਚ ਮਿਲ ਵਰਤ ਕੇ ਰਹਿੰਦੇ ਹਨ ਜਾਂ ਇੱਕ ਦੂਜੇ ਨਾਲ ਮੇਲ ਜੋਲ ਸਥਾਪਿਤ ਕਰਦੇ ਹਨ। ਕਿਉਂਕਿ ਜੋ ਸਮਾਜ ਹੈ ਉਹ ਆਪਣੇ ਆਪ ਦੇ ਵਿੱਚ ਹੀ ਇੱਕ ਅਜਿਹਾ ਸਮੂਹ ਹੈ ਜਿਸ ਦੇ ਵਿੱਚ ਵਿਅਕਤੀਆਂ ਨੂੰ ਆਪਸ ਦੇ ਵਿੱਚ ਮੇਲ ਜੋਲ ਰੱਖਣਾ ਹੀ ਪਏਗਾ, ਕਿਉਂਕਿ ਇੱਕ ਵਿਅਕਤੀ ਕਦੇ ਵੀ ਸਮਾਜ ਦੇ ਵਿੱਚ ਇਕੱਲਾ ਨਹੀਂ ਰਹਿ ਸਕਦਾ। ਉਸਨੂੰ ਜ਼ਰੂਰਤ ਪੈਂਦੀ ਹੈ ਦੂਸਰੇ ਵਿਅਕਤੀਆਂ ਦੀ, ਤਾਂ ਕਿ ਉਹ ਸਮਾਜ ਦੇ ਵਿੱਚ ਆਪਣਾ ਜੋ ਯੋਗਦਾਨ ਹੈ ਉਹ ਪਾ ਸਕੇ, ਜਾਂ ਕਹਿ ਸਕਦੇ ਹਾਂ ਕਿ ਉਹ ਸਮਾਜ ਦੇ ਵਿੱਚ ਆਪਣਾ ਨਾਮ ਬਣਾ ਸਕੇ, ਆਪਣੇ ਉਦੇਸ਼ਾਂ ਨੂੰ ਪੂਰਾ ਕਰ ਸਕੇ, ਆਪਣੀਆਂ ਲੋੜਾਂ ਨੂੰ ਵੀ ਪੂਰਾ ਕਰ ਸਕੇ, ਅਤੇ ਦੂਜੇ ਵਿਅਕਤੀ ਨੂੰ ਵੀ ਸਹਾਇਤਾ ਦੇ ਸਕੇ ਕਿ ਉਹ ਵਿਅਕਤੀ ਵੀ ਆਪਣੀ ਜ਼ਰੂਰਤਾਂ, ਆਪਣੇ ਉਦੇਸ਼ਾਂ ਦੀ ਪੂਰਤੀ ਕਰ ਸਕੇ। ਅੱਗੇ ਚੱਲਾਂਗੇ ਵਿਸ਼ੇਸ਼ਤਾਵਾਂ ਦੇ ਵਿੱਚ ਹੀ। ਸਮੀਕਰਨ ਸਥਾਈ ਹੁੰਦਾ ਹੈ। ਸਥਾਈ ਦਾ ਮਤਲਬ ਹੈ ਪਰਮਾਨੈਂਟ। ਇੱਕ ਟੈਂਪਰਰੀ ਹੁੰਦਾ ਹੈ, ਮਤਲਬ ਕੁਝ ਥੋੜੇ ਸਮੇਂ ਲਈ ਹੋਣਾ ਜਾਂ ਬਹੁਤ ਘੱਟ ਸਮੇਂ ਲਈ ਹੋਣਾ, ਲੇਕਿਨ ਜੋ ਸਮੀਕਰਨ ਹੈ ਇਹ ਪਰਮਾਨੈਂਟ ਹੈ, ਮਤਲਬ ਲੰਬੇ ਸਮੇਂ ਤੱਕ ਇਹ ਚੱਲਦਾ ਰਹਿੰਦਾ ਹੈ। ਸੋ ਸਮੀਕਰਨ ਦੀ ਪ੍ਰਕਿਰਿਆ ਕੀ ਹੈ? ਇੱਕ ਸਥਾਈ ਪ੍ਰਕਿਰਿਆ ਹੈ। ਇਸ ਦੇ ਵਿੱਚ ਕੀ ਹੈ, ਜਦੋਂ ਇੱਕ ਵਿਅਕਤੀ ਦੂਜੇ ਵਿਅਕਤੀ ਨਾਲ ਮਿਲਦਾ ਹੈ ਤਦ ਉਹ ਹੌਲੀ ਹੌਲੀ ਉਹ ਚੀਜ਼ਾਂ ਨੂੰ ਪ੍ਰਦਾਨ ਕਰਦਾ ਹੈ, ਉਸ ਨੂੰ ਗ੍ਰਹਿਣ ਕਰਦਾ ਹੈ। ਸੋ ਜਦੋਂ ਇੱਕ ਵਾਰ ਸਮੀਕਰਨ ਹੋ ਗਿਆ ਤਾਂ ਉਹ ਸੰਸਕ੍ਰਿਤੀ ਦੂਜੀ ਸੰਸਕ੍ਰਿਤੀ ਦੇ ਤੱਤਾਂ ਦੇ ਵਿੱਚ ਆਪਸ ਦੇ ਵਿੱਚ ਮਿਲ ਗਏ ਤਾਂ ਉਸਨੂੰ ਵੱਖੋ ਵੱਖ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਸਮੀਕਰਨ ਦੀ ਪ੍ਰਕਿਰਿਆ ਕੀ ਹੈ? ਸਥਾਈ ਹੈ, ਕਿਉਂਕਿ ਉਹ ਸੰਸਕ੍ਰਿਤਿਕ ਤੱਤਾਂ ਦਾ ਇੱਕ ਵਿਅਕਤੀ ਦੇ ਵਿਵਹਾਰ ਤੇ, ਉਸਦੇ ਸੁਭਾਅ ਤੇ, ਉਸਦੀ ਜ਼ਿੰਦਗੀ, ਉਸਦੇ ਜੀਵਨ ਜੀਣ ਦੇ ਢੰਗ ਉੱਤੇ ਇਹੋ ਜਿਹਾ ਪ੍ਰਭਾਵ ਪੈ ਜਾਂਦਾ ਹੈ ਕਿ ਉਹ ਵਿਅਕਤੀ ਦੂਜੀ ਸੰਸਕ੍ਰਿਤੀ ਦੇ ਤੱਤਾਂ ਨੂੰ ਅਪਣਾਉਂਦਾ ਹੋਇਆ ਉਹ ਸੰਸਕ੍ਰਿਤਿਕ ਤੱਤਾਂ ਨੂੰ ਨਹੀਂ ਛੱਡ ਸਕਦਾ। ਉਹ ਸੰਸਕ੍ਰਿਤਿਕ ਤੱਤਾਂ ਦੇ ਪ੍ਰਭਾਵ ਹੇਠ ਆ ਕੇ, ਪ੍ਰਭਾਵ ਅਧੀਨ ਆ ਕੇ ਸਮਾਜ ਦੇ ਵਿੱਚੋਂ ਵਿਚਰਦਾ ਹੈ, ਲੋਕਾਂ ਨਾਲ ਗੱਲਬਾਤ ਕਰਦਾ ਹੈ, ਜਾਂ ਫਿਰ ਉਹ ਉਸ ਸੰਸਕ੍ਰਿਤੀ ਦੇ ਅੰਡਰ ਰਹਿ ਕੇ ਹੀ ਉਸ ਢੰਗ ਦਾ ਹੀ ਕੰਮ ਕਰਦਾ ਹੈ। ਇਸ ਕਰਕੇ ਸਮੀਕਰਨ ਨੂੰ ਪਰਮਾਨੈਂਟ ਕਿਹਾ ਗਿਆ ਹੈ, ਇਸ ਨੂੰ ਸਥਾਈ ਕਿਹਾ ਗਿਆ ਹੈ। ਸਮੀਕਰਨ ਦੀਆਂ ਵਿਸ਼ੇਸ਼ਤਾਵਾਂ ਦੇ ਵਿੱਚ ਹੀ ਅੱਗੇ ਚੱਲਾਂਗੇ। ਸੱਭਿਆਚਾਰਕ ਪਰਿਵਰਤਨ ਇਕਸੁਰਤਾ ਲਈ ਜ਼ਰੂਰੀ ਹੈ। ਸੋ ਕੀ ਹੈ, ਸੰਸਕ੍ਰਿਤੀ ਦੇ ਵਿੱਚ ਪਰਿਵਰਤਨ ਸਮੀਕਰਨ ਲਈ ਬਹੁਤ ਜ਼ਰੂਰੀ ਹੈ। ਕਿਉਂ? ਕਿਉਂਕਿ ਜੋ ਚੇਂਜ ਹੈ, ਜੋ ਪਰਿਵਰਤਨ ਹੈ, ਦੈਟ ਇਜ਼ ਮਸਟ, ਉਹ ਜ਼ਰੂਰੀ ਹੈ, ਉਹ ਇੱਕ ਕੁਦਰਤ ਦਾ ਨਿਯਮ ਹੈ। ਕਿਉਂਕਿ ਕੋਈ ਵੀ ਚੀਜ਼ ਹੈ, ਭਾਵੇਂ ਉਹ ਭੌਤਿਕ ਹੈ, ਭਾਵੇਂ ਅਭੌਤਿਕ ਹੈ, ਕਿਤੇ ਨਾ ਕਿਤੇ ਉਸ ਦੇ ਵਿੱਚ ਪਰਿਵਰਤਨ ਆ ਜਾਂਦਾ ਹੈ।
ਔਰ ਉਹ ਪਰਿਵਰਤਨ ਸਮਾਜ ਲਈ ਜ਼ਰੂਰੀ ਵੀ ਹੈ ਅਤੇ ਲਾਭਦਾਇਕ ਵੀ ਸਿੱਧ ਹੋ ਜਾਂਦਾ ਹੈ। ਇਸ ਕਰਕੇ ਜੋ ਸੱਭਿਆਚਾਰ ਹੈ ਜਾਂ ਜੋ ਸੰਸਕ੍ਰਿਤੀ ਹੈ, ਇਸ ਦੇ ਵਿੱਚ ਪਰਿਵਰਤਨ ਸਮੀਕਰਨ ਲਈ ਬਹੁਤ ਜ਼ਰੂਰੀ ਹੈ। ਹੁਣ ਇਸ ਨੂੰ ਥੋੜਾ ਹੋਰ ਵਿਸਤਾਰ ਦੇ ਵਿੱਚ ਇੱਥੇ ਮੈਂ ਦੱਸਣਾ ਚਾਹਾਂਗੀ। ਜਦੋਂ ਦੋ ਸੰਸਕ੍ਰਿਤੀਆਂ ਵਾਲੇ ਸਮੂਹ ਇੱਕ ਦੂਜੇ ਦੇ ਸੰਪਰਕ ਵਿੱਚ ਆਉਂਦੇ ਹਨ, ਤਦ ਕੀ ਹੈ, ਇੱਕ ਸੰਸਕ੍ਰਿਤੀ ਵਾਲੇ ਸਮੂਹ ਇੱਕ ਦੂਜੇ ਨਾਲ ਜਦੋਂ ਸੰਪਰਕ ਦੇ ਵਿੱਚ ਆਉਂਦੇ ਹਨ, ਤਦੋਂ ਉਹ ਦੂਸਰੀ ਸੰਸਕ੍ਰਿਤੀ ਦੇ ਵਿੱਚ ਸ਼ਾਮਿਲ ਹੋ ਜਾਂਦੇ ਹਨ। ਇਸੇ ਤਰ੍ਹਾਂ ਪਹਿਲੀ ਸੰਸਕ੍ਰਿਤੀ ਵਾਲੇ ਸਮੂਹ ਵੀ ਦੂਜੀ ਸੰਸਕ੍ਰਿਤੀ ਦੇ ਕੁਝ ਤੱਤਾਂ ਨੂੰ ਅਪਣਾਉਂਦੇ ਹਨ, ਕੁਝ ਤੱਤਾਂ ਨੂੰ ਗ੍ਰਹਿਣ ਕਰਦੇ ਹਨ ਅਤੇ ਉਹਨਾਂ ਦੇ ਵਿੱਚ ਬਦਲਾਵ ਆਉਣਾ ਸ਼ੁਰੂ ਹੋ ਜਾਂਦਾ ਹੈ। ਉਦਾਹਰਨ ਦੇ ਤੌਰ ਤੇ ਕਿ ਜੇ ਇੱਕ ਵਿਅਕਤੀ ਜੋ ਪੰਜਾਬ ਦਾ ਵਸਨੀਕ ਹੈ, ਜੇ ਉਹ ਮਹਾਰਾਸ਼ਟਰ ਦੇ ਵਿੱਚ ਜਾ ਕੇ ਰਹਿਣਾ ਸ਼ੁਰੂ ਕਰ ਦੇਵੇ, ਤਾਂ ਮਹਾਰਾਸ਼ਟਰ ਦੇ ਲੋਕਾਂ ਦੀ ਮਰਾਠੀ ਭਾਸ਼ਾ ਸਿੱਖਣੀ ਸ਼ੁਰੂ ਕਰੇਗਾ, ਉੱਦਾਂ ਦੇ ਕੱਪੜੇ ਪਾਉਣੇ ਸ਼ੁਰੂ ਕਰੇਗਾ, ਭਾਸ਼ਾ ਦੇ ਨਾਲ ਨਾਲ ਰਹਿਣ ਦਾ ਢੰਗ ਵੀ ਉਸ ਢੰਗ ਦਾ ਹੀ ਉਸੇ ਤਰ੍ਹਾਂ ਦਾ ਹੋ ਜਾਏਗਾ ਅਤੇ ਵਿਅਕਤੀਆਂ ਦੇ ਵਾਂਗੂ ਵਿਵਹਾਰ ਵੀ ਉਵੇਂ ਹੀ ਕਿਤੇ ਨਾ ਕਿਤੇ ਉਸ ਵਿਵਹਾਰ ਦਾ, ਉਸ ਸੰਸਕ੍ਰਿਤਿਕ ਵਿਵਹਾਰ ਦਾ ਪ੍ਰਭਾਵ ਵੀ ਉਸ ਵਿਅਕਤੀ ਦੇ ਉੱਤੇ ਪਏਗਾ, ਜਿਸ ਦੇ ਵਿੱਚ ਖਾਣ ਪੀਣ ਦਾ ਜੋ ਵਸਤਾਂ ਹੈ ਉਸ ਦੇ ਵਿੱਚ ਪਰਿਵਰਤਨ ਆ ਸਕਦਾ ਹੈ, ਕੱਪੜੇ ਪਾਉਣ ਦਾ ਢੰਗ, ਗੱਲਬਾਤ ਕਰਨ ਦਾ ਢੰਗ, ਇਹ ਸਭ ਕੁਝ ਕੀ ਹੈ, ਬਦਲ ਜਾਂਦਾ ਹੈ ਇੱਕ ਵਿਅਕਤੀ ਦਾ ਜਦੋਂ ਉਹ ਦੂਜੀ ਸੰਸਕ੍ਰਿਤੀ ਦੇ ਪ੍ਰਭਾਵ ਦੇ ਅਧੀਨ ਆਉਂਦਾ ਹੈ। ਇਸ ਕਰਕੇ ਜੋ ਸੰਸਕ੍ਰਿਤੀ ਦੇ ਵਿੱਚ ਵੀ ਪਰਿਵਰਤਨ ਆਪੇ ਹੀ ਆ ਜਾਂਦਾ ਹੈ, ਜੋ ਇੱਕ ਵਿਅਕਤੀ ਨੂੰ ਇਕਜੁੱਟ ਬਣਾਉਂਦਾ ਹੈ, ਜੋ ਜਿਸ ਦੇ ਵਿੱਚ ਕੀ ਹੈ, ਏਕੀਕਰਨ ਦੀ ਭਾਵਨਾ ਵੀ ਪਾਈ ਜਾਂਦੀ ਹੈ ਅਤੇ ਇਹ ਸਮੀਕਰਨ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਸੰਸਕ੍ਰਿਤੀ ਦੇ ਵਿੱਚ ਬਦਲਾਵ ਆਉਣਾ ਲਾਜ਼ਮੀ ਹੈ। ਜੇ ਸੰਸਕ੍ਰਿਤੀ ਦੇ ਵਿੱਚ ਬਦਲਾਵ ਆਏਗਾ ਤਾਂ ਹੀ ਇੱਕ ਵਿਅਕਤੀ ਸਮਾਜ ਦੇ ਵਿੱਚ ਰਹਿ ਕੇ ਤਰੱਕੀ ਕਰ ਸਕੇ। ਅਗਲੇ ਵਿਸ਼ੇ ਵੱਲ ਚੱਲਾਂਗੇ, ਅਕਲਟ੍ਰੇਸ਼ਨ, ਪਰ ਸੰਸਕ੍ਰਿਤੀ ਗ੍ਰਹਿਣ। ਪਰ ਸੰਸਕ੍ਰਿਤੀ ਗ੍ਰਹਿਣ ਵੀ ਅਸਿਮੀਲੇਸ਼ਨ ਸਮੀਕਰਨ ਦੇ ਵਾਂਗ ਕਿਤੇ ਨਾ ਕਿਤੇ ਮਿਲਦਾ ਜੁਲਦਾ ਵਿਸ਼ਾ ਹੈ। ਸੋ ਅਕਲਟ੍ਰੇਸ਼ਨ ਦਾ ਵਰਣਨ ਕਰਦੇ ਹੋਏ ਇਹ ਕਹਾਂਗੇ ਕਿ ਜਦੋਂ ਦੋ ਵੱਖ-ਵੱਖ ਸੱਭਿਆਚਾਰ ਇੱਕ ਦੂਜੇ ਦੇ ਨੇੜੇ ਆਉਂਦੇ ਹਨ, ਤਦੋਂ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਹਨ। ਇੱਕ ਸੱਭਿਆਚਾਰ ਦਾ ਪਾਲਣ ਕਰਨ ਵਾਲੇ ਲੋਕ ਦੋਨਾਂ ਸੱਭਿਆਚਾਰਾਂ ਦੇ ਤੱਤ ਅਪਣਾਉਂਦੇ ਹਨ। ਇਸ ਦੇ ਵਿੱਚ ਇਹ ਹੈ ਕਿ ਵਿਅਕਤੀ ਆਪਣੇ ਸੰਸਕ੍ਰਿਤਿਕ ਤੱਤਾਂ ਨੂੰ ਨਹੀਂ ਛੱਡਦਾ, ਆਪਣੇ ਸੰਸਕ੍ਰਿਤਿਕ ਤੱਤਾਂ ਨੂੰ ਤਾਂ ਉਦਾਂ ਹੀ ਰੱਖਦਾ ਹੈ, ਬਟ ਉਸ ਦੇ ਨਾਲ ਨਾਲ ਦੂਜੇ ਵਿਅਕਤੀਆਂ ਦੇ ਵਿਵਹਾਰ, ਉਹਨਾਂ ਦੀਆਂ ਭਾਵਨਾਵਾਂ, ਉਦੇਸ਼, ਨਿਯਮਾਂ ਅਤੇ ਕਦਰਾਂ ਕੀਮਤਾਂ ਨੂੰ ਅਪਣਾਉਂਦਾ ਹੈ। ਇੱਕ ਸਮੂਹ ਵੀ ਅਪਣਾ ਸਕਦਾ ਹੈ ਜਾਂ ਇੱਕ ਵਿਅਕਤੀ ਖੁਦ ਇਕੱਲਾ ਆਪ ਵੀ ਅਪਣਾ ਸਕਦਾ ਹੈ। ਇਸ ਕਰਕੇ ਕੀ ਹੈ, ਇਸ ਵਿੱਚ ਇਹ ਪ੍ਰਕਿਰਿਆ ਉਦੋਂ ਹੋਂਦ ਵਿੱਚ ਆਉਂਦੀ ਹੈ ਜਦੋਂ ਦੋ ਸੱਭਿਆਚਾਰ ਲੰਬੇ ਸਮੇਂ ਤੋਂ ਇੱਕ ਦੂਜੇ ਦੇ ਸੰਪਰਕ ਵਿੱਚ ਰਹਿੰਦੇ ਹਨ। ਸੋ ਇਸ ਦੇ ਵਿੱਚ ਵੀ ਜੋ ਸਮਾਂ ਹੈ ਉਹ ਲੰਬਾ ਹੈ। ਇਸ ਦਾ ਅਰਥ ਇਹ ਹੈ ਕਿ ਲੰਬੇ ਸਮੇਂ ਲਈ ਜਦੋਂ ਦੋ ਸੰਸਕ੍ਰਿਤੀਆਂ ਆਪਸ ਦੇ ਵਿੱਚ ਸੰਪਰਕ ਵਿੱਚ ਆਉਂਦੀਆਂ ਹਨ, ਤਦ ਉਹ ਸੰਸਕ੍ਰਿਤੀਆਂ ਆਪਣੇ ਸੰਸਕ੍ਰਿਤਿਕ ਤੱਤਾਂ ਨੂੰ ਨਹੀਂ ਛੱਡਦੀਆਂ, ਅਪਣਾਉਂਦੀਆਂ ਤਾਂ ਹਨ ਦੂਜੇ ਸੰਸਕ੍ਰਿਤਿਕ ਤੱਤਾਂ ਨੂੰ, ਲੇਕਿਨ ਉਸ ਦੇ ਨਾਲ ਨਾਲ ਆਪਣੇ ਸੰਸਕ੍ਰਿਤਿਕ ਤੱਤਾਂ ਨੂੰ ਵੀ ਆਪਣੇ ਨਾਲ ਲੈ ਕੇ ਚੱਲਦੀਆਂ ਹਨ। ਇਸ ਕਰਕੇ ਇਹ ਇੱਥੇ ਕਿਹਾ ਗਿਆ ਹੈ ਕਿ ਜਦੋਂ ਦੋ ਸੰਸਕ੍ਰਿਤੀਆਂ ਆਪਸ ਦੇ ਵਿੱਚ ਸੰਪਰਕ ਵਿੱਚ ਆਉਣਗੀਆਂ, ਤਦ ਉਹ ਇੱਕ ਦੂਜੇ ਤੋਂ ਪ੍ਰਭਾਵਿਤ ਹੋਣਗੀਆਂ, ਇੱਕ ਦੂਜੇ ਦੇ ਸੰਸਕ੍ਰਿਤਿਕ ਤੱਤਾਂ ਨੂੰ ਅਪਣਾਉਣਗੀਆਂ ਅਤੇ ਆਪਣੇ ਤੱਤਾਂ ਨੂੰ ਵੀ ਨਾਲ ਲੈ ਕੇ ਚੱਲਣਗੀਆਂ। ਸੋ ਸੱਭਿਆਚਾਰਕ ਪ੍ਰਸਾਰਣ ਜੋ ਕਿ ਹੈ ਪ੍ਰਕਿਰਿਆਵਾਂ ਦੇ ਵਿੱਚ ਪਾਇਆ ਜਾਂਦਾ ਹੈ, ਜਾਂ ਇਸ ਦੇ ਵਿੱਚ ਇੱਕ ਪਰਿਭਾਸ਼ਾ ਹੈ ਗਿਲਨ ਅਤੇ ਗਿਲਨ ਦੇ ਅਨੁਸਾਰ। ਸੋ ਉਹਨਾਂ ਨੇ ਕੀ ਕਿਹਾ ਹੈ ਕਿ ਪਰ ਸੰਸਕ੍ਰਿਤੀ ਗ੍ਰਹਿਣ ਤੋਂ ਭਾਵ ਉਹ ਪ੍ਰਕਿਰਿਆ ਤੋਂ ਹੈ ਜਿਸ ਵਿੱਚ ਵੱਖ-ਵੱਖ ਸੰਸਕ੍ਰਿਤੀਆਂ ਵਾਲੇ ਸਮਾਜ ਨੇੜੇ ਤੇ ਲੰਬੇ ਸੰਪਰਕ ਕਾਰਨ ਪਰਿਵਰਤਿਤ ਹੁੰਦੇ ਹਨ, ਪਰ ਇਹਨਾਂ ਦੋਹਾਂ ਸੰਸਕ੍ਰਿਤੀਆਂ ਦਾ ਪੂਰੀ ਤਰ੍ਹਾਂ ਮਿਸ਼ਰਣ ਨਹੀਂ ਹੋ ਪਾਉਂਦਾ, ਕਿਉਂਕਿ ਇੱਕ ਵਿਅਕਤੀ ਨੇ ਆਪਣੇ ਸੰਸਕ੍ਰਿਤਿਕ ਤੱਤਾਂ ਨੂੰ ਵੀ ਨਾਲ ਹੀ ਲੈ ਕੇ ਉਹ ਚੱਲਦਾ ਹੈ। ਦੇਖੋ, ਸਮੀਕਰਨ ਦੇ ਵਿੱਚ ਤਾਂ ਪੂਰਾ ਮਿਸ਼ਰਣ ਹੋ ਜਾਂਦਾ ਹੈ, ਲੰਬੇ ਸਮੇਂ ਲਈ ਚੱਲਦਾ ਹੈ, ਹੌਲੀ ਹੌਲੀ ਚੱਲਣ ਵਾਲੀ ਪ੍ਰਕਿਰਿਆ ਹੈ ਸਮੀਕਰਨ, ਪਰ ਉਸ ਦੇ ਵਿੱਚ ਇੱਕ ਵਿਅਕਤੀ ਆਪਣੇ ਤੱਤਾਂ ਨੂੰ ਛੱਡ ਕੇ ਦੂਜੇ ਸੰਸਕ੍ਰਿਤਿਕ ਤੱਤਾਂ ਨੂੰ ਅਪਣਾ ਲੈਂਦਾ ਹੈ। ਲੇਕਿਨ ਅਕਲਟ੍ਰੇਸ਼ਨ ਜਾਂ ਪਰ ਸੰਸਕ੍ਰਿਤੀ ਗ੍ਰਹਿਣ ਉਸਦੇ ਥੋੜਾ ਜਿਹਾ ਵਿਪਰੀਤ ਹੈ, ਜਿਸ ਦੇ ਵਿੱਚ ਇਹ ਦੇਖਣ ਨੂੰ ਮਿਲਦਾ ਹੈ ਕਿ ਪਰ ਸੰਸਕ੍ਰਿਤੀ ਗ੍ਰਹਿਣ ਦੇ ਵਿੱਚ ਕੀ ਹੈ, ਇੱਕ ਸੰਸਕ੍ਰਿਤੀ ਦੂਸਰੀ ਸੰਸਕ੍ਰਿਤੀ ਦੇ ਤੱਤਾਂ ਨੂੰ ਗ੍ਰਹਿਣ ਕਰਦੀ ਹੈ। ਗ੍ਰਹਿਣ ਕਰਦੇ ਹੋਏ ਇਹ ਦੇਖਣ ਨੂੰ ਮਿਲਦਾ ਹੈ, ਜਿਵੇਂ ਗਿਲਨ ਅਤੇ ਗਿਲਨ ਨੇ ਆਪਣੀ ਪਰਿਭਾਸ਼ਾ ਦੇ ਵਿੱਚ ਕਿਹਾ ਕਿ ਦੋ ਸੰਸਕ੍ਰਿਤੀਆਂ ਦਾ ਪੂਰੀ ਤਰ੍ਹਾਂ ਮਿਸ਼ਰਣ ਨਹੀਂ ਹੋ ਪਾਉਂਦਾ। ਕਿਉਂ? ਕਿਉਂਕਿ ਜਦੋਂ ਇੱਕ ਵਿਅਕਤੀ ਦੂਜੇ ਸੰਸਕ੍ਰਿਤਿਕ ਤੱਤਾਂ ਨੂੰ ਅਪਣਾਉਣਾ ਸ਼ੁਰੂ ਕਰਦਾ ਹੈ, ਤਾਂ ਉਹ ਕਿਤੇ ਨਾ ਕਿਤੇ ਆਪਣੇ ਸੰਸਕ੍ਰਿਤਿਕ ਤੱਤਾਂ ਨੂੰ ਵੀ ਨਾਲ ਲੈ ਕੇ ਚੱਲਦਾ ਹੈ।
ਜੋ ਪਰ ਸੰਸਕ੍ਰਿਤੀ ਗ੍ਰਹਿਣ ਦੇ ਅਧੀਨ ਆਉਂਦਾ ਹੈ। ਸੋ ਇਹ ਕੀ ਹੈ, ਇੱਕ ਤਰ੍ਹਾਂ ਦੀ ਪ੍ਰਕਿਰਿਆ ਹੈ, ਨਾ ਕਿ ਇੱਕ ਅਲੱਗ ਜਾਂ ਥਲਗ ਘਟਨਾ, ਕਿਉਂਕਿ ਇਹ ਇੱਕ ਸੈਪਰੇਟ ਥਿੰਗ ਨਹੀਂ ਹੈ, ਬਲਕਿ ਇੱਕ ਤਰ੍ਹਾਂ ਦੀ ਪ੍ਰਕਿਰਿਆ ਹੈ, ਸਮੂਹਿਕ ਪ੍ਰਕਿਰਿਆ ਹੈ, ਜਿਸ ਦੇ ਵਿੱਚ ਦੋਨੋਂ ਸੰਸਕ੍ਰਿਤੀਆਂ ਦੇ ਲੋਕ ਇੱਕ ਦੂਜੇ ਦੀ ਸੰਸਕ੍ਰਿਤੀ ਨੂੰ ਗ੍ਰਹਿਣ ਕਰਨ। ਪਰ ਜਿੱਥੇ ਅਸੀਂ ਅਸਿਮੀਲੇਸ਼ਨ ਦੇ ਵਿੱਚ ਦੇਖਿਆ ਸੀ ਕਿ ਸਿਰਫ ਇੱਕ ਸੰਸਕ੍ਰਿਤੀ ਦੂਜੀ ਸੰਸਕ੍ਰਿਤੀ ਦੇ ਤੱਤਾਂ ਨੂੰ ਗ੍ਰਹਿਣ ਕਰਦੀ ਹੈ, ਇੱਥੇ ਕੀ ਹੋਏਗਾ ਪਰ ਸੰਸਕ੍ਰਿਤੀ ਗ੍ਰਹਿਣ ਦੇ ਵਿੱਚ ਕਿ ਦੋਨੋਂ ਸੰਸਕ੍ਰਿਤੀਆਂ ਆਪਸ ਦੇ ਵਿੱਚ ਇੱਕ ਦੂਜੇ ਦੇ ਤੱਤਾਂ ਨੂੰ ਗ੍ਰਹਿਣ ਕਰਨਗੀਆਂ। ਇਹ ਨਾ ਸਿਰਫ ਤੱਤਾਂ ਦਾ ਇੱਕ ਸੱਭਿਆਚਾਰਕ ਜੋ ਮੇਲ ਜੋਲ ਹੈ, ਇੱਕ ਸੱਭਿਆਚਾਰ ਤੋਂ ਦੂਜੇ ਸੱਭਿਆਚਾਰ ਦੇ ਵਿੱਚ ਤਬਾਦਲਾ ਹੁੰਦਾ ਹੈ, ਸਗੋਂ ਵੱਖ-ਵੱਖ ਸੱਭਿਆਚਾਰਾਂ ਦੇ ਸਮੂਹਾਂ ਵਿਚਕਾਰ ਆਪਸੀ ਤਾਲਮੇਲ ਵੀ ਇੱਕ ਨਿਰੰਤਰ ਪ੍ਰਕਿਰਿਆ ਹੈ। ਆਪਸੀ ਤਾਲਮੇਲ ਪਾਇਆ ਜਾਂਦਾ ਹੈ, ਔਰ ਇਹ ਆਪਸੀ ਤਾਲਮੇਲ ਤਾਂ ਹੀ ਪਾਇਆ ਜਾਏਗਾ ਜਦੋਂ ਦੋ ਸੰਸਕ੍ਰਿਤੀਆਂ ਵਾਲੇ ਲੋਕ ਹਾਮੀ ਭਰਨਗੇ ਜਾਂ ਫਿਰ ਉਹ ਵਿਲਿੰਗ ਹੋਣਗੇ ਕਿ ਉਹ ਦੂਜੀ ਸੰਸਕ੍ਰਿਤੀ ਨੂੰ ਅਪਣਾਉਣ, ਦੂਜੀ ਸੰਸਕ੍ਰਿਤੀ ਦੇ ਤੱਤਾਂ ਨੂੰ ਅਪਣਾਉਣ ਜਾਂ ਦੂਜੀ ਸੰਸਕ੍ਰਿਤੀ ਦੇ ਵਿੱਚ ਕਦਰਾਂ ਕੀਮਤਾਂ ਨੂੰ, ਪਰਿਮਾਪ ਨੂੰ, ਜੋ ਵਿਚਾਰ ਹਨ ਲੋਕਾਂ ਦੇ, ਉਹਨਾਂ ਨੂੰ ਅਪਣਾਉਣ। ਕਿਉਂਕਿ ਸਿਰਫ ਜੇ ਇੱਕ ਵਿਅਕਤੀ ਦੂਸਰੀ ਸੰਸਕ੍ਰਿਤੀ ਨੂੰ ਅਪਣਾ ਰਿਹਾ ਹੈ, ਉਹ ਅਸਿਮੀਲੇਸ਼ਨ ਦੇ ਅੰਡਰ ਆ ਜਾਏਗਾ, ਲੇਕਿਨ ਅਕਲਟ੍ਰੇਸ਼ਨ ਦੇ ਵਿੱਚ, ਪਰ ਸੰਸਕ੍ਰਿਤੀ ਗ੍ਰਹਿਣ ਦੇ ਵਿੱਚ ਦੋਨੋਂ ਹੀ ਸੰਸਕ੍ਰਿਤੀਆਂ ਇੱਕ ਦੂਜੇ ਦੇ ਤੱਤਾਂ ਨੂੰ ਅਪਣਾਉਂਦੀਆਂ ਹਨ। तो अगे चलांगे पर संस्कृति ग्रहण के विषय बारे ही गल करांगे। ਜਦੋਂ ਇੱਕ ਸੱਭਿਆਚਾਰ ਦੂਜੇ ਸੱਭਿਆਚਾਰ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ ਅਤੇ ਤਬਦੀਲੀਆਂ ਵਾਪਰਦੀਆਂ ਹਨ, ਕਿਉਂਕਿ ਚੇਂਜ ਹੈ ਸੋਸਾਇਟੀ ਦੇ ਵਿੱਚ। ਤਬਦੀਲੀਆਂ ਇਸ ਲਈ ਵਾਪਰਦੀਆਂ ਹਨ ਕਿਉਂਕਿ ਜਦੋਂ ਇੱਕ ਵਿਅਕਤੀ, ਉਦਾਹਰਨ ਦੇ ਤੌਰ ਤੇ ਕਿ ਜਦੋਂ ਇੱਕ ਪੰਜਾਬ ਤੋਂ ਜਾਂ ਇੱਕ ਭਾਰਤ ਤੋਂ ਕੋਈ ਵਿਅਕਤੀ ਵਿਦੇਸ਼ ਯਾਤਰਾ ਕਰਦਾ ਹੈ ਜਾਂ ਵਿਦੇਸ਼ ਦੇ ਵਿੱਚ ਜਾਂਦਾ ਹੈ, ਤਦ ਉਹ ਵਿਅਕਤੀ ਵਿਦੇਸ਼ੀ ਲੋਕਾਂ ਦੇ ਵਾਂਗ ਪਹਿਰਾਵਾ, ਉਹਨਾਂ ਦੇ ਵਾਂਗ ਖਾਣਾ ਪੀਣਾ, ਉਹਨਾਂ ਦੇ ਵਾਂਗ ਹੀ ਜੋ ਗੱਲਬਾਤ ਕਰਨ ਦਾ ਢੰਗ ਹੈ, ਉਹਨਾਂ ਦੀ ਜੋ ਭਾਸ਼ਾ ਹੈ, ਉਹ ਸਿੱਖ ਕੇ ਉੱਦਾਂ ਹੀ ਵਿਵਹਾਰ ਕਰਨਾ ਸ਼ੁਰੂ ਕਰਦਾ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਦੋ ਸੰਸਕ੍ਰਿਤੀਆਂ ਦਾ ਮਿਸ਼ਰਣ ਹੋ ਰਿਹਾ ਹੈ, ਲੇਕਿਨ ਪੂਰੀ ਤਰ੍ਹਾਂ ਦੋਨੋਂ ਸੰਸਕ੍ਰਿਤੀਆਂ ਇੱਕ ਦੂਜੇ ਦੇ ਨਾਲ ਮਿਕਸ ਨਹੀਂ ਹੋ ਪਾਉਂਦੀਆਂ, ਇੱਕ ਦੂਜੇ ਦੇ ਨਾਲ ਕੀ ਹੈ, ਐਡਜਸਟ ਨਹੀਂ ਕਰ ਪਾਉਂਦੀਆਂ। ਪਰ ਕਿਤੇ ਨਾ ਕਿਤੇ ਪਰ ਸੰਸਕ੍ਰਿਤੀ ਗ੍ਰਹਿਣ ਦੇ ਵਿੱਚ ਇੱਕ ਦੂਜੀ ਸੰਸਕ੍ਰਿਤੀ ਨੂੰ ਗ੍ਰਹਿਣ ਕਰਨਾ ਲਾਜ਼ਮੀ ਹੈ ਜਾਂ ਇਸ ਦੇ ਵਿੱਚ ਪਾਇਆ ਜਾਂਦਾ ਹੈ। ਇਹ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਵਿੱਚ ਦੋ ਸੱਭਿਆਚਾਰਾਂ ਦੇ ਲੋਕ ਇੱਕ ਦੂਜੇ ਦੇ ਸੰਪਰਕ ਵਿੱਚ ਆਉਂਦੇ ਹਨ ਅਤੇ ਦੂਜੇ ਸੱਭਿਆਚਾਰ ਦੇ ਕਈ ਤੱਤਾਂ ਨੂੰ ਅਪਣਾਉਂਦੇ। ਦੇਖੋ, ਸੱਭਿਆਚਾਰ ਦੇ ਵਿੱਚ ਵੱਖ-ਵੱਖ ਐਲੀਮੈਂਟਸ ਹੋਣਗੇ। ਐਲੀਮੈਂਟਸ ਮਤਲਬ ਭਾਸ਼ਾ ਇੱਕ ਤੱਤ ਹੈ, ਖਾਣ ਪੀਣ ਦਾ ਢੰਗ ਵੀ ਇੱਕ ਤੱਤ ਹੈ, ਪਹਿਰਾਵਾ, ਕਦਰਾਂ ਕੀਮਤਾਂ, ਵਿਵਹਾਰ, ਵਿਅਕਤੀ ਦੀ ਸੋਚ, ਉਸਦੇ ਵਿਚਾਰ, ਇਹ ਸਭ ਕੁਝ ਕੀ ਹੈ, ਸੰਸਕ੍ਰਿਤਿਕ ਤੱਤ ਹੁੰਦੇ ਹਨ। ਤੇ ਜਦੋਂ ਇੱਕ ਵਿਅਕਤੀ ਇਹ ਵੱਖੋ ਵੱਖਰੇ ਸੰਸਕ੍ਰਿਤਿਕ ਤੱਤਾਂ ਨੂੰ ਅਪਣਾਉਂਦਾ ਹੈ ਤਾਂ ਇਹਨਾਂ ਤੱਤਾਂ ਨੂੰ ਅਪਣਾਉਣ ਦੇ ਨਾਲ ਨਾਲ ਦੋਵੇਂ ਸੱਭਿਆਚਾਰਾਂ ਦੇ ਵਿੱਚ ਤਬਦੀਲੀ ਹੋ ਜਾਂਦੀ ਹੈ ਜਾਂ ਉਹਨਾਂ ਦੀ ਤਬਦੀਲੀ ਦੇਖਣ ਨੂੰ ਮਿਲਦੀ ਹੈ। ਇਸ ਕਰਕੇ ਕੀ ਹੈ, ਜੋ ਕਹਿ ਸਕਦੇ ਹਾਂ ਕਿ ਪਰ ਸੰਸਕ੍ਰਿਤੀ ਗ੍ਰਹਿਣ ਹੈ, ਇਸ ਦੇ ਵਿੱਚ ਕੀ ਹੈ, ਇਹ ਕਹਿ ਸਕਦੇ ਹਾਂ ਕਿ ਜਦੋਂ ਇੱਕ ਸੰਸਕ੍ਰਿਤੀ ਦੇ ਲੋਕ ਦੂਜੀ ਸੰਸਕ੍ਰਿਤੀ ਦੇ ਲੋਕਾਂ ਦੇ ਸੰਪਰਕ ਵਿੱਚ ਆਉਂਦੇ ਹਨ, ਤਦੋਂ ਉਹ ਇੱਕ ਦੂਜੇ ਨੂੰ ਅਤੇ ਇੱਕ ਦੂਜੇ ਦੀ ਸੰਸਕ੍ਰਿਤੀਆਂ ਨੂੰ ਪ੍ਰਭਾਵਿਤ ਕਰਦੇ ਹਨ। ਕਿਉਂਕਿ ਪ੍ਰਭਾਵਿਤ ਕਰਨ ਦਾ ਇੱਥੇ ਇਹ ਅਰਥ ਹੈ ਕਿ ਜਦੋਂ ਇੱਕ ਵਿਅਕਤੀ ਦੂਜੇ ਵਿਅਕਤੀ ਨੂੰ ਮਿਲਦਾ ਹੈ, ਉਸ ਨਾਲ ਗੱਲਬਾਤ ਕਰਦਾ ਹੈ, ਵਿਚਾਰ ਵਟਾਂਦਰਾ ਕਰਦਾ ਹੈ, ਹਸਤਾਂਤਰਣ ਪਾਇਆ ਜਾਂਦਾ ਹੈ, ਤਦ ਕਿਤੇ ਨਾ ਕਿਤੇ ਇੱਕ ਵਿਅਕਤੀ ਦੂਸਰੇ ਦੇ ਪ੍ਰਭਾਵ ਦੇ ਹੇਠ ਆਉਂਦਾ ਹੈ ਅਤੇ ਉਸ ਵਿਅਕਤੀ ਤੋਂ, ਦੂਜੇ ਸੰਸਕ੍ਰਿਤੀ ਦੇ ਵਿਅਕਤੀ ਤੋਂ ਕੁਛ ਨਾ ਕੁਛ ਲੈਂਦਾ ਹੈ। ਗਿਵ ਐਂਡ ਟੇਕ ਹੈ, ਆਦਾਨ ਪ੍ਰਦਾਨ ਹੈ, ਗ੍ਰਹਿਣ ਕਰਦਾ ਹੈ। ਜਿਵੇਂ ਮੁਸਲਮਾਨਾਂ ਦੇ ਭਾਰਤ ਦੇ ਵਿੱਚ ਆਉਣ ਉੱਤੇ ਜੋ ਪਰਿਵਰਤਨ ਹੋਇਆ ਅਤੇ ਜਦੋਂ ਇਸ ਸੰਸਕ੍ਰਿਤੀ ਨੂੰ ਵਿਅਕਤੀ, ਜਦੋਂ ਮੁਸਲਮਾਨਾਂ ਨੇ ਜਾਂ ਭਾਰਤ ਦੇ ਵਿੱਚ ਆ ਕੇ ਜਦੋਂ ਸੰਸਕ੍ਰਿਤੀ ਨੂੰ ਵੀ ਅਪਣਾਉਣਾ ਸ਼ੁਰੂ ਕੀਤਾ, ਉਸ ਤੋਂ ਵੀ ਪਰ ਸੰਸਕ੍ਰਿਤੀ ਗ੍ਰਹਿਣ ਦਾ ਨਾਮ ਦਿੱਤਾ ਗਿਆ। ਅਤੇ ਪਰ ਸੰਸਕ੍ਰਿਤੀ ਗ੍ਰਹਿਣ ਦੇ ਵਿੱਚ ਇੱਕ ਦੂਜੇ ਦੇ ਵਿਚਾਰ, ਇਹ ਚੀਜ਼ਾਂ ਯਾਦ ਰੱਖਣ ਵਾਲੀਆਂ ਹਨ, ਵਿਚਾਰ, ਭਾਵਨਾਵਾਂ, ਆਦਰਸ਼, ਕਦਰਾਂ ਕੀਮਤਾਂ, ਪਰਿਮਾਪ, ਪ੍ਰਤਿਮਾਨ, ਇਹਨਾਂ ਸਾਰਿਆਂ ਨੂੰ ਸਵੀਕਾਰ ਕਰਨਾ ਪੈਂਦਾ ਹੈ, ਜਿਸ ਨੂੰ ਪਰ ਸੰਸਕ੍ਰਿਤੀ ਗ੍ਰਹਿਣ ਦਾ ਹਿੱਸਾ ਮੰਨਿਆ ਜਾਂਦਾ ਹੈ ਜਾਂ ਇਸ ਦਾ ਅੰਗ ਮੰਨਿਆ ਜਾਂਦਾ ਹੈ।
ਸੋ ਇਸ ਤਰ੍ਹਾਂ ਇਹ ਜੋ ਪਰਿਭਾਸ਼ਾ ਵੀ ਮੈਂ ਗਿਲਨ ਅਤੇ ਗਿਲਨ ਦੀ ਦਿੱਤੀ ਹੈ। ਸੋ ਇਹ ਪਰਿਭਾਸ਼ਾਵਾਂ ਦੇ ਆਧਾਰ ਉੱਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਪਰਸੰਸਕ੍ਰਿਤੀ ਗ੍ਰਹਿਣ ਇੱਕ ਪ੍ਰੋਸੈਸ ਹੈ, ਇਹ ਇੱਕ ਤਰ੍ਹਾਂ ਦੀ ਪ੍ਰਕਿਰਿਆ ਹੈ ਜਿਸ ਵਿੱਚ ਦੋ ਸੰਸਕ੍ਰਿਤੀਆਂ ਦੇ ਲੋਕ ਇੱਕ ਦੂਜੇ ਦੇ ਸੰਪਰਕ ਵਿੱਚ ਆਉਂਦੇ ਹਨ ਅਤੇ ਉਹ ਇੱਕ ਦੂਜੇ ਦੇ ਸਾਰੇ ਨਹੀਂ ਬਲਕਿ ਕੁਝ ਤੱਤਾਂ ਨੂੰ, ਸਾਰੇ ਤਾਂ ਨਹੀਂ ਪਰ ਕਾਫੀ ਸਾਰੇ ਤੱਤਾਂ ਨੂੰ ਕੀ ਹੈ ਗ੍ਰਹਿਣ ਕਰ ਲੈਂਦੇ ਹਨ ਅਤੇ ਇਹਨਾਂ ਤੱਤਾਂ ਨੂੰ ਗ੍ਰਹਿਣ ਕਰਨ ਦੀ ਪ੍ਰਕਿਰਿਆ ਨਾਲ ਦੋਵੇਂ ਸੰਸਕ੍ਰਿਤੀਆਂ ਵਿੱਚ ਇੱਕ ਦੂਜੇ ਦੇ ਪ੍ਰਭਾਵਾਂ ਅਧੀਨ ਕਾਫੀ ਪਰਿਵਰਤਨ ਆ ਜਾਂਦਾ ਹੈ। ਇਹ ਚੀਜ਼ ਮੈਂ ਇੱਥੇ ਦੁਹਰਾਉਣਾ ਚਾਹਾਂਗੀ ਕਿ ਜਦੋਂ ਦੋ ਸੰਸਕ੍ਰਿਤੀ ਦੇ ਲੋਕ ਇੱਕ ਦੂਜੇ ਦੇ ਸੰਪਰਕ ਦੇ ਵਿੱਚ ਆਉਂਦੇ ਹਨ ਅਤੇ ਉਹ ਇੱਕ ਦੂਜੇ ਦੇ ਸਾਰੇ ਤੱਤਾਂ ਨੂੰ ਨਹੀਂ ਬਲਕਿ ਬਹੁਤ ਸਾਰੇ ਤੱਤਾਂ ਨੂੰ, ਕਾਫੀ ਤੱਤਾਂ ਨੂੰ ਅਪਣਾ ਲੈਂਦੇ ਹਨ। ਸਾਰੇ ਤੱਤ ਇਸ ਵਿੱਚ ਸ਼ਾਮਿਲ ਨਹੀਂ ਹੋਣਗੇ ਪਰ ਫਿਰ ਵੀ ਇਸ ਦੇ ਵਿੱਚ ਕਈ ਤੱਤ ਹੋਣਗੇ ਜਿਸ ਨੂੰ ਅਪਣਾਇਆ ਜਾਂਦਾ ਹੈ ਅਤੇ ਇਹ ਤੱਤ ਗ੍ਰਹਿਣ ਕਰਨ ਦੀ ਪ੍ਰਕਿਰਿਆ ਨਾਲ ਦੋਵੇਂ ਸੰਸਕ੍ਰਿਤੀਆਂ ਇੱਕ ਦੂਜੇ ਦੇ ਪ੍ਰਭਾਵ ਅਧੀਨ ਕਾਫੀ ਪਰਿਵਰਤਨ ਲੈ ਆਉਂਦੀਆਂ ਹਨ ਜਿਸ ਨੂੰ ਪਰ ਸੰਸਕ੍ਰਿਤੀ ਗ੍ਰਹਿਣ ਦਾ ਨਾਮ ਦਿੱਤਾ ਜਾਂਦਾ ਹੈ। ਸੋ ਇਸ ਵਿਸ਼ੇ ਦੇ ਵਿੱਚ ਪਰ ਸੰਸਕ੍ਰਿਤੀ ਗ੍ਰਹਿਣ ਦੇ ਵਿੱਚ ਇਸ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰਾਂਗੇ। ਸਭ ਤੋਂ ਪਹਿਲੀ ਵਿਸ਼ੇਸ਼ਤਾ ਹੈ ਇਹ ਦੋ ਤਰਫੀ ਪ੍ਰਕਿਰਿਆ ਹੈ ਜਾਂ ਦੋ ਪਾਸੇ ਦੀ ਪ੍ਰਕਿਰਿਆ ਹੈ। ਸੋ ਦੋ ਤਰਫੀ ਪ੍ਰਕਿਰਿਆ ਇਸ ਲਈ ਕਹਿ ਸਕਦੇ ਹਾਂ ਕਿ ਇਸ ਵਿੱਚ ਸਿਰਫ ਇੱਕ ਹੀ ਸੰਸਕ੍ਰਿਤੀ ਦੂਜੀ ਸੰਸਕ੍ਰਿਤੀ ਨੂੰ ਨਹੀਂ ਅਪਣਾਉਂਦੀ ਬਲਕਿ ਦੂਸਰੀ ਸੰਸਕ੍ਰਿਤੀ ਵੀ ਪਹਿਲੀ ਸੰਸਕ੍ਰਿਤੀ ਨੂੰ ਅਪਣਾਉਂਦੀ ਹੈ। ਜਾਂ ਸਧਾਰਨ ਸ਼ਬਦਾਂ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਜਦੋਂ ਦੋਨੋਂ ਜਾਂ ਦੋਵੇਂ ਸੰਸਕ੍ਰਿਤੀਆਂ ਮਿਲ ਜੁਲ ਕੇ ਇੱਕ ਦੂਸਰੇ ਦੇ ਤੱਤਾਂ ਨੂੰ ਗ੍ਰਹਿਣ ਕਰਦੀਆਂ ਹਨ ਤਦ ਉਸ ਨੂੰ ਪਰ ਸੰਸਕ੍ਰਿਤੀ ਗ੍ਰਹਿਣ ਦਾ ਨਾਮ ਦਿੱਤਾ ਗਿਆ ਹੈ ਅਤੇ ਇਹ ਇਸ ਦੀ ਮੁੱਖ ਵਿਸ਼ੇਸ਼ਤਾ ਹੈ। ਇਹ ਇੱਕ ਤਰਫੀ ਜਾਂ ਜੇ ਵਨ ਸਾਈਡਡ ਜੋ ਪ੍ਰੋਸੈਸ ਹੈ ਇਹ ਨਹੀਂ ਹੈ, ਇੱਕ ਤਰਫੀ ਪ੍ਰਕਿਰਿਆ ਤਾਂ ਬਿਲਕੁਲ ਨਹੀਂ ਹੈ ਬਲਕਿ ਇਹ ਦੋ ਤਰਫੀ ਪ੍ਰਕਿਰਿਆ ਹੈ ਜਾਂ ਦੋਨੋਂ ਪਾਸੇ ਦੀ ਪ੍ਰਕਿਰਿਆ ਹੈ ਜਿਸ ਦੇ ਵਿੱਚ ਇੱਕ ਸੰਸਕ੍ਰਿਤੀ ਦਾ ਵਿਅਕਤੀ ਦੂਸਰੀ ਸੰਸਕ੍ਰਿਤੀ ਦੇ ਵਿਅਕਤੀ ਦੇ ਤੱਤਾਂ ਨੂੰ ਅਪਣਾਏਗਾ ਅਤੇ ਦੂਜੀ ਸੰਸਕ੍ਰਿਤੀ ਦਾ ਵਿਅਕਤੀ ਪਹਿਲੀ ਸੰਸਕ੍ਰਿਤੀ ਦੇ ਤੱਤਾਂ ਨੂੰ ਅਪਣਾ ਲਏਗਾ ਅਤੇ ਇਹ ਦੋਨੋਂ ਇੰਟਰਮਿਕਸ ਹੋ ਜਾਣਗੇ ਲੇਕਿਨ ਇਹਦੇ ਵਿੱਚ ਇੰਟਰਮਿਕਸਿੰਗ ਜ਼ਿਆਦਾ ਨਹੀਂ ਹੁੰਦੀ, ਪੂਰੀ ਤਰ੍ਹਾਂ ਮਿਸ਼ਰਣ ਨਹੀਂ ਹੁੰਦਾ। ਅਗਲੀ ਵਿਸ਼ੇਸ਼ਤਾ ਹੈ ਲੰਬੇ ਸਮੇਂ ਲਈ ਇਹ ਜੋ ਪਰ ਸੰਸਕ੍ਰਿਤੀ ਗ੍ਰਹਿਣ ਹੈ ਇਹ ਦੇਖਣ ਨੂੰ ਮਿਲਦਾ। ਹੁਣ ਲੰਬੇ ਸਮੇਂ ਲਈ ਕਿਵੇਂ ਹੈ ਕਿਉਂਕਿ ਜਦੋਂ ਦੋ ਸੰਸਕ੍ਰਿਤੀਆਂ ਇੱਕ ਦੂਜੇ ਦੇ ਸੰਪਰਕ ਵਿੱਚ ਲੰਬੇ ਸਮੇਂ ਲਈ ਆਉਂਦੀਆਂ ਹਨ ਤਾਂ ਕੋਈ ਵੀ ਸੰਸਕ੍ਰਿਤੀ ਜੇਕਰ ਥੋੜੇ ਸਮੇਂ ਲਈ ਦੂਜੀ ਸੰਸਕ੍ਰਿਤੀ ਦੇ ਸੰਪਰਕ ਵਿੱਚ ਆਉਂਦੀ ਹੈ ਤਾਂ ਉਹ ਸਹੀ ਢੰਗ ਨਾਲ ਸਹੀ ਮਾਇਨੇ ਦੇ ਵਿੱਚ ਸਹੀ ਆਕਾਰ ਦੇ ਵਿੱਚ ਦੂਜੇ ਸੰਸਕ੍ਰਿਤੀ ਦੇ ਤੱਤਾਂ ਨੂੰ ਗ੍ਰਹਿਣ ਨਹੀਂ ਕਰ ਸਕਦੀ। ਸੋ ਜੇ ਇੱਕ ਵਿਅਕਤੀ ਨੇ ਦੂਜੀ ਸੰਸਕ੍ਰਿਤੀ ਦੇ ਤੱਤਾਂ ਨੂੰ ਗ੍ਰਹਿਣ ਕਰਨਾ ਹੈ ਤਦ ਉਹ ਲੰਬੇ ਸਮੇਂ ਲਈ ਦੂਜੀ ਸੰਸਕ੍ਰਿਤਿਕ ਵਿਅਕਤੀਆਂ ਦੇ ਨਾਲ ਰਹੇਗਾ। ਉਦਾਹਰਨ ਦੇ ਤੌਰ ਤੇ ਜੇ ਇੱਕ ਪੰਜਾਬੀ ਵਿਅਕਤੀ ਮੁਸਲਮਾਨ ਵਿਅਕਤੀ ਦੇ ਕੋਲ ਰਹਿੰਦਾ ਹੈ ਜਾਂ ਉਹਨਾਂ ਦੀ ਸੰਸਕ੍ਰਿਤੀ ਦੇ ਵਿੱਚ ਰਹਿੰਦਾ ਹੈ, ਜੇ ਇੱਕ ਜਾਂ ਦੋ ਦਿਨ ਲਈ ਰਹੇਗਾ ਤਦ ਉਹਨਾਂ ਦੇ ਵਿੱਚ ਕੀ ਹੈ ਪਰ ਸੰਸਕ੍ਰਿਤੀ ਗ੍ਰਹਿਣ ਨਹੀਂ ਹੋਏਗਾ। ਪਰ ਸੰਸਕ੍ਰਿਤੀ ਗ੍ਰਹਿਣ ਇੱਕ ਲੰਬੇ ਸਮੇਂ ਲਈ ਪ੍ਰਕਿਰਿਆ ਹੈ ਜਦੋਂ ਵਿਅਕਤੀ 2 ਮਹੀਨੇ 2 ਸਾਲ ਜਾਂ ਕਈ ਸਾਲ ਉਸ ਦੂਸਰੇ ਪਰੰਪਰਾ ਦੇ ਲੋਕਾਂ ਨਾਲ ਦੂਜੀ ਸੰਸਕ੍ਰਿਤੀ ਦੇ ਲੋਕਾਂ ਦੇ ਵਿੱਚ ਵਿਚਰਦਾ ਹੈ ਤਦ ਉਹਨਾਂ ਦੇ ਵਿੱਚ ਪਰ ਸੰਸਕ੍ਰਿਤੀ ਗ੍ਰਹਿਣ ਹੋਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਇੱਕ ਵਿਅਕਤੀ ਜਦੋਂ ਆਪਣੇ ਵਿਚਾਰ ਆਪਣੀ ਸੰਸਕ੍ਰਿਤੀ ਬਾਰੇ ਦੂਜੇ ਲੋਕਾਂ ਨਾਲ ਸੰਪਰਕ ਕਰਦਾ ਹੈ, ਦੂਜੇ ਲੋਕਾਂ ਨਾਲ ਗੱਲਬਾਤ ਕਰਦਾ ਹੈ, ਉਹਨਾਂ ਨੂੰ ਦੱਸਦਾ ਹੈ ਅਤੇ ਦੂਜੇ ਵਿਅਕਤੀਆਂ ਤੋਂ ਵੀ ਉਹਨਾਂ ਦੀ ਸੰਸਕ੍ਰਿਤੀ ਦਾ ਗਿਆਨ ਲੈਂਦਾ ਹੈ ਤਦੋਂ ਇਹ ਜੋ ਪਰ ਸੰਸਕ੍ਰਿਤੀ ਗ੍ਰਹਿਣ ਹੈ ਇਸ ਦੀ ਸਥਿਤੀ ਇਸ ਦੀ ਅਵਸਥਾ ਆ ਜਾਂਦੀ ਹੈ। ਅਗਲਾ ਪੁਆਇੰਟ ਹੈ ਜੋ ਕਦਰਾਂ ਕੀਮਤਾਂ ਹਨ, ਮੌਲਿਕ ਤੱਤ ਹਨ, ਇਹਨਾਂ ਦੇ ਵਿੱਚ ਤਬਦੀਲੀ ਆਉਂਦੀ ਹੈ। ਸੋ ਪਰ ਸੰਸਕ੍ਰਿਤੀ ਗ੍ਰਹਿਣ ਦੀ ਪ੍ਰਕਿਰਿਆ ਦੇ ਵਿੱਚ ਸਮੂਹ ਦੇ ਮੌਲਿਕ ਤੱਤ ਆਦਰਸ਼ ਇਹਨਾਂ ਸਾਰਿਆਂ ਦੇ ਵਿੱਚ ਪਰਿਵਰਤਨ ਆ ਜਾਂਦਾ ਹੈ ਕਿਉਂਕਿ ਪਰਿਵਰਤਨ ਕੁਦਰਤ ਦਾ ਨਿਯਮ ਹੈ। ਕੋਈ ਵੀ ਚੀਜ਼ ਬਿਨਾਂ ਪਰਿਵਰਤਨ ਤੋਂ ਸਮਾਜ ਦੇ ਵਿੱਚ ਦੇਖਣ ਨੂੰ ਨਹੀਂ ਮਿਲਦੀ। ਅਰਥਾਤ ਕੋਈ ਵੀ ਚੀਜ਼ ਹੈ ਭਾਵੇਂ ਉਹ ਭੌਤਿਕ ਹੈ ਅਭੌਤਿਕ ਹੈ ਭਾਵੇਂ ਕੋਈ ਸੰਸਕ੍ਰਿਤੀ ਹੈ ਸੋ ਉਹ ਚੀਜ਼ਾਂ ਦੇ ਵਿੱਚ ਪਰਿਵਰਤਨ ਆ ਹੀ ਜਾਂਦਾ ਹੈ। ਵਿਅਕਤੀ ਜਾਂ ਸਮੂਹ ਨੂੰ ਦੂਜੀ ਸੰਸਕ੍ਰਿਤੀ ਦੇ ਲੋਕਾਂ ਦੇ ਤੱਤ ਉਹਨਾਂ ਦੇ ਆਦਰਸ਼ ਵਧੀਆ ਲੱਗਣ ਲੱਗ ਜਾਂਦੇ ਹਨ ਅਤੇ ਉਹ ਆਪਣੇ ਤੱਤਾਂ ਦੀ ਥਾਂ ਦੂਜੇ ਸੰਸਕ੍ਰਿਤੀ ਦੇ ਮੌਲਿਕ ਤੱਤਾਂ ਨੂੰ ਅਪਣਾਉਣਾ ਸ਼ੁਰੂ ਕਰ ਦਿੰਦੇ ਹਨ ਜਿਸ ਨਾਲ ਵਿਅਕਤੀ ਦੀ ਆਪਣੀ ਸੰਸਕ੍ਰਿਤੀ ਦੇ ਮੌਲਿਕ ਤੱਤਾਂ ਦੇ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਜਾਂਦਾ ਹੈ। ਸੋ ਜਦੋਂ ਇੱਕ ਵਿਅਕਤੀ ਦੇ
ਜੋ ਸੰਸਕ੍ਰਿਤੀ ਦੇ ਦੀਆਂ ਕਦਰਾਂ ਕੀਮਤਾਂ ਹੋਣਗੀਆਂ, ਮੌਲਿਕ ਤੱਤ ਹੋਣਗੇ। ਜਦੋਂ ਉਹ ਵਿਅਕਤੀ ਦੂਜੀ ਸੰਸਕ੍ਰਿਤੀ ਦੇ ਮੌਲਿਕ ਤੱਤਾਂ ਨੂੰ, ਦੂਜੀ ਸੰਸਕ੍ਰਿਤੀ ਦੇ ਆਦਰਸ਼ਾਂ ਨੂੰ, ਕਦਰਾਂ ਕੀਮਤਾਂ ਨੂੰ ਅਪਣਾਏਗਾ, ਤਦ ਉਸ ਵਿਅਕਤੀ ਦੇ ਆਪਣੀ ਸੰਸਕ੍ਰਿਤੀ ਦੇ ਤੱਤਾਂ ਦੇ ਵਿੱਚ ਵੀ ਕਿਤੇ ਨਾ ਕਿਤੇ परिवर्तन आ जाएगा, जो पर संस्कृति ग्रहण का ही एक हिस्सा है या एक मुख्य विशेषता। अगली विशेषता पर संस्कृति ग्रहण ये है कि यह पूरी तरह नहीं बल्कि यह एक दूजी सभ्याचार ਦੀਆਂ ਤਬਦੀਲੀਆਂ ਨੂੰ स्वीकार कर ਲੈਂਦਾ है। पूरी तरह पूरी तरह तब्दीली ना होने का इत्थे अर्थ यह है कि जदों दो सभ्याचार एक दूजे नाल मिलणगे तां उन्हां दे विच पूरा मिश्रण नहीं हो पाएगा, क्योंकि एक व्यक्ति अपने संस्कृतिक तत्तां नूं भी नाल लैके चलेगा ते दूजे तत्तां नूं भी अपनाएगा। इस करके यह पूरी तरह नहीं बदलता, पर यह दूजे सभ्याचार दीयां तब्दीलियां नूं स्वीकार जरूर कर लैंदा है। इस तरह मिश्रण पूरी तरह नहीं हुंदा, बल्कि दोवें संस्कृतियां दी अपनी विशेषता भी बनी रहती है। एक संस्कृति की अपनी विशेषता भी बनी रहेगी, क्यों? क्योंकि वो संस्कृति के लोगों ने, वो सभ्याचार के लोगों ने अपने संस्कृतिक तत्तां नूं नहीं छड्डिया हुंदा, भावें दूजे संस्कृतिक तत्तां नूं अपनाया हुंदा है, बट अपने संस्कृतिक तत्तां नूं ना छड्डदे होए दूजे व्यक्तियां दे, दूजे समूह के संस्कृतिक तत्तां नूं हासिल करते हैं, जिसनूं परसंस्कृति ग्रहण का नाम दिता जाता है। आखिर दे विच विशेषता की गल करांगे, सभ्याचार दे विच तब्दीली। सो ये सुभाविक है कि संस्कृति या सभ्याचार दे विच तब्दीली आ जाती है। परसंस्कृति ग्रहण की प्रक्रिया दे विच एक समूह तो दूजे समूह दीयां संस्कृतियां दे विच की है, परिवर्तन आ जाता है, जो परसंस्कृति ग्रहण का हिस्सा है। सो इस विशेषतावां तो बाद गल करांगे पर संस्कृति ग्रहण दीयां शर्तां। जे आपां इस टॉपिक नूं या पर संस्कृति ग्रहण नूं ही जे वाइंड अप करना होवे तां इस दे विच इह कहांगे कि किहड़ियां-किहड़ियां शर्तां हन जो समाज दे विच इह देखण नूं मिलदा है कि हाँ हुण पर संस्कृति ग्रहण दी जो प्रक्रिया है वो शुरू हो गई है, कि हाँ यही चीज़ है जिसनूं अकल्ट्रेशन दा नाम दिता जांदा है। सो सब तो पहला तो दो संस्कृतियां का एक दूजे के संपर्क दे विच आउणा पर संस्कृति ग्रहण है। दूसरा पॉइंट इत्थे यह है कि दो संस्कृतियां दे लंबे समय लई संपर्क विच आउणा जरूरी है। जे वो थोड़े समय लई संपर्क विच आउणगे तद एक दूजे के तत्तां नूं नहीं अपना सकणगे, चंगी तरह मिश्रण नहीं हो पाएगा या चंगी तरह एक दूजे नूं नहीं समझ सकणगे। जदों एक समूह या एक व्यक्ति दूजे व्यक्ति या दूजे समूह के नेड़े रहिंदा है, नज़दीक रहिंदा है, संपर्क विच रहिंदा है अते नाल नाल अंतर क्रियावां करदा है, तद इस तों ये पता लगदा है कि एक व्यक्ति ने दूजे व्यक्ति, दूसरे संस्कृति के व्यक्ति की संस्कृति नूं अपना लिया, उसको ग्रहण कर लिया। तीसरी शर्त इत्थे ये है अकल्ट्रेशन की, पर संस्कृति ग्रहण की, कि व्यक्ति सिर्फ उन्हां तत्तां नूं ही ग्रहण करता है जिन्हां दा उसनूं पता हुंदा है, क्योंकि जिस चीज़ नूं एक तरह का कॉन्शियस प्रोसैस भी है, चेतन प्रक्रिया भी है, क्योंकि जे एक व्यक्ति दूजे संस्कृति के व्यक्ति के संपर्क विच आएगा तब उसको पता होएगा कि उसने दूजे संस्कृतिक किहड़े-किहड़े तत्तां नूं अपनाउणा है। सिर्फ उन्हां तत्तां नूं ही अपनाया जाएगा जिसनूं वो व्यक्ति चंगी तरह जानदा होएगा। बाकी तत्तां नूं अलग तो रख के या इग्नोर करके सिर्फ उन्हां ही एलीमेंट्स नूं एक्सेप्ट किया जाएगा जिसनूं व्यक्ति जानदा होवेगा, भावें वो पहरावा है, खाण पीण है, उन्हां दी भाषा हो सकती है, या फिर साहित्य हो सकता है, आर्ट हो सकता है, कला हो सकती है, या कोई भी इदां दीयां चीज़ां जो संस्कृति के नाल संपर्क करदियां हन या उन्हां दे उसदे नाल मेल जोल खांदियां हन। सो वो सारियां चीज़ां दी गल हो रही है। चौथी अते अखीरली शर्त अकल्ट्रेशन दे विच, पर संस्कृति ग्रहण दे विच ये है कि इस प्रक्रिया विच पूरी संस्कृति का ग्रहण नहीं हुंदा, नहीं हो सकता, बल्कि कुछ तत्तां दा दे विच की है परिवर्तन आ जांदा है। उदाहरण के तौर पे कि जे एक हिंदुस्तानी विदेश दे विच जांदा है ते विदेशी भाषा सिੱਖਦਾ है तद वो उस पूरी भाषा नूं तां सिੱਖ सकदा है, उस दे विच उस भाषा दे विच तब्दीली आ सकदी है, वो अंग्रेजी या फ्रेंच या जर्मन इदां दी भाषावां बोल सकदा है, लगातार इस भाषा का प्रयोग कर सकता है, पर फिर भी वो अपनी भाषा नूं नहीं भुलेगा।
ਜਾਂ ਇਹ ਕਹਿ ਸਕਦੇ ਹਾਂ ਬਲਕਿ ਥੋੜਾ ਜਿਹਾ ਪਰਿਵਰਤਨ ਲਾਜ਼ਮੀ ਹੋਏਗਾ ਜਾਂ ਦੇਖਣ ਨੂੰ ਮਿਲੇਗਾ। ਤੇ ਪਦ ਸੰਸਕ੍ਰਿਤੀ ਗ੍ਰਹਿਣ ਦਾ ਜੋ ਨਤੀਜਾ ਅੱਗੇ ਨਿਕਲ ਕੇ ਆਉਂਦਾ ਹੈ ਉਸਦੇ ਵਿੱਚ ਇਹ ਦੇਖਣ ਨੂੰ ਮਿਲਦਾ ਹੈ ਕਿ ਨਤੀਜੇ ਵਜੋਂ ਕੀ ਹੈ, ਇੱਕ ਸੰਸਕ੍ਰਿਤੀ ਦੇ ਵਿੱਚ ਵਾਧਾ ਹੁੰਦਾ ਹੈ, ਉਸਦੇ ਤੱਤ ਵੱਧਦੇ ਹਨ ਅਤੇ ਉਸਦੇ ਵਿੱਚ ਸੁਧਾਰ ਤੇ ਪ੍ਰਸਾਰ ਵੀ ਹੋ ਜਾਂਦਾ ਹੈ, ਕਿਉਂਕਿ ਪ੍ਰਸਾਰ ਹੋਣਾ ਸੁਭਾਵਿਕ ਹੈ। ਜਦੋਂ ਇੱਕ ਵਿਅਕਤੀ ਦੀ ਜੋ ਸੰਸਕ੍ਰਿਤੀ ਹੈ, ਜਦੋਂ ਉਹ ਕੁਝ ਤੱਤਾਂ ਨੂੰ ਛੱਡ ਕੇ ਜਾਂ ਜਦੋਂ ਉਹ ਦੂਜੀ ਸੰਸਕ੍ਰਿਤੀ ਦੇ ਵਿੱਚ ਮੇਲ ਜੋਲ ਖਾਏਗਾ ਜਾਂ ਉਸ ਸੰਸਕ੍ਰਿਤੀ ਦੇ ਲੋਕਾਂ ਨਾਲ ਗੱਲਬਾਤ ਕਰੇਗਾ, ਉਸ ਸੰਸਕ੍ਰਿਤੀ ਦੇ ਸੰਪਰਕ ਵਿੱਚ ਆਏਗਾ ਅਤੇ ਕੁਝ ਤੱਤਾਂ ਨੂੰ ਗ੍ਰਹਿਣ ਕਰੇਗਾ, ਤਦ ਉਹ ਦੂਜੀ ਸੰਸਕ੍ਰਿਤੀ ਦੇ ਨਾਲ ਪ੍ਰਭਾਵਿਤ ਹੋ ਕੇ ਉਸ ਸੰਸਕ੍ਰਿਤੀ ਦਾ ਵੀ ਪ੍ਰਸਾਰ ਕਰ ਸਕਦਾ ਹੈ। ਇਸ ਤੋਂ ਇਲਾਵਾ ਨਤੀਜੇ ਵਜੋਂ ਦੋ ਸੰਸਕ੍ਰਿਤੀ ਦੇ ਵਿੱਚ ਭਾਈਚਾਰੇ ਦੀ ਭਾਵਨਾ ਵੀ ਪੈਦਾ ਹੋਏਗੀ, ਕਿਉਂਕਿ ਏਕੀਕਰਨ, ਆਪਸੀ ਏਕਤਾ, ਆਪਸੀ ਸਹਿਯੋਗ ਇਹ ਸਾਰੇ ਹੀ ਸਮਾਜ ਦੇ ਲਈ ਬਹੁਤ ਲਾਭਦਾਇਕ ਹਨ ਅਤੇ ਜ਼ਰੂਰੀ ਵੀ। ਜੇ ਦੋ ਵਿਅਕਤੀ ਇੱਕ ਦੂਜੇ ਨਾਲ ਮਨਮੁਟਾਵ ਕਰਕੇ ਸਿਰਫ ਸੰਸਕ੍ਰਿਤੀ ਨੂੰ ਹੀ ਅਪਣਾਉਣਗੇ ਤਾਂ ਉਸ ਦੇ ਨਾਲ ਸੰਸਕ੍ਰਿਤੀ ਦਾ ਆਦਾਨ ਪ੍ਰਦਾਨ ਨਹੀਂ ਹੋਏਗਾ। ਸੰਸਕ੍ਰਿਤੀ ਦਾ ਆਦਾਨ ਪ੍ਰਦਾਨ ਹੋਣ ਦੇ ਲਈ ਇਹ ਜ਼ਰੂਰੀ ਹੈ ਕਿ ਦੋ ਵਿਅਕਤੀਆਂ ਦੇ ਵਿੱਚ ਪਹਿਲਾਂ ਏਕਤਾ ਜਾਂ ਏਕੀਕਰਨ ਹੋਣਾ ਲਾਜ਼ਮੀ ਹੈ। ਜਦੋਂ ਦੋ ਵਿਅਕਤੀ ਇੱਕ ਦੂਜੇ ਨੂੰ ਸਹੀ ਢੰਗ ਦੇ ਨਾਲ ਅੰਡਰਸਟੈਂਡ ਕਰ ਪਾਉਣਗੇ, ਇੱਕ ਦੂਜੇ ਨੂੰ ਸਹੀ ਦਿਸ਼ਾ ਦੇ ਵਿੱਚ ਸਮਝਣਗੇ, ਤਾਂ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਕੀ ਹੈ, ਸਮਾਜ ਦਾ ਵਾਧਾ ਹੋਏਗਾ, ਉਸ ਸੰਸਕ੍ਰਿਤੀ ਦਾ ਵਾਧਾ ਹੋਏਗਾ ਅਤੇ ਵਿਅਕਤੀਆਂ ਦਾ ਨੁਕਸਾਨ ਨਹੀਂ ਹੋਏਗਾ। ਅਤੇ ਅਗਲਾ ਨਤੀਜਾ ਇਸ ਦੇ ਵਿੱਚ ਪਦ ਸੰਸਕ੍ਰਿਤੀ ਗ੍ਰਹਿਣ ਦਾ ਇਹ ਦੇਖਣ ਨੂੰ ਮਿਲਦਾ ਹੈ ਕਿ ਪਦ ਸੰਸਕ੍ਰਿਤੀ ਗ੍ਰਹਿਣ ਦੇ ਵਿੱਚ ਕੀ ਹੈ, ਸੰਸਕ੍ਰਿਤਿਕ ਤੱਤਾਂ ਦਾ ਆਦਾਨ ਪ੍ਰਦਾਨ ਹੁੰਦਾ ਹੈ ਅਤੇ ਜਿਸ ਦੇ ਨਾਲ ਅੱਗੇ ਜਾ ਕੇ ਸਾਤਮੀਕਰਨ ਵੀ ਹੋ ਜਾਂਦਾ ਹੈ, ਜਾਂ ਕਹਿ ਸਕਦੇ ਹੋ ਕਿ ਅਸਿਮੀਲੇਸ਼ਨ ਵੀ ਹੋ ਜਾਂਦਾ, ਸਮੀਕਰਨ ਵੀ ਹੋ ਜਾਂਦਾ। ਸੋ ਜਦੋਂ ਦੋ ਸੰਸਕ੍ਰਿਤੀਆਂ ਆਪਸ ਦੇ ਵਿੱਚ ਮੇਲ ਜੋਲ ਖਾਣਗੀਆਂ, ਜਦੋਂ ਦੋ ਸੰਸਕ੍ਰਿਤੀਆਂ ਇੱਕ ਦੂਜੇ ਨਾਲ ਸੰਪਰਕ ਦੇ ਵਿੱਚ ਆਉਣਗੀਆਂ, ਤਦੋਂ ਕੀ ਦੇਖਿਆ ਜਾਏਗਾ ਕਿ ਅੱਗੇ ਜਾ ਕੇ ਉਹ ਦੋਨੋਂ ਸੰਸਕ੍ਰਿਤੀਆਂ ਜਿੱਥੇ ਪਦ ਸੰਸਕ੍ਰਿਤੀ ਗ੍ਰਹਿਣ ਦੀ ਪ੍ਰਕਿਰਿਆ ਚੱਲ ਰਹੀ ਹੈ, ਅੱਗੇ ਜਾ ਕੇ ਇਹ ਸਮੀਕਰਨ ਦਾ ਰੂਪ ਵੀ ਲੈ ਸਕਦੀ ਹੈ। ਅੱਗੇ ਗੱਲ ਕਰਾਂਗੇ, ਜੇਕਰ ਦੋਨੋਂ ਸੰਸਕ੍ਰਿਤੀਆਂ ਵਿੱਚ ਬਰਾਬਰੀ ਨਹੀਂ ਹੈ ਤਾਂ ਉਹ ਅਸਮਾਨ ਹੋਣਗੀਆਂ। ਕੋਈ ਛੋਟੀ ਸੰਸਕ੍ਰਿਤੀ ਹੋਏਗੀ, ਕੁਝ ਵੱਡੀ ਹੋਏਗੀ, ਤਾਂ ਛੋਟੀ ਸੰਸਕ੍ਰਿਤੀ ਹੌਲੀ ਹੌਲੀ ਵੱਡੀ ਸੰਸਕ੍ਰਿਤੀ ਦੇ ਵਿੱਚ ਮਿਲ ਜਾਂਦੀ ਹੈ ਤੇ ਛੋਟੀ ਸੰਸਕ੍ਰਿਤੀ ਨਸ਼ਟ ਵੀ ਹੋ ਜਾਂਦੀ ਹੈ। ਜਿਵੇਂ ਕਈ ਭਾਰਤੀ ਜੋ ਕਬੀਲਿਆਂ ਦੇ ਵਿੱਚ ਕੀ ਹੈ, ਈਸਾਈ ਜੋ ਮਿਸ਼ਨਰੀ ਸੀ ਉਹ ਉਹਨਾਂ ਦੇ ਸੰਪਰਕ ਵਿੱਚ ਆਏ, ਕੁਝ ਹਿੰਦੂ ਈਸਾਈ ਧਰਮ ਦੇ ਵਿੱਚ ਬਦਲੇ ਅਤੇ ਉਹਨਾਂ ਦਾ ਜੋ ਹਿੰਦੂ ਧਰਮ ਦਾ ਜੋ ਇੱਕ ਅਸਤਿਤਵ ਸੀ ਉਹਨਾਂ ਲਈ ਉਹ ਖਤਮ ਹੋ ਗਿਆ। ਉਹਨਾਂ ਨੇ ਆਪਣੇ ਆਪ ਨੂੰ ਬਿਲਕੁਲ ਹੀ ਬਦਲ ਲਿਆ, ਬਿਲਕੁਲ ਹੀ ਦੂਸਰੇ ਧਰਮ ਦੇ ਵਿੱਚ ਆਪਣੇ ਆਪ ਨੂੰ ਪਰਿਵਰਤਨ ਕਰ ਲਿਆ। ਉੱਦਾਂ ਦੀ ਭਾਸ਼ਾ, ਪਹਿਰਾਵਾ, ਸੱਭਿਆਚਾਰ, ਪਰੰਪਰਾਵਾਂ, ਕਦਰਾਂ ਕੀਮਤਾਂ, ਪਰਿਮਾਪ, ਇਹ ਸਭ ਕੁਝ ਈਸਾਈ ਧਰਮ ਦਾ ਹੀ ਸਵੀਕਾਰ ਕਰਨਾ ਸ਼ੁਰੂ ਕੀਤਾ, ਅਸੈਪਟ ਕੀਤਾ, ਉਸਨੂੰ ਫੋਲੋ ਕਰਨਾ ਸ਼ੁਰੂ ਕੀਤਾ ਤੇ ਉਸਦੇ ਨਾਲ ਨਾਲ ਉਹ ਜੋ ਛੋਟੀ ਸੰਸਕ੍ਰਿਤੀ ਸੀ, ਜਾਂ ਕਹਿ ਸਕਦੇ ਹੋ ਕਿ ਜੋ ਛੋਟਾ ਜੋ ਸੰਸਕ੍ਰਿਤਿਕ ਤੱਤ ਜਿਸ ਦੇ ਵਿੱਚ ਘੱਟ ਸੀ, ਉਹ ਬਿਲਕੁਲ ਹੀ ਨਸ਼ਟ ਹੋ ਗਈ ਤੇ ਉਹ ਵੱਡੀ ਸੰਸਕ੍ਰਿਤੀ ਦੇ ਵਿੱਚ ਜਾ ਕੇ ਮਿਲ ਗਈ। ਸੋ ਕਈ ਵਾਰ ਵਿਅਕਤੀ ਨੂੰ ਦੂਜੀਆਂ ਸੰਸਕ੍ਰਿਤੀਆਂ ਦੇ ਸੰਪਰਕ ਵਿੱਚ ਆਉਣ ਕਰਕੇ ਉਸ ਸੰਸਕ੍ਰਿਤੀ ਦੇ ਤੱਤਾਂ ਨਾਲ ਅਨੁਕੂਲਨ ਕਰਨਾ ਪੈਂਦਾ ਹੈ, ਜਾਂ ਇਹ ਕਹਿ ਸਕਦੇ ਹਾਂ ਕਿ ਮਾਨਸਿਕ ਤਣਾਅ ਦਾ ਵੀ ਵਿਅਕਤੀ ਜਾਂ ਲੋਕ ਸ਼ਿਕਾਰ ਹੋ ਜਾਂਦੇ ਹਨ, ਕਿਉਂਕਿ ਉਹਨਾਂ ਨੂੰ ਨਵੇਂ ਹਾਲਾਤਾਂ ਦੇ ਵਿੱਚ ਆਪਣੇ ਆਪ ਨੂੰ ਬੈਲੈਂਸ ਰੱਖਣਾ, ਆਪਣੇ ਆਪ ਨੂੰ ਸੰਤੁਲਨ ਉਸ ਹਾਲਾਤਾਂ ਦੇ ਨਾਲ ਬਿਠਾਉਣਾ ਪੈਂਦਾ ਹੈ, ਜਿਸ ਦੇ ਨਾਲ ਕਈ ਵਾਰੀ ਦਿਮਾਗੀ ਰੂਪ ਦੇ ਵਿੱਚ ਜਾਂ ਮਾਨਸਿਕ ਤੌਰ ਉੱਤੇ ਪਰੇਸ਼ਾਨੀ ਦਾ ਸ਼ਿਕਾਰ ਵੀ ਇੱਕ ਵਿਅਕਤੀ ਨੂੰ ਬਣਨਾ ਪੈਂਦਾ ਹੈ। ਜਿਵੇਂ ਇੱਕ ਵਿਅਕਤੀ ਜੇ ਕਿਸੇ ਇੱਕ ਕਬੀਲੇ ਤੋਂ ਹਟ ਕੇ ਕਿਸੇ ਹੋਰ ਜਗ੍ਹਾ ਦੇ ਉੱਤੇ ਜਾ ਕੇ ਵਾਸ ਕਰਨਾ ਸ਼ੁਰੂ ਕਰਦਾ ਹੈ, ਜਾਂ ਇੱਕ ਧਰਮ ਦਾ ਵਿਅਕਤੀ ਇੱਕ ਧਰਮ ਤੋਂ ਦੂਜੇ ਧਰਮ ਦੇ ਵਿੱਚ ਵੀ ਪਰਿਵਰਤਨ ਕਰਦਾ ਹੈ, ਜਾਂ ਇੱਕ ਸੰਸਕ੍ਰਿਤੀ ਤੋਂ ਦੂਜੀ ਸੰਸਕ੍ਰਿਤੀ ਗ੍ਰਹਿਣ ਕਰਦਾ ਹੈ, ਕੁਝ ਤੱਤਾਂ ਨੂੰ ਗ੍ਰਹਿਣ ਕਰਦਾ ਹੈ, ਤਾਂ ਉੱਥੇ ਜਾ ਕੇ ਵੀ ਇੱਕ ਵਿਅਕਤੀ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦੇਖਣ ਨੂੰ ਮਿਲਦੀਆਂ ਹਨ, ਮਾਨਸਿਕ ਤਣਾਅ ਦੇਖਣ ਨੂੰ ਮਿਲਦਾ ਹੈ, ਕਿਉਂਕਿ ਇੱਕ ਦੂਜੀ ਸੰਸਕ੍ਰਿਤੀ ਨੂੰ ਅਪਣਾਉਣਾ, ਗ੍ਰਹਿਣ ਕਰਨਾ ਆਸਾਨ ਨਹੀਂ ਹੈ। ਜਦੋਂ ਇੱਕ ਵਿਅਕਤੀ ਆਪਣੇ ਤੱਤਾਂ ਨੂੰ ਛੱਡਦਾ ਹੋਇਆ ਦੂਜੀ ਸੰਸਕ੍ਰਿਤਿਕ ਤੱਤਾਂ ਨੂੰ ਅਪਣਾਏਗਾ ਤਾਂ ਕਿਤੇ ਨਾ ਕਿਤੇ ਮਾਨਸਿਕ ਤੌਰ ਉੱਤੇ ਪਰੇਸ਼ਾਨੀ ਦੇਖਣ ਨੂੰ ਮਿਲੇਗੀ। ਸੋ ਜਦੋਂ ਇੱਕ ਵਿਅਕਤੀ ਦੀ ਮਾਨਸਿਕਤਾ ਪ੍ਰਭਾਵਿਤ ਹੋਏਗੀ ਇਸ ਚੀਜ਼ ਦੇ ਨਾਲ, ਉਸ ਦੇ ਨਾਲ ਇਹ ਕਹਿ ਸਕਦੇ ਹਾਂ ਕਿ ਉਹ ਵਿਅਕਤੀ ਕਿਤੇ ਨਾ ਕਿਤੇ ਸਮੱਸਿਆਵਾਂ ਦੇ ਨਾਲ ਜੂਝੇਗਾ, ਉਸਨੂੰ ਪਰੇਸ਼ਾਨੀਆਂ ਹੋਣਗੀਆਂ ਤੇ ਇਹ ਪਦ ਸੰਸਕ੍ਰਿਤੀ ਗ੍ਰਹਿਣ ਦਾ ਹੀ ਆਪਣੇ ਆਪ ਦੇ ਵਿੱਚ ਇੱਕ ਹਿੱਸਾ ਵੀ ਹੈ।
ਕਿਉਂਕਿ ਜਿੱਥੇ ਸਕਾਰਾਤਮਕ ਢੰਗ ਦੇ ਪਰਿਵਰਤਨ ਦੇਖਣ ਨੂੰ ਮਿਲਦੇ ਹਨ, ਉੱਥੇ ਨਕਾਰਾਤਮਕ ਢੰਗ ਦੇ ਪਰਿਵਰਤਨ ਵੀ, ਜਿਸਨੂੰ ਨੈਗੇਟਿਵ ਫਾਰਮ ਕਿਹਾ ਜਾਂਦਾ ਹੈ, ਉਹ ਵੀ ਦੇਖਣ ਨੂੰ ਮਿਲੇਗਾ। ਸੋ ਅਖੀਰ ਦੇ ਵਿੱਚ ਮੇਨ ਬੇਸ ਦੀ ਗੱਲ ਕਰਾਂਗੇ ਜੋ ਅਕਲਟ੍ਰੇਸ਼ਨ ਦਾ ਹੈ। ਪਰ ਸੰਸਕ੍ਰਿਤੀ ਗ੍ਰਹਿਣ ਦੇ ਜੋ ਪ੍ਰਮੁੱਖ ਆਧਾਰ ਹੈ, ਇਸ ਦਾ ਵਰਣਨ ਇਸ ਵਿਸ਼ੇ ਦੇ ਵਿੱਚ ਕਰਨਾ ਬਹੁਤ ਜ਼ਰੂਰੀ ਹੈ, ਜਿਸ ਤੋਂ ਬਿਨਾਂ ਇਹ ਵਿਸ਼ਾ ਅਧੂਰਾ ਹੈ। ਸੋ ਥੋੜੇ ਸਮੇਂ ਦੇ ਵਿੱਚ ਮੈਂ ਇਹ ਤੁਹਾਨੂੰ ਇੱਥੇ ਦੱਸਣਾ ਚਾਹਾਂਗੀ ਜੋ ਇਹ ਮੇਨ ਬੇਸ ਹੈ, ਜੋ ਮੁੱਖ ਆਧਾਰ ਹੈ, ਇਹ ਮੁੱਖ ਇਸਦੇ ਪ੍ਰਮੁੱਖ ਦੋ ਆਧਾਰ ਹਨ। ਸਭ ਤੋਂ ਪਹਿਲਾਂ ਤਾਂ ਸੰਸਕ੍ਰਿਤਿਕ ਸੰਪਰਕ, ਕਿਉਂਕਿ ਜਦੋਂ ਵੀ ਇੱਕ ਵਿਅਕਤੀ ਜੋ ਜਿਸ ਸੰਸਕ੍ਰਿਤੀ ਦੇ ਨਾਲ ਸੰਬੰਧਿਤ ਹੁੰਦਾ ਹੈ, ਉਹ ਦੂਜੀ ਸੰਸਕ੍ਰਿਤੀ ਦੇ ਵਿੱਚ ਜਦੋਂ ਪਰਿਵਰਤਨ ਹੋ ਜਾਂਦਾ ਹੈ ਉਸਦਾ, ਜਾਂ ਜਦੋਂ ਉਹ ਦੂਜੀ ਸੰਸਕ੍ਰਿਤੀ ਦੇ ਨਾਲ ਜਾ ਕੇ ਮਿਲਦਾ ਹੈ, ਤਦ ਉਸਨੂੰ ਦੂਜੀ ਸੰਸਕ੍ਰਿਤੀ ਦੇ ਲੋਕਾਂ ਦੇ ਨਾਲ ਸੰਪਰਕ ਰੱਖਣਾ ਪੈਂਦਾ ਹੈ। ਸੰਪਰਕ ਦੋ ਤਰ੍ਹਾਂ ਦਾ ਹੁੰਦਾ ਹੈ, ਇੱਕ ਹੈ ਪ੍ਰਤੱਖ ਅਤੇ ਇੱਕ ਅਪ੍ਰਤੱਖ, ਇੱਕ ਡਾਇਰੈਕਟ ਤੇ ਇੱਕ ਇਨਡਾਇਰੈਕਟ ਕਹਿ ਸਕਦੇ ਹਾਂ। ਪ੍ਰਤੱਖ ਸੰਪਰਕ ਵਿੱਚ ਦੋ ਸੰਸਕ੍ਰਿਤੀਆਂ ਦੇ ਵਿੱਚ ਇੱਕ ਦੂਜੇ ਨਾਲ ਸਿੱਧੇ ਰੂਪ ਨਾਲ ਮੇਲ-ਜੋਲ ਹੁੰਦਾ ਹੈ। ਵਿਅਕਤੀ ਇਕੱਠੇ ਇੱਕ ਜਗ੍ਹਾ ਤੇ ਰਹਿ ਸਕਦੇ ਹਨ, ਗੱਲਬਾਤ ਕਰਦੇ ਹਨ, ਸੰਪਰਕ ਕਰਦੇ ਹਨ ਅਤੇ ਇਹਨਾਂ ਦੇ ਜਦੋਂ ਮਿਲਦੇ ਹਨ ਤਾਂ ਲੋਕ ਇੱਕ ਦੂਜੇ ਨੂੰ ਦੇ ਨਾਲ ਗੱਲਬਾਤ ਕਰਕੇ, ਆਪਣੇ ਵਿਚਾਰ ਸਾਂਝੇ ਕਰਕੇ, ਆਪਣੇ ਵਿਵਹਾਰ ਇੱਕ ਦੂਜੇ ਨਾਲ ਸਾਂਝਾ ਕਰਕੇ, ਕਦਰਾਂ ਕੀਮਤਾਂ ਨੂੰ ਵੀ ਸਾਂਝਾ ਕਰਦੇ ਹਨ, ਆਦਰਸ਼, ਰੀਤੀ ਰਿਵਾਜ, ਇਹਨਾਂ ਸਾਰੀਆਂ ਚੀਜ਼ਾਂ ਨੂੰ ਗ੍ਰਹਿਣ ਕਰ ਲੈਂਦੇ ਹਨ, ਜਿਸ ਨੂੰ ਪ੍ਰਤੱਖ ਜੋ ਪਰਿਵਰਤਨ ਹੈ ਜਾਂ ਪ੍ਰਤੱਖ ਸੰਪਰਕ ਹੈ ਉਹ ਕਿਹਾ ਜਾਂਦਾ ਹੈ, ਅਤੇ ਇੱਕ ਦੂਜੇ ਦੇ ਸੰਪਰਕ ਦੇ ਵਿੱਚ ਆਉਂਦੇ ਹਨ ਅਤੇ ਇੱਕ ਦੂਜੇ ਦੀ ਸੰਸਕ੍ਰਿਤੀ ਨੂੰ ਵੀ ਗ੍ਰਹਿਣ ਕਰ ਲੈਂਦੇ ਹਨ। ਇਸ ਦੇ ਬਿਲਕੁਲ ਵਿਪਰੀਤ ਇਨਡਾਇਰੈਕਟ ਫਾਰਮ ਹੈ, ਇਨਡਾਇਰੈਕਟ ਕੰਟੈਕਟ ਹੈ, ਜਿਸ ਨੂੰ ਅਪ੍ਰਤੱਖ ਸੰਪਰਕ ਦਾ ਨਾਮ ਦਿੱਤਾ ਗਿਆ ਹੈ। ਸੋ ਇਸ ਦੇ ਵਿੱਚ ਦੋ ਸੰਸਕ੍ਰਿਤੀਆਂ ਸਿੱਧੇ ਰੂਪ ਦੇ ਵਿੱਚ ਇੱਕ ਦੂਸਰੇ ਦੇ ਨਾਲ ਸੰਪਰਕ ਦੇ ਵਿੱਚ ਨਹੀਂ ਆਉਂਦੀਆਂ, ਬਲਕਿ ਅਸਿੱਧੇ ਰੂਪ ਦੇ ਵਿੱਚ ਆਉਂਦੀਆਂ। ਮਤਲਬ ਵਿਅਕਤੀ ਇਕੱਠਾ ਇੱਕ ਥਾਂ ਦੇ ਉੱਤੇ, ਇੱਕ ਜਗ੍ਹਾ ਦੇ ਉੱਤੇ ਇੱਕ ਦੂਜੇ ਨਾਲ ਇਕੱਠਾ ਨਹੀਂ ਰਹੇਗਾ, ਬਲਕਿ ਉਹ ਸੰਚਾਰ ਦੇ ਸਾਧਨਾਂ ਦੇ ਆਧਾਰ ਦੇ ਉੱਤੇ ਵੀ ਜਾਂ ਉਹਨਾਂ ਦੇ ਆਧਾਰ ਦੇ ਉੱਤੇ ਇੱਕ ਦੂਜੇ ਨਾਲ ਸੰਪਰਕ ਕਰ ਸਕਦਾ ਹੈ, ਜਿਵੇਂ ਟੈਲੀਫੋਨ ਦੇ ਨਾਲ, ਕੋਈ ਚਿੱਠੀ ਪੱਤਰ ਦੇ ਨਾਲ। ਸੋ ਸੰਸਕ੍ਰਿਤੀ ਦੇ ਵਿੱਚ ਸੰਪਰਕ ਜ਼ਰੂਰ ਹੋਏਗਾ, ਕਿਉਂਕਿ ਸੰਪਰਕ ਹੋਣਾ ਇੱਕ ਮੁੱਖ ਭੂਮਿਕਾ ਨਿਭਾਉਂਦਾ ਹੈ ਪਰ ਸੰਸਕ੍ਰਿਤੀ ਗ੍ਰਹਿਣ ਦੀ ਪ੍ਰਕਿਰਿਆ ਦੇ ਵਿੱਚ। ਸੰਪਰਕ ਹੋਣਾ ਇੰਨਾ ਜ਼ਰੂਰੀ ਹੈ ਕਿ ਜਦੋਂ ਇੱਕ ਵਿਅਕਤੀ ਇਸ ਸਮਾਜ ਦਾ ਹਿੱਸਾ ਬਣ ਜਾਂਦਾ ਹੈ, ਤਦ ਜਦੋਂ ਤੱਕ ਉਹ ਦੂਸਰੇ ਵਿਅਕਤੀ ਨਾਲ ਸੰਪਰਕ ਨਹੀਂ ਕਰਦਾ, ਦੂਜੇ ਵਿਅਕਤੀ ਨਾਲ ਸਿੱਧੇ ਤੌਰ ਤੇ ਜਾਂ ਅਸਿੱਧੇ ਤੌਰ ਤੇ, ਪ੍ਰਤੱਖ ਜਾਂ ਅਪ੍ਰਤੱਖ, ਡਾਇਰੈਕਟ ਜਾਂ ਇਨਡਾਇਰੈਕਟ ਵੇ ਦੇ ਵਿੱਚ ਜਦੋਂ ਉਹ ਸੰਪਰਕ ਨਹੀਂ ਕਰਦਾ, ਤਦ ਤੱਕ ਉਹ ਦੂਜੇ ਵਿਅਕਤੀਆਂ ਦੇ ਨਾਲ ਕੀ ਹੈ, ਰਲ ਮਿਲ ਕੇ ਗਤੀਵਿਧੀਆਂ ਨਹੀਂ ਕਰ ਸਕਦਾ। ਉਹ ਇੱਕ ਦੂਜੇ ਦੇ ਸੰਸਕ੍ਰਿਤਿਕ ਤੱਤਾਂ ਨੂੰ ਵੀ ਨਹੀਂ ਅਪਣਾ ਸਕਦਾ, ਉਹ ਦੋ ਸੰਸਕ੍ਰਿਤੀਆਂ ਦਾ ਮਿਸ਼ਰਣ ਵੀ ਨਹੀਂ ਹੋ ਸਕਦਾ। ਇਸ ਲਈ ਇਹ ਜ਼ਰੂਰੀ ਹੈ ਕਿ ਦੋ ਸੰਸਕ੍ਰਿਤੀਆਂ ਦੇ ਮਿਸ਼ਰਣ ਲਈ, ਆਦਾਨ ਪ੍ਰਦਾਨ ਲਈ, ਸੰਸਕ੍ਰਿਤਿਕ ਆਦਾਨ ਪ੍ਰਦਾਨ ਲਈ, ਜਾਂ ਫਿਰ ਦੋ ਸੰਸਕ੍ਰਿਤੀਆਂ ਦਾ ਆਪਸ ਦੇ ਵਿੱਚ ਮੇਲ ਜੋਲ ਲਈ ਇਹ ਜ਼ਰੂਰੀ ਹੈ ਕਿ ਦੋ ਸੰਸਕ੍ਰਿਤੀਆਂ ਜਾਂ ਵੱਖੋ ਵੱਖਰੇ ਲੋਕ ਜੋ ਵੱਖ-ਵੱਖ ਸਮੂਹਾਂ ਦੇ ਵਿੱਚ ਪ੍ਰਵੇਸ਼ ਕਰਦੇ ਹਨ, ਵੱਖੋ ਵੱਖਰੇ ਸਮੂਹਾਂ ਦਾ ਹਿੱਸਾ ਬਣਦੇ ਹਨ, ਉਹ ਇੱਕ ਦੂਜੇ ਨਾਲ ਅੰਤਰ ਕਿਰਿਆਵਾਂ ਕਰਨ, ਉਹ ਇੱਕ ਦੂਜੇ ਨਾਲ ਸੰਪਰਕ ਦੇ ਵਿੱਚ ਆਉਣ, ਭਾਵੇਂ ਉਹ ਸੰਪਰਕ ਡਾਇਰੈਕਟ ਫਾਰਮ ਦੇ ਵਿੱਚ ਹੋਵੇ, ਪ੍ਰਤੱਖ ਰੂਪ ਦੇ ਵਿੱਚ ਹੋਵੇ, ਜਾਂ ਫਿਰ ਇਨਡਾਇਰੈਕਟ ਫਾਰਮ ਦੇ ਵਿੱਚ, ਜਾਂ ਫਿਰ ਅਪ੍ਰਤੱਖ ਰੂਪ ਦੇ ਵਿੱਚ ਹੋਵੇ। ਸੋ ਇਸ ਤਰ੍ਹਾਂ ਇਹ ਕਹਿ ਸਕਦੇ ਹਾਂ ਕਿ ਕਿਸੇ ਵੀ ਮਾਧਿਅਮ ਰਾਹੀਂ, ਭਾਵੇਂ ਡਾਇਰੈਕਟ ਹੈ ਭਾਵੇਂ ਇਨਡਾਇਰੈਕਟ ਹੈ, ਸੰਸਕ੍ਰਿਤਿਕ ਸੰਪਰਕ ਹੁੰਦਾ ਹੈ ਅਤੇ ਇਸ ਦੌਰਾਨ ਕੁਝ ਆਸ਼ਾਵਾਂ ਵੀ ਵਿਅਕਤੀਆਂ ਦੀਆਂ ਹੋ ਜਾਂਦੀਆਂ ਹਨ, ਕੁਝ ਰੀਝਾਂ ਹੁੰਦੀਆਂ ਹਨ, ਕੁਝ ਇੱਦਾਂ ਦੀਆਂ ਮਨੋਕਾਮਨਾਵਾਂ ਹੁੰਦੀਆਂ ਹਨ ਜੋ ਇੱਕ ਵਿਅਕਤੀ ਦੂਜੇ ਸੰਸਕ੍ਰਿਤੀ ਦੇ ਲੋਕਾਂ ਦੇ ਨਾਲ ਸੰਪਰਕ ਵਿੱਚ ਰਹਿ ਕੇ ਪੂਰਾ ਕਰਦਾ ਹੈ, ਅਤੇ ਸੰਸਕ੍ਰਿਤੀ ਗ੍ਰਹਿਣ ਕਰਨ ਦੇ ਮੌਕੇ ਇਸ ਦੇ ਨਾਲ ਵੱਧ ਜਾਂਦੇ ਹਨ, ਕਿਉਂਕਿ ਕਦੇ ਵੀ ਕੋਈ ਵਿਅਕਤੀ ਸਮਾਜ ਦੇ ਵਿੱਚ ਆਈਸੋਲੇਟ ਹੋ ਕੇ ਜਾਂ ਇਕੱਲਾ ਨਹੀਂ ਰਹਿ ਸਕਦਾ। ਉਸ ਤੋਂ ਲੋੜ ਪੈਂਦੀ ਹੈ ਦੂਜੇ ਵਿਅਕਤੀ ਦੀ, ਦੂਜੇ ਵਿਅਕਤੀ ਨਾਲ ਸੰਪਰਕ ਦੇ ਵਿੱਚ ਆਉਂਦਾ ਹੈ, ਅਤੇ ਸੰਪਰਕ, ਸੰਸਕ੍ਰਿਤਿਕ ਸੰਪਰਕ ਹੋਣਾ ਜ਼ਰੂਰੀ ਹੈ, ਜਿਸ ਦੇ ਨਾਲ ਕੀ ਹੈ, ਪ੍ਰਤੱਖ ਤੇ ਅਪ੍ਰਤੱਖ ਸੰਚਾਰ ਦੇ ਨਾਲ ਜਾਂ ਸੰਪਰਕ ਦੇ ਨਾਲ ਕੀ ਹੈ, ਜੋ ਪਰਸੰਸਕ੍ਰਿਤੀ ਗ੍ਰਹਿਣ ਹੈ ਉਹ ਹੋ ਜਾਂਦਾ ਹੈ, ਕਿਉਂਕਿ ਲੋਕ ਇੱਕ ਦੂਜੇ ਦੇ ਸੰਪਰਕ ਵਿੱਚ ਆਉਂਦੇ ਹਨ, ਇੱਕ ਦੂਜੇ ਨਾਲ ਮੇਲ ਜੋਲ ਰੱਖਦੇ ਹਨ, ਹੌਲੀ ਹੌਲੀ ਉਹ ਇੱਕ ਦੂਜੇ ਨਾਲ ਲੈਣ ਦੇਣ ਵੀ ਸ਼ੁਰੂ ਕਰ ਲੈਂਦੇ ਹਨ, ਕੁਝ ਗ੍ਰਹਿਣ ਕਰ ਲੈਂਦੇ ਹਨ, ਅਤੇ ਜੋ ਉਹਨਾਂ ਨੂੰ ਤੱਤ ਜਿਨ੍ਹਾਂ ਬਾਰੇ ਉਸਨੂੰ ਗਿਆਨ ਹੁੰਦਾ ਹੈ ਇੱਕ ਵਿਅਕਤੀ ਨੂੰ, ਉਹ ਦੂਜੀ ਸੰਸਕ੍ਰਿਤੀ ਦੇ ਉਹਨਾਂ ਹੀ ਤੱਤਾਂ ਨੂੰ ਅਪਣਾਉਂਦਾ ਹੈ ਔਰ ਬੜੇ ਆਸਾਨੀ ਦੇ ਨਾਲ ਅਪਣਾ ਲੈਂਦਾ ਹੈ, ਜਿਸ ਦੇ ਨਾਲ ਸਮਾਜ ਦੇ ਵਿੱਚ ਵਾਧਾ ਹੁੰਦਾ ਹੈ, ਉਸ ਸੰਸਕ੍ਰਿਤੀ ਦੇ ਵਿੱਚ ਵੀ ਵਾਧਾ ਹੁੰਦਾ ਹੈ। ਪਰ ਜੇਕਰ ਦੋਵੇਂ ਸੰਸਕ੍ਰਿਤੀਆਂ ਦੇ ਵਿੱਚ ਵਿਰੋਧ ਆ ਜਾਏਗਾ, ਸੰਘਰਸ਼ ਆ ਜਾਏਗਾ, ਅਸਹਿਯੋਗ ਦੀ ਭਾਵਨਾ ਆ ਜਾਏਗੀ,
ਜਾਂ ਉਹ ਸ਼ੁਰੂ ਹੋ ਜਾਂਦੀ ਹੈ, ਤਦ ਕੀ ਹੈ ਪਰ ਸੰਸਕ੍ਰਿਤੀ ਗ੍ਰਹਿਣ ਦੀ ਜੋ ਪ੍ਰਕਿਰਿਆ ਹੈ ਉਹ ਵੀ ਕਿਤੇ ਨਾ ਕਿਤੇ ਖਤਮ ਹੋ ਜਾਏਗੀ। ਸੋ ਅਗਲੇ ਪੁਆਇੰਟ ਵੱਲ ਚੱਲਾਂਗੇ ਜਾਂ ਦੂਸਰੇ ਪ੍ਰਮੁੱਖ ਆਧਾਰ ਦੇ ਵੱਲ ਚੱਲਾਂਗੇ ਜੋ ਪਰ ਸੰਸਕ੍ਰਿਤੀ ਗ੍ਰਹਿਣ ਦਾ ਹੈ, ਉਹ ਹੈ ਸੰਸਕ੍ਰਿਤਿਕ ਹਸਤਾਂਤਰਣ। ਸੋ ਸੰਸਕ੍ਰਿਤਿਕ ਸੰਪਰਕ ਤੋਂ ਬਾਅਦ ਦੂਸਰਾ ਤੇ ਆਖਰੀ ਵਿਸ਼ਾ ਸੰਸਕ੍ਰਿਤਿਕ ਹਸਤਾਂਤਰਣ ਹੋਣਾ ਬਹੁਤ ਜ਼ਰੂਰੀ ਹੈ, ਜਿਸ ਦੇ ਵਿੱਚ ਕੀ ਹੈ ਕਿ ਇਹ ਸਹੀ ਗੱਲ ਹੈ ਜਾਂ ਠੀਕ ਹੈ ਕਿ ਸੰਸਕ੍ਰਿਤਿਕ ਸੰਪਰਕ ਨਾਲ ਸੰਸਕ੍ਰਿਤਿਕ ਗ੍ਰਹਿਣ ਹੁੰਦਾ ਹੈ, ਪਰ ਇਹ ਜ਼ਰੂਰੀ ਨਹੀਂ ਕਿ ਸਿਰਫ ਸੰਪਰਕ ਨਾਲ ਹੀ ਸੰਸਕ੍ਰਿਤੀ ਨੂੰ ਗ੍ਰਹਿਣ ਕੀਤਾ ਜਾ ਸਕਦਾ ਹੈ। ਇਸ ਦੇ ਲਈ ਜੋ ਟਰਾਂਸਮਿਸ਼ਨ ਹੈ ਉਹ ਹੋਣਾ ਜ਼ਰੂਰੀ ਹੈ, ਜੋ ਹਸਤਾਂਤਰਣ ਹੈ ਉਹ ਹੋਣਾ ਜ਼ਰੂਰੀ ਹੈ, ਕਿਉਂਕਿ ਜਦੋਂ ਇੱਕ ਵਿਅਕਤੀ ਦੂਜੇ ਦੇ ਸੰਪਰਕ ਵਿੱਚ ਆਏਗਾ ਅਤੇ ਸੰਪਰਕ ਦੇ ਵਿੱਚ ਆਉਣ ਦੇ ਨਾਲ ਨਾਲ ਉਹ ਆਦਾਨ ਪ੍ਰਦਾਨ ਵੀ ਕਰੇਗਾ। ਉਹ ਵਿਅਕਤੀ ਇੱਕ ਦੂਜੇ ਦੇ ਨਾਲ ਰਲ ਮਿਲ ਕੇ ਕੁਝ ਤੱਤਾਂ ਨੂੰ ਗ੍ਰਹਿਣ ਕਰੇਗਾ, ਕੁਝ ਤੱਤਾਂ ਨੂੰ ਅਪਣਾਏਗਾ ਜੋ ਉਹਨੂੰ ਆਸਾਨ ਲੱਗਣਗੇ, ਕੁਝ ਤੱਤਾਂ ਨੂੰ ਛੱਡ ਵੀ ਸਕਦਾ ਹੈ। ਸੋ ਇਹ ਸਾਰੀਆਂ ਚੀਜ਼ਾਂ ਇੱਥੇ ਦੇਖਣ ਨੂੰ ਮਿਲਣਗੀਆਂ। ਇਸ ਕਰਕੇ ਇਸ ਤਰ੍ਹਾਂ ਜੋ ਸੰਸਕ੍ਰਿਤਿਕ ਹਸਤਾਂਤਰਣ ਹੈ ਉਹ ਪਰ ਸੰਸਕ੍ਰਿਤੀ ਗ੍ਰਹਿਣ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹ ਇੱਕ ਮੁੱਖ ਵਿਸ਼ਾ ਹੈ ਜਾਂ ਇੱਕ ਮੁੱਖ ਤੱਤ ਹੈ, ਕਿਉਂਕਿ ਬਿਨਾਂ ਸੰਸਕ੍ਰਿਤਿਕ ਹਸਤਾਂਤਰਣ ਤੋਂ ਪਰ ਸੰਸਕ੍ਰਿਤੀ ਗ੍ਰਹਿਣ ਨਹੀਂ ਹੋ ਸਕਦਾ। ਪਰ ਸੰਸਕ੍ਰਿਤੀ ਗ੍ਰਹਿਣ ਦੇ ਲਈ ਇਹ ਜ਼ਰੂਰੀ ਹੈ ਕਿ ਇੱਕ ਵਿਅਕਤੀ ਦੂਜੀ ਸੰਸਕ੍ਰਿਤੀ ਦੇ ਵਿਅਕਤੀ ਦੇ ਨਾਲ ਸੰਪਰਕ ਦੇ ਵਿੱਚ ਆਵੇ ਅਤੇ ਸੰਸਕ੍ਰਿਤਿਕ ਹਸਤਾਂਤਰਣ ਕਿਸੇ ਦਬਾਅ ਦੇ ਵਿੱਚ ਵੀ ਕੀ ਹੈ ਨਹੀਂ ਹੋ ਸਕਦਾ। ਦਬਾਅ ਨਹੀਂ ਹੋ ਸਕਦਾ, ਕਿਉਂ? ਕਿਉਂਕਿ ਇਸ ਦੇ ਵਿੱਚ ਜੇ ਦਬਾਅ ਹੋਏਗਾ ਤਾਂ ਇੱਕ ਵਿਅਕਤੀ ਦੂਜੇ ਵਿਅਕਤੀ ਦੇ ਨਾਲ ਦੂਜੇ ਵਿਅਕਤੀ ਦੇ ਸੰਸਕ੍ਰਿਤਿਕ ਤੱਤਾਂ ਨੂੰ ਨਹੀਂ ਅਪਣਾ ਸਕਦਾ। ਸੰਸਕ੍ਰਿਤਿਕ ਤੱਤਾਂ ਨੂੰ ਅਪਣਾਉਣ ਲਈ ਇਹ ਜ਼ਰੂਰੀ ਹੈ ਕਿ ਬਿਨਾਂ ਕਿਸੇ ਦਬਾਅ ਤੋਂ, ਭਾਵੇਂ ਉਹ ਮਾਨਸਿਕ ਦਬਾਅ ਹੈ, ਕਿਉਂਕਿ ਜੇ ਇੱਕ ਵਿਅਕਤੀ ਜਿਵੇਂ ਮੈਂ ਕਿਹਾ ਸੀ ਕਿ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਦੋਂ ਇੱਕ ਵਿਅਕਤੀ ਦੂਜੇ ਵਿਅਕਤੀ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਕਿਤੇ ਨਾ ਕਿਤੇ ਉਹ ਤੱਤਾਂ ਨੂੰ ਅਪਣਾਉਣ ਦੇ ਵਿੱਚ ਵੀ ਸਮੱਸਿਆ ਆ ਸਕਦੀ ਹੈ। ਤਾਂ ਮਾਨਸਿਕ ਪਰੇਸ਼ਾਨੀ ਜਾਂ ਮਾਨਸਿਕ ਜੋ ਕਠਿਨਾਈਆਂ ਹੈ ਉਹਨਾਂ ਦਾ ਵੀ ਸਾਹਮਣਾ ਕਰਨਾ ਪੈ ਜਾਂਦਾ ਹੈ। ਇਸ ਕਰਕੇ ਸੰਸਕ੍ਰਿਤਿਕ ਹਸਤਾਂਤਰਣ ਦੇ ਵਿੱਚ ਕੀ ਹੈ, ਜਦੋਂ ਦਬਾਅ ਦੀ ਸਥਿਤੀ ਪੈਦਾ ਹੋ ਜਾਂਦੀ ਹੈ ਤਦ ਕੀ ਹੈ ਕਿਤੇ ਨਾ ਕਿਤੇ ਉਹ ਜੋ ਮਿਸ਼ਰਣ ਹੈ ਦੋ ਸੰਸਕ੍ਰਿਤੀਆਂ ਦਾ, ਦੋ ਸੱਭਿਆਚਾਰ ਦਾ ਜੋ ਮੇਲ ਜੋਲ ਹੈ ਉਹ ਵੀ ਕਿਤੇ ਨਾ ਕਿਤੇ ਔਖਾ ਹੋ ਜਾਂਦਾ ਹੈ। ਤੇ ਜੇਕਰ ਦੋਹਾਂ ਦੇ ਵਿੱਚ ਇੱਕ ਹੀ ਸਮੂਹ ਦੇ ਵਿੱਚ ਜਾਂ ਕਹਿ ਸਕਦੇ ਹੋ ਕਿ ਇੱਕ ਹੀ ਸੰਸਕ੍ਰਿਤੀ ਅੱਗੇ ਜਾ ਕੇ ਬਣੇਗੀ ਤਾਂ ਕਿਤੇ ਨਾ ਕਿਤੇ ਉਸ ਸੰਸਕ੍ਰਿਤੀ ਦਾ ਵੀ ਵਿਕਾਸ ਹੋਏਗਾ। ਤੇ ਜੇਕਰ ਦੋਹਾਂ ਦੇ ਵਿੱਚ ਇੱਕ ਹੀ ਸਮੂਹ ਦੇ ਵਿੱਚ ਇੱਕ ਤਰ੍ਹਾਂ ਦਾ ਜੋ ਸਹਿਯੋਗ ਹੈ ਉਹ ਪਾਇਆ ਜਾਏਗਾ ਜਾਂ ਸੰਸਕ੍ਰਿਤੀ ਦਾ ਹਸਤਾਂਤਰਣ ਹੋ ਜਾਏਗਾ ਜਾਂ ਫਿਰ ਸਭ ਤੋਂ ਪਹਿਲਾਂ ਸੰਪਰਕ ਹੋਏਗਾ, ਉਸ ਤੋਂ ਬਾਅਦ ਹਸਤਾਂਤਰਣ ਦੀ ਜੋ ਸਥਿਤੀ ਹੈ ਉਹ ਦੇਖਣ ਨੂੰ ਮਿਲੇਗੀ। ਸੋ ਉਸ ਦੇ ਨਾਲ ਕੀ ਹੈ ਕਿਤੇ ਨਾ ਕਿਤੇ ਸੱਭਿਆਚਾਰ ਦਾ ਵੀ ਵਿਕਾਸ ਹੋਏਗਾ। ਸੋ ਇਸ ਤਰ੍ਹਾਂ ਨਾਲ ਇਸ ਪੂਰੇ ਵਿਸ਼ੇ ਨੂੰ ਵਾਈਂਡ ਅਪ ਕਰਦੇ ਹੋਏ ਇਹ ਕਹਿ ਸਕਦੇ ਹਾਂ ਕਿ ਭਾਵੇਂ ਸਮੀਕਰਨ ਹੈ ਜਾਂ ਫਿਰ ਪਰ ਸੰਸਕ੍ਰਿਤੀ ਗ੍ਰਹਿਣ ਹੈ, ਦੋਨੋਂ ਹੀ ਸੱਭਿਆਚਾਰ ਦਾ ਹਿੱਸਾ ਹਨ। ਦੋਨੋਂ ਹੀ ਸਮਾਜ ਦੇ ਵਿੱਚ ਵਿਅਕਤੀਆਂ ਦੇ ਜੀਵਨ ਨੂੰ ਪ੍ਰਭਾਵਿਤ ਕਰਦੇ ਹਨ। ਤੇ ਇਸ ਦੇ ਨਾਲ ਨਾਲ ਕੀ ਹੈ, ਇੱਕ ਵਿਅਕਤੀ ਆਪਣੀ ਸੰਸਕ੍ਰਿਤੀ ਨੂੰ ਅਪਣਾਉਂਦਾ ਹੋਇਆ, ਆਪਣੇ ਸੰਸਕ੍ਰਿਤਿਕ ਤੱਤਾਂ ਨੂੰ ਅਪਣਾਉਂਦਾ ਹੋਇਆ ਦੂਜੇ ਸੰਸਕ੍ਰਿਤਿਕ ਤੱਤਾਂ ਨੂੰ ਗ੍ਰਹਿਣ ਕਰ ਲੈਂਦਾ ਹੈ। ਔਰ ਜੋ ਸੁਭਾਵਿਕ ਵੀ ਹੈ, ਕੁਝ ਚੀਜ਼ਾਂ ਅਚੇਤਨ ਰੂਪ ਦੇ ਵਿੱਚ ਸਾਹਮਣੇ ਆਉਂਦੀਆਂ ਹਨ, ਜਿਵੇਂ ਅਸਿਮੀਲੇਸ਼ਨ ਦੇ ਵਿੱਚ ਗੱਲ ਹੋਈ ਸੀ, ਸਮੀਕਰਨ ਦੇ ਵਿੱਚ ਗੱਲ ਕੀਤੀ ਸੀ ਕਿ ਸਮੀਕਰਨ ਇੱਕ ਅਜਿਹੀ ਪ੍ਰਕਿਰਿਆ ਹੈ ਜੋ ਸੁਭਾਵਿਕ ਨਹੀਂ ਹੈ, ਬਲਕਿ ਇੱਕ ਅਨਕੌਂਸ਼ੀਅਸ, ਇੱਕ ਅਚੇਤਨ ਰੂਪ ਦੇ ਵਿੱਚ ਪ੍ਰਕਿਰਿਆ ਹੈ ਕਿ ਇੱਕ ਵਿਅਕਤੀ ਅਚੇਤਨ ਰੂਪ ਦੇ ਵਿੱਚ ਦੂਸਰੀ ਸੰਸਕ੍ਰਿਤੀ ਦੇ ਵਿੱਚ ਜਾਂ ਦੂਜੇ ਮਾਹੌਲ ਦੇ ਵਿੱਚ ਜਦੋਂ ਉਹ ਜਾ ਕੇ ਵਿਅਕਤੀ ਰਹਿਣ ਲੱਗ ਜਾਂਦਾ ਹੈ ਜਾਂ ਦੂਜੇ ਸਮੂਹ ਸੰਸਕ੍ਰਿਤਿਕ ਸਮੂਹ ਦੇ ਵਿੱਚ ਪ੍ਰਵੇਸ਼ ਕਰਦਾ ਹੈ ਤਦ ਉਹ ਦੂਜੇ ਸੰਸਕ੍ਰਿਤੀ ਦੇ ਕੁਝ ਤੱਤਾਂ ਨੂੰ ਅਪਣਾਉਣ ਲੱਗ ਜਾਂਦਾ ਹੈ ਜਾਂ ਆਟੋਮੈਟਿਕਲੀ ਹੀ ਉਹ ਅਚੇਤਨ ਰੂਪ ਦੇ ਵਿੱਚ ਉਸ ਤੱਤਾਂ ਦਾ ਹਿੱਸਾ ਬਣ ਜਾਂਦਾ ਹੈ ਅਤੇ ਸੰਸਕ੍ਰਿਤੀ ਦੇ ਵਿੱਚ ਪਰਿਵਰਤਨ ਦੇਖਣ ਨੂੰ ਮਿਲਦਾ ਹੈ। ਇਸੇ ਢੰਗ ਦੇ ਨਾਲ ਪਰ ਸੰਸਕ੍ਰਿਤੀ ਗ੍ਰਹਿਣ ਦੇ ਵਿੱਚ ਵੀ, ਜਿਸ ਦਾ ਪ੍ਰਮੁੱਖ ਆਧਾਰ ਸੰਸਕ੍ਰਿਤਿਕ ਸੰਪਰਕ ਅਤੇ ਸੰਸਕ੍ਰਿਤਿਕ ਹਸਤਾਂਤਰਣ ਹੈ, ਸੋ ਇਸ ਦੇ ਵਿੱਚ ਵੀ ਸੰਪਰਕ ਹੋਣਾ ਜ਼ਰੂਰੀ ਹੈ ਤੇ ਉਹ ਸੰਪਰਕ ਅਚੇਤਨ ਰੂਪ ਦੇ ਵਿੱਚ ਨਹੀਂ ਹੋਏਗਾ, ਬਲਕਿ ਇੱਕ ਵਿਅਕਤੀ ਚੇਤਨ ਰੂਪ ਦੇ ਵਿੱਚ ਦੂਸਰੇ ਵਿਅਕਤੀ ਨਾਲ ਸੰਪਰਕ ਦੇ ਵਿੱਚ ਆਏਗਾ ਅਤੇ ਕੁਝ ਚੀਜ਼ਾਂ ਦਾ ਆਦਾਨ ਪ੍ਰਦਾਨ ਹੋਏਗਾ, ਸੰਸਕ੍ਰਿਤਿਕ ਤੱਤਾਂ ਦਾ ਆਦਾਨ ਪ੍ਰਦਾਨ ਹੋਏਗਾ, ਜੋ ਇੱਕ ਮੁੱਖ ਆਧਾਰ ਹੈ ਪਰ ਸੰਸਕ੍ਰਿਤੀ ਗ੍ਰਹਿਣ ਦਾ। ਸੋ ਇਹ ਵਿਸ਼ਾ ਇੱਥੇ ਹੀ ਖਤਮ ਹੁੰਦਾ ਹੈ। ਧੰਨਵਾਦ।